ਲਓ ਜੀ, ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਅਸੀਂ ਹਰ ਰੋਜ਼ ਦੇ ਹਿਸਾਬ ਨਾਲ ਆਪਣੇ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਆ ਬਈਦਾ ਜੀ। ਤੇ ਗੱਲਾਂ ਬਾਤਾਂ ਉਹੀ ਹੁੰਦੀਆਂ ਨੇ ਜਿਹੜੀਆਂ ਕਿ 24 ਘੰਟੇ 'ਚ ਘਟੀਆਂ ਵਾਪਰੀਆਂ ਹੁੰਦੀਆਂ। ਇਸ ਵਕਤ ਤੇ ਕੰਮ ਇਹ ਹੋਇਆ ਪਿਆ ਕਿ ਵੀ ਮੋਸਟਲੀ ਜੋ ਪਿਛਲਾ ਰਿਵਾਜ ਸੀਗਾ ਉਹ ਇਹ ਕਹਿੰਦਾ ਸੀ ਵੀ ਹਾਂਜੀ ਇੱਕ ਤਰ੍ਹਾਂ ਇਲੈਕਸ਼ਨ ਤੱਕ ਪੂਰਾ ਜ਼ੋਰ ਹੁੰਦਾ, ਫਿਰ ਸਰਕਾਰ ਬਣ ਜਾਂਦੀ ਆ, ਫਿਰ ਮੁੜ ਕੇ ਸਾਰਾ ਕੁਝ ਸ਼ਾਂਤ ਹੋ ਜਾਂਦਾ। ਪਰ ਐਤਕੀ ਕੁਝ ਵੱਖਰਾ ਚੱਲ ਰਿਹਾ ਹੈ ਕਿ ਵੀ ਇਲੈਕਸ਼ਨ ਤੋਂ ਬਾਅਦ ਸਰਕਾਰ ਬਣੀ, ਸਰਕਾਰ ਤੋਂ ਬਾਅਦ ਫਿਰ ਦੇ ਬਿਆਨ ਤੇ ਬਿਆਨ ਦੇ, ਧਰਨੇ ਤੇ ਧਰਨਾ, ਠਾਹ ਧਰਨਾ, ਉਸੇ ਤਰ੍ਹਾਂ ਚੱਲ ਰਿਹਾ। ਅੱਜ ਬਿਆਨ ਕਿਸ ਤਰ੍ਹਾਂ ਦੇ ਆਏ, ਧਰਨਾ ਕਿੱਧਰ ਨੂੰ ਕਿੱਧਰ ਚੱਲ ਪਿਆ ਕੰਮ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ। ਬਾਕੀ ਕੁਛ ਖਬਰਾਂ ਹੋਰ ਵੀ ਹੋਣਗੀਆਂ ਦੇਸ਼ ਨਾਲ ਸੰਬੰਧਿਤ, ਤੇ ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ ਇਹਨਾਂ ਦਾ ਵੀ ਪਤਾ ਲੈ ਲਈਏ। ਹੋਰ ਬਾਠ ਸਾਹਿਬ ਕਿੱਦਾਂ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਾਇਮ, ਬਲ ਵਧੀਆ। ਆਹਾ, ਇਹੋ ਹੀ ਤੇ ਚਾਹੀਦਾ ਹੁੰਦਾ। ਹੋਰ ਬੰਦੇ ਨੇ ਕੀ ਲੈ ਜਾਣਾ ਦੁਨੀਆ ਤੋਂ? ਨਹੀਂ ਦੇਖ ਲਓ ਜੀ, ਕੁਛ ਹੈ ਤਾਂ ਨਹੀਂ ਆ ਜਾਣਾ ਨਹੀਂ ਆਉਂਦਾ ਕੁਛ ਵੀ ਖੜਨ ਨੂੰ। ਤੇ ਉਹ ਕਹਿੰਦੇ ਵੀ ਜੋ ਮਰਜ਼ੀ, ਪਰ ਉਹ ਦੱਸਦੇ ਨੇ ਹੁੰਦੇ, ਉਹ ਕਹਿੰਦੇ ਵੀ ਜਾਣ ਲੱਗਿਆਂ ਤੇ ਸੂਈ ਵੀ ਨਹੀਂ ਜਾਣੀ ਨਾਲ। ਇਸ ਕਰਕੇ ਤੁਸੀਂ ਕੋਸ਼ਿਸ਼ ਨਾ ਕਰਿਓ ਸੂਈ ਖੜਨ ਦੀ। ਆਪਾਂ ਕਾਹਨੂੰ ਖੜਨੀ ਆ ਜੀ, ਅਗਲੇ ਨੇ ਆਪੇ ਰੱਖ ਦੇਣੀ ਨਾਲ। ਅੱਛਾ, ਗੱਲ ਇਹ ਆ ਬਾਠ ਸਾਹਿਬ ਕਿ ਵੀ ਇਹ ਜਿਹੜਾ ਕਹਿ ਲਓ ਕਿ ਗਲੋਬਲ ਵਾਰਮਿੰਗ ਜਿਹਨੂੰ ਕਹਿੰਦੇ, ਕੀ ਇਹਨੂੰ ਕਹਿੰਦੇ ਨੇ ਵੀ ਆਲਮੀ ਤਪਸ਼ ਜਿਹੜੀ ਆ, ਇਹ ਗੱਲ ਨਹੀਂ ਮੈਨੂੰ ਸਮਝ ਲੱਗੀ ਵੀ ਇਹ ਕੁਛ ਥਾਵਾਂ ਦੇ ਉੱਪਰ ਤਾਂ ਇੱਦਾਂ ਲੱਗਦਾ ਵੀ ਉਹ ਹੋ ਇਹਨੇ ਲੂਹ ਦੇਣਾ ਹੀ, ਇਹਨੇ ਸਾਰਾ ਕੁਝ ਖਤਮ ਕਰ ਦੇਣਾ। ਕਈ ਥਾਵਾਂ ਦੇ ਉੱਪਰ ਜਦੋਂ ਦੁਬਾਰਾ ਜਾਂ ਕਦੀ ਗੜੇ ਪਏ, ਕਦੀ ਬਰਫ਼ ਪੈ ਗਈ, ਕਦੀ ਠੰਡ ਪੈ ਗਈ, ਕਦੀ ਬਰਫ਼ ਪੈ ਗਈ, ਕਦੀ ਮੀਂਹ ਪੈਣ ਲੱਗ ਪਿਆ, ਉਦੋਂ ਫਿਰ ਆਲਮੀ ਤਪਸ਼ ਚਲੇ ਜਾਂਦੀ। ਕਿ ਉਹ ਵੀ ਉਹਦਾ ਕਰਕੇ ਹੁੰਦਾ? ਦੇਖੋ, ਕਹਿੰਦੇ ਤਾਂ ਇੱਦਾਂ ਹੀ ਆ, ਵਿਗਿਆਨੀ ਤਾਂ ਇੱਦਾਂ ਹੀ ਕਹਿੰਦੇ ਆ ਕਿ ਭਾਈ ਗਰਮੀ ਵੀ ਸਿਖਰ 'ਤੇ ਹੋਊਗੀ ਤਾਂ ਠੰਡ ਵੀ ਸਿਖਰ 'ਤੇ ਹੋਊਗੀ। ਯਾਨੀ ਸਹਿਣਯੋਗ ਨਹੀਂ ਰਹੂਗਾ ਵਾਤਾਵਰਣ, ਫਿਰ ਤਾਂ ਇਹੀ ਹੋ ਗਿਆ ਨਾ। ਹੁਣ ਮੈਂ ਤਾਂ ਸੋਚਦਾ ਸੀ ਸੰਧਾਲੀਆ ਸਾਹਿਬ, ਜਿੰਨੀ ਗਰਮੀ ਪੰਜਾਬ ਦੇ ਵਿੱਚ ਹੋਊਗੀ, ਉਸ ਗਰਮੀ ਦੇ ਵਿੱਚ ਉਹਨਾਂ ਲੋਕਾਂ ਦਾ ਤਾਂ ਬਹੁਤਾ ਔਖਾ ਜਿਨ੍ਹਾਂ ਦੇ ਛੋਟੇ ਛੋਟੇ ਘਰ ਆ, ਅਤੇ ਜਿੱਥੇ ਦਰਖਤ ਵੀ ਕੋਈ ਨਹੀਂ, ਅਤੇ ਉੱਪਰੋਂ ਬਿਜਲੀ ਦੇ ਕੱਟ ਵੀ ਸੁੱਖ ਨਾਲ ਹੈਗੇ ਆ। ਅਤੇ ਜੇ ਟੈਂਪਰੇਚਰ ਹੁਣ ਅਪ੍ਰੈਲ ਮਹੀਨਾ, ਜੇ ਮਈ ਨੂੰ ਸੂਈ ਨਹੀਂ ਚੜ੍ਹੀ, ਜੇ ਅਪ੍ਰੈਲ ਦੇ ਵਿੱਚ ਹੀ ਆਹ ਕੁਛ ਹੈ, ਅਤੇ ਅਜੇ ਅੱਧ ਜੁਲਾਈ ਤੱਕ ਗਰਮੀ ਰਹਿਣੀ ਆ। ਹੋ ਸਕਦਾ ਕਿ ਵਧੀ ਜਾਵੇ। ਉਹਨੂੰ ਸਹਿਣ ਕਿੱਦਾਂ ਕਰਨਾ? ਨਿਆਣੇ ਨਿੱਕੇ ਵਿਚਾਰੇ ਕੁਰਬਲ ਕਰਦੇ ਫਿਰਦੇ ਆ, ਅਤੇ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਹਾਂਜੀ, ਇਹ ਗੱਲ ਹੈਗੀ ਆ। ਦੇਖੋ, ਕਾਰਨ ਆ ਵੀ ਇਹਦਾ ਕੋਈ ਨਾ ਕੋਈ ਹੱਲ ਤੇ ਕਰਨਾ ਪੈਣਾ ਆਪ ਨਹੀਂ। ਤੁਸੀਂ ਇੱਕ ਸ਼ਬਦ ਵਰਤਿਆ ਨਾ ਵੀ ਮਤਲਬ ਜਿੱਥੇ ਰੁੱਖ ਵੀ ਨਹੀਂ ਹੁੰਦਾ ਜੀ, ਇਹ ਵੀ ਇੱਕ ਗੱਲ ਕਿਤੇ ਇਨਵਰਟਡ ਕੌਮਾਂ 'ਚ ਵਿਚਾਰਨ ਵਾਲੀ ਵੀ ਰੁੱਖ ਹੁੰਦਾ ਨਹੀਂ ਜਾਂ ਆਪਾਂ ਹੋਣ ਨਹੀਂ ਦਿੰਦੇ। ਰੌਲਾ ਸਾਰਾ ਆਹੀ ਹੈ ਨਾ ਵੀ ਮਤਲਬ ਚੇਤਾ ਵੀ ਆਪਾਂ ਨੂੰ ਆ 2-3 ਮਹੀਨੇ ਰੁੱਖ ਆਉਂਦਾ, ਅੱਗੋਂ ਪਿੱਛੋਂ ਕਿੱਥੇ ਰੁੱਖ ਦਾ ਚੇਤਾ ਆਉਂਦਾ। ਸਿਆਲਾਂ ਜਿਹਾ ਨੂੰ ਤੇ ਬੰਦਾ ਕਹਿੰਦਾ ਉਹ ਇਹਨੂੰ ਵਢਾਓ ਗੁਰੂਓ, ਉੱਤੋਂ ਧੁੰਦ ਪੈਂਦੀ ਆ, ਫਿਰ ਇਹ ਉਹਨਾਂ ਚਿਰ ਧੁੰਦ ਤੇ ਤਰੇਲ ਨਹੀਂ ਹੁੰਦੀ। ਪਹਿਲਾਂ 2-3 ਘੰਟੇ ਸੂਰਜ ਨਹੀਂ ਦਿਖਦਾ, ਸਵੇਰੇ ਜਦੋਂ ਮਾੜਾ ਜਿਹਾ ਕਿਤੇ ਕੋਈ ਲੋ ਲੱਗਣ ਲੱਗਦੀ, ਉਦੋਂ ਇਹ ਨਹੀਂ ਚੋਣੋਂ ਹਟਦਾ, ਐਵੇਂ ਗੱਲ ਜੀ ਨਹੀਂ ਬਣਦੀ, ਪਰਾਂ ਵਢਾ ਦਿਓ। ਫਿਰ ਅਚਾਨਕ ਜਦੋਂ ਮੌਸਮ ਬਦਲਦਾ, ਫਿਰ ਆਪਾਂ ਨੇ ਯਾਰ ਛਾਂ ਹੁੰਦੀ ਨਾ ਕਿਤੇ ਥੋੜ੍ਹੀ ਜਿਹੀ, ਇੱਥੇ ਹਵਾ ਰਹੇ ਜੇ ਬਹਿੰਦੇ, ਥੋੜ੍ਹੀ ਜਿਹੀ ਕਿਤੇ ਜਾਨ ਪੈਂਦੀ ਅੰਦਰ, ਤੇ ਪੱਖੇ ਦੀ ਹਵਾ ਨਹੀਂ ਲੱਗਦੀ, ਹੈ ਨਾ। ਇਹ ਜਿਹੜਾ ਆਪਾਂ ਮਤਲਬ ਪਲ 'ਚ ਤੋਲਾ, ਪਲ 'ਚ ਮਾਸਾ ਹੋ ਜਾਂਦੇ, ਇਹ ਵੀ ਕਿਤੇ ਨਾ ਕਿਤੇ ਵਿਚਾਰਨ ਵਾਲੀ ਗੱਲ ਆ। ਹੈ ਤਾਂ ਔਖਾ। ਅੱਗੇ ਬਜ਼ੁਰਗ ਹੁੰਦੇ ਸੀ, ਉਹ ਦਰਖਤਾਂ ਥੱਲੇ ਰਹਿੰਦੇ ਕਿ ਭਾਈ ਮੰਜਾ ਜਿਹੜਾ ਉਹਨਾਂ ਨੇ 10:30 ਵਜੇ ਕਹਿਣਾ, ਹੁਣ ਮੇਰਾ ਮੰਜਾ ਉਹ ਬਾਹਰ ਦਰਖਤ ਥੱਲੇ ਢਾਹ ਦਿਓ। ਹੌਲੀ ਖੂੰਡੀ ਫੜ ਕੇ ਤੁਰ ਪੈਣਾ। ਉੱਥੇ ਕਦੇ ਪਰਨੇ ਨਾਲ ਮਾੜੀ ਮੋਟੀ ਝੱਲ ਮਾਰ ਲਈ, ਪੱਖੀ ਰੱਖ ਲਈ, ਹਵਾ ਵਿੱਚ ਵਗਣ ਲੱਗ ਪੈਣੀ, ਕਹਿਣਾ ਹੁਣ ਸਾਹ ਜਿਹਾ ਆ ਗਿਆ। ਰੁੱਖ ਦੇ ਥੱਲੇ ਤਾਂ ਸਾਹ ਆਉਂਦਾ ਹੀ ਆ ਨਾ। ਅਤੇ ਘਰਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਕੰਧਾਂ ਜਿਹੜੀਆਂ ਨੇ ਉਹ ਫਿਰ ਆਪ ਵੀ ਤੱਤੀਆਂ ਹੀ ਹਵਾਵਾਂ, ਸਾਰਾ ਕੁਛ ਹੁੰਦਾ। ਮਾੜਾ ਜਿਹਾ ਪੱਖਾ ਬੰਦ ਹੋਇਆ ਨਹੀਂ ਤਾਂ ਕੰਮ ਹੋ ਗਿਆ। ਰੁੱਖ ਚਾਹੀਦਾ ਜ਼ਰੂਰ ਹੈ, ਚਾਹੇ ਤੰਗੀ ਲੱਗੇ, ਕਿਉਂਕਿ ਕਈ ਵਾਰੀ ਹੁੰਦਾ ਜੀ ਪੱਤੇ ਬਹੁਤ ਝੜਦੇ ਆ, ਕਈ ਵਾਰੀ ਹੁੰਦਾ ਜੀ ਰੁੱਖ ਦੇ ਥੱਲੇ ਮਿੱਟੀ ਥੋੜ੍ਹੀ ਜਿਹੀ ਕਿਉਂ ਕੱਚੀ ਆ, ਉਹਦੇ ਵਿੱਚੋਂ ਜੀ ਕੀੜੀਆਂ ਨਿਕਲੇ ਆਈਆਂ, ਕਾਢੇ ਨਿਕਲੇ ਜੀ, ਆਹ ਹੋ ਗਿਆ। ਉਹ ਸਮੱਸਿਆ ਤਾਂ ਦਿੰਦਾ, ਪਰ ਸਮੱਸਿਆ ਤੋਂ ਵੱਧ ਉਹਦਾ ਸੁੱਖ ਹੁੰਦਾ। ਅੱਜ ਨਹੀਂ ਕੱਲ੍ਹ ਨੂੰ ਪਤਾ ਲੱਗ ਜਾਣਾ ਫਿਰ ਮੁੜ ਕੇ ਤਾਂ, ਕਿਉਂਕਿ ਹੁਣ ਤਾਂ ਦੁਬਈ ਵਾਲਿਆਂ ਨੇ ਵੀ ਰੁੱਖ ਬਹੁਤ ਲਾਤੇ। ਉਹਨਾਂ ਨੇ ਤਾਂ ਦੇਖੋ ਧਰਤੀ ਵੀ ਉੱਦਾਂ ਦੀ ਨਹੀਂ ਸੀ, ਸਾਰਾ ਜਗਾੜ ਪੱਟ ਕੇ ਹੋਰ ਲਾਇਆ, ਅਤੇ ਅੱਜ ਉੱਥੇ ਰੁੱਖ ਬਥੇਰੇ ਨੇ, ਅਸੀਂ ਵੱਢੀ ਜਾਂਦੇ ਹਾਂ। ਰੁੱਖ ਵੀ ਉਹ ਆ ਵੀ ਮਿੱਟੀ ਵੀ ਅਗਲੇ ਬਾਹਰੋਂ ਲਿਆਣ ਕੇ ਪਾਉਂਦੇ ਆ, ਫਿਰ ਉਹ ਉਸ ਮਿੱਟੀ ਦੇ ਵਿੱਚ ਦੁਬਾਰਾ ਵਾਰ ਚੀਜ਼ਾਂ ਪਾਉਂਦੇ ਵੀ ਇਹ ਜਿੰਦਾ ਰਹੇ, ਹੈ ਨਾ। ਤੇ ਆਪਣੇ ਤੇ ਧਰਤੀ ਵੀ ਉਹ ਕਹਿੰਦੇ ਭਾਵੇਂ ਬੰਦਾ ਵੱਢ ਕੇ ਬੀਜ ਦੇ, ਉਹ ਵੀ ਕਿਤੇ ਨਾ ਕਿਤੇ ਉੱਗ ਪੈਂਦਾ, ਇਹੋ ਜਿਹੀ ਆ। ਪਰ ਉਹਦੇ ਬਾਵਜੂਦ ਵੀ ਆਪਾਂ ਨੂੰ ਕਿਉਂ ਪਤਾ ਨਹੀਂ ਕਿਉਂ। ਦੇਖੋ, ਕਾਰਨ ਹੈ ਵੀ ਤੁਸੀਂ ਕਹਿਣਾ ਵੀ ਆਉਂਦਿਆਂ ਗਿਆਨ ਵੰਡਣ ਲੱਗ ਪੈਂਦੇ ਬੰਦੇ। ਆਪਾਂ ਗਿਆਨ ਵੰਡਣ ਵਾਲੀ ਗੱਲ ਨਹੀਂ ਕਰਦੇ, ਆਪਾਂ ਤਾਂ ਵਿੱਚ ਉਹ ਗੱਲਾਂ ਚੇਤੇ ਕਰਦੇ ਹਾਂ ਵੀ ਜਿਹੜੀਆਂ ਆਪਾਂ ਭੁੱਲ ਭੁਲਾ ਲੈਂਦੇ ਹਾਂ, ਅਤੇ ਕੋਸਦੇ ਆਪਾਂ ਪਤਾ ਨਹੀਂ ਕਿਸੇ ਹੋਰ ਨੂੰ ਰਹਿੰਦੇ ਹਾਂ। ਤੁਸੀਂ ਦੇਖੋ ਸੰਧਾਲੀਆ ਸਾਹਿਬ, ਐਤਕੀ ਕਣਕ ਦਾ ਝਾੜ ਘਟਿਆ, ਕੁਦਰਤ ਨੇ ਮਾਰ ਮਾਰੀ ਆ, ਦਾਣੇ ਕਹਿੰਦੇ ਜੀ ਛੋਟੇ ਹੋ ਗਏ। ਇਹਦੇ ਤੋਂ ਇਲਾਵਾ ਘਰਾਂ ਦੇ ਵਿੱਚ ਬਿਜਲੀ ਦਾ ਬਿੱਲ ਵੱਧ ਗਿਆ, ਹੋਰ ਕਈ ਕੁਛ ਹੋ ਗਿਆ। ਬਿੱਲ ਵੱਧ ਗਿਆ ਤਾਂ ਭਾਵ ਖਰਚ ਪੂਰੀ ਮਹਿੰਗਾਈ ਨਾਲ ਵਧੀ ਆ, ਤੇਲ ਦੀ ਕੀਮਤ ਵੱਧ ਗਈ। ਅਸੀਂ ਸਾਰੀਆਂ ਚੀਜ਼ਾਂ ਸਹਿਣ ਕਰਦੇ ਹਾਂ, ਦਰਖਤ ਨਹੀਂ ਸਹਿਣ ਕਰਦੇ। ਨਹੀਂ ਜੀ ਉਹਦੀ ਸ਼ੌਰ ਪੈਂਦੀ ਆ, ਨਹੀਂ ਜੀ ਉੱਥੇ ਆਹ ਹੁੰਦਾ ਹੈ, ਨਹੀਂ ਜੀ ਉਹ ਹੁੰਦਾ ਹੈ, ਕਿਉਂਕਿ ਉਹ ਸਾਡੇ ਹੱਥ ਵੱਸ ਨਾ, ਇਹ ਰੱਖਣਾ ਕਿ ਵੱਢਣਾ। ਤੇਲ ਦੀ ਕੀਮਤ ਵੱਧ ਗਈ, ਮਹਿੰਗਾਈ ਵੱਧ ਗਈ, ਸਾਡੇ ਹੱਥ ਵੱਸ ਨਹੀਂ। ਅਸੀਂ ਚੁੱਪ ਜਿਹੀ ਤੇ ਬਿਨਾਂ ਚੂੰ ਕੀਤਿਆਂ ਰੁਪਈਏ ਉੱਥੇ ਦੇ ਆਉਂਦੇ ਆ,
ਤੇ ਜੇ ਉਧਰਲੇ ਪਾਸੇ ਅੱਧੀ ਬੋਰੀ ਕਣਕ ਦੀ ਝੋਨੇ ਦੀ ਘੱਟ ਵੀ ਨਿਕਲੇ ਸੀ ਉਹ ਸੈਣ ਨਹੀਂ ਕਰਨਾ, ਨਾਲ ਲੱਗਦਾ ਹੀ ਛਾਂਗ ਦੇਣਾ ਸਭ ਕੁਝ। ਹਾਂ, ਇਹ ਗੱਲਾਂ ਥੋੜ੍ਹੀਆਂ ਵਿਚਾਰਨ ਵਾਲੀਆਂ। ਤੇ ਬਾਕੀ ਹੁਣ ਜੇ ਖਬਰਾਂ ਵਾਲੇ ਪਾਸੇ ਨੂੰ ਮੁੜੀਏ, ਕਿੱਧਰੋਂ ਚੱਲਣਾ ਫਿਰ? ਇਹ ਕਹਿੰਦਾ ਵੀ ਜਿੱਦਾਂ ਬੰਦਾ ਪੱਠੇ ਵੱਢਣ ਲੱਗਿਆ ਸੋਚਦੇ ਵੀ ਅੱਜ ਫਿਰ ਕਿੱਧਰੋਂ ਟੱਕ ਧਰੀਏ। ਦੇਖੋ, ਜੇ ਤਾਂ ਹੈਗਾ ਬਾਜਰਾ ਫਿਰ ਜਿੱਧਰੋਂ ਮਰਜ਼ੀ ਧਰ ਲਓ, ਕੋਈ ਗੱਲ ਨਹੀਂ। ਜੇ ਫੁੱਟਵਾਂ ਬਰਸੀਮ ਆ ਫਿਰ ਇੱਕ ਪਾਸੇ ਟੱਕ ਲਾਈਏ ਤਾਂ ਸਿਆਣੇ ਕਹਿੰਦੇ ਚੰਗਾ ਹੁੰਦਾ ਕਿ ਜਦੋਂ ਤੱਕ ਉਹ ਕਿਆਰਾ ਮੁੱਕਦਾ ਪਿੱਛੋਂ ਫਿਰ ਵੱਢਣ ਵਾਲੇ ਹੋ ਜਾਂਦੇ ਆ। ਨਹੀਂ, ਉਹ ਠੀਕ ਹੈ। ਨਹੀਂ, ਪਰ ਦੂਸਰਾ ਵੀ ਤੇ ਹੁਣ ਜਿੱਧਰੋਂ ਟੱਕ ਧਰਿਆ ਉਧਰੋਂ ਹੀ ਆ ਨਾ। ਇਹ ਬਾਜਰਾ ਦੂਜਾ ਨਹੀਂ ਨਾ ਵੀ ਭਾਈ ਸਾਹਿਬ ਉਹ ਫੋਟੋਆਂ ਉੱਗ ਪੈਣਾ ਕਿਸੇ ਵੇਲੇ ਬੀਜਣਾ ਪੈਂਦਾ। ਉਹ ਕਹਿੰਦਾ ਵੀ ਇੱਧਰੋਂ ਥੋੜ੍ਹਾ ਜੇ ਤੁਸੀਂ ਕਨਾਲ ਕੁ ਵੱਢ ਲਿਆ ਤੇ ਮੁੜ ਕੇ ਉਹਨਾਂ ਕੁ ਬੀਜ ਲਾਂਗੇ। ਫਿਰ ਜਦ ਤੱਕ ਆਪਾਂ ਪਾਸੇ ਲੱਗਣਾ ਉਹਨੇ ਜਿਹਨੂੰ ਲਹਿਰਾ ਲਹਿਰਾ ਇੱਧਰੋਂ ਫਿਰ ਬੀਜ ਕੇ ਤੇ ਡੰਗਰਾਂ ਦੇ ਮਗਰ ਖਾਣ ਜੋਗਾ ਹੋ ਜੂ। ਨਹੀਂ, ਗੱਲ ਤੁਹਾਡੀ ਠੀਕ ਹੈ। ਐਂ ਕਰਦੇ ਹਾਂ ਆਪਾਂ ਕਾਂਗਰਸ ਪਾਰਟੀ ਤੋਂ ਸ਼ੁਰੂ ਕਰ ਲੈਂਦੇ ਹਾਂ। ਭਗਵੰਤ ਮਾਨ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਵੱਲ ਵੱਧ ਜਾਂਦੇ ਹਾਂ। ਹੁਣ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਬੰਦਾ ਨਾਂ ਸੁਨੀਲ ਜਾਖੜ, ਉਹਨਾਂ ਨੂੰ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਬਣਾਉਂਦੇ ਆ ਕਿ ਜਾਖੜ ਸਾਹਿਬ ਤੁਸੀਂ ਪ੍ਰਧਾਨ ਬਣੋ, ਕੈਪਟਨ ਸਾਹਿਬ ਮੁੱਖ ਮੰਤਰੀ। ਟਿਊਨਿੰਗ ਵਧੀਆ, ਲੋਕਾਂ ਦੇ ਕੰਮ ਹੋਏ ਕਿ ਨਹੀਂ ਹੋਏ ਪਰ ਕੰਮ ਚੱਲਦਾ ਰਿਹਾ। ਅਚਾਨਕ ਫਿਰ ਨਵਜੋਤ ਸਿੰਘ ਸਿੱਧੂ ਨੂੰ ਘਰੋਂ ਲਿਆਂਦਾ ਜਾਂਦਾ ਕਿ ਭਾਈ ਚੁੱਪਚਾਪ ਕਿਉਂ ਬੈਠੇ ਆ, ਆਜੋ ਤੁਸੀਂ। ਕੈਪਟਨ ਸਾਹਿਬ ਦੀ ਕੁਰਸੀ ਕਾਇਮ ਰਹਿੰਦੀ ਹੈ। ਸਿੱਧੂ ਸਾਹਿਬ ਨੂੰ ਲਿਆਉਣ ਦੇ ਲਈ ਜਾਖੜ ਸਾਹਿਬ ਨੂੰ ਕਹਿਤਾ ਜਾਂਦਾ ਕੁਰਸੀ ਛੱਡ ਦਿਓ, ਕਦੇ ਛੱਡ ਦਿੰਦਾ। ਜਿਸ ਦਿਨ ਉਹਨਾਂ ਨੂੰ ਕੁਰਸੀ ਤੋਂ ਲਾਇਆ ਗਿਆ ਤੇ ਸਿੱਧੂ ਸਾਹਿਬ ਨੂੰ ਬਿਠਾਇਆ ਗਿਆ, ਜਾਖੜ ਸਾਹਿਬ ਦੀਆਂ ਸਾਰਿਆਂ ਸਿਫਤਾਂ ਕੀਤੀਆਂ ਕਿ ਇਦਾਂ ਦਾ ਬੰਦਾ ਨਹੀਂ ਲੱਭਣਾ, ਆਹ ਬੰਦਾ ਵਧੀਆ ਹੀ, ਬਹੁਤ ਵਧੀਆ ਹੀ। ਜਾਣੀ ਕਿ ਜਾਖੜ ਸਾਹਿਬ ਦੀ ਪੁੱਛਗਿੱਛ ਇੰਨੀ ਕਿ ਜੇ ਐਮਐਲਏ ਦੀ ਚੋਣ ਹਰ ਜਾਂਦੇ ਆ ਤਾਂ ਗੁਰਦਾਸਪੁਰ ਐਮਪੀ ਬਣਾ ਦਿਓ। ਜੇ ਗੁਰਦਾਸਪੁਰ ਐਮਪੀ ਦੀ ਇਲੈਕਸ਼ਨ ਹਰ ਗਿਆ ਤਾਂ ਮੁੜ ਕੇ ਕਹਿੰਦੇ ਦੱਸੋ ਜੀ ਕੇਂਦਰੀ ਕਮੇਟੀ ਜਾਣਾ ਕਿ ਪੰਜਾਬ ਵਾਲੀ ਕਮੇਟੀ 'ਚ ਰਹਿਣਾ। ਉਹਨਾਂ ਦੀ ਮਰਜ਼ੀ ਹੁੰਦੀ ਸੀ। ਫਿਰ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆਈਆਂ, 3 ਬੰਦਿਆਂ ਦੀਆਂ ਫੋਟੋ ਸੀ ਪ੍ਰਚਾਰ ਦੇ ਵਿੱਚ ਜਦੋਂ ਸ਼ੁਰੂ ਦੇ ਗੀਤ ਕੱਢੇ ਕਾਂਗਰਸ ਨੇ। ਇੱਕ ਚੰਨੀ ਸਾਹਿਬ, ਦੂਜੇ ਜਾਖੜ ਸਾਹਿਬ, ਤੀਸਰੇ ਸਿੱਧੂ ਸਾਹਿਬ। ਉਹਦੇ ਤੋਂ ਬਾਅਦ ਤੁਸੀਂ ਦੇਖੋ ਕਿ ਜਿੱਦਣ ਰਾਹੁਲ ਗਾਂਧੀ ਆਉਂਦੇ ਆ ਲੁਧਿਆਣੇ ਦੇ ਕੋਲ ਤੇ ਆਣ ਕੇ ਚੰਨੀ ਸਾਹਿਬ ਨੂੰ ਦੁਬਾਰਾ ਮੁੱਖ ਮੰਤਰੀ ਦਾ ਅਗਲਾ ਦਾਅਵੇਦਾਰ ਬਣਾ ਕੇ ਜਾਂਦੇ ਆ ਕਿ ਭਾਈ ਗਰੀਬ ਘਰ ਦਾ ਬੰਦਾ, ਕਾਂਗਰਸ ਦੀ ਅਮੀਰੀ ਦੇਖੋ, ਮੁੱਖ ਮੰਤਰੀ ਦੁਬਾਰਾ ਵੀ ਬਣੂਗਾ। ਉਸ ਦਿਨ ਵੀ ਉਨੀ ਵਾਰੀ ਨਾਮ ਨਵਜੋਤ ਸਿੰਘ ਸਿੱਧੂ ਦਾ ਤੇ ਚਰਨਜੀਤ ਸਿੰਘ ਚੰਨੀ ਉਸ ਵੇਲੇ ਦੇ ਮੁੱਖ ਮੰਤਰੀ ਦਾ ਨਹੀਂ ਸੀ ਰਾਹੁਲ ਗਾਂਧੀ ਨੇ ਲਿਆ। ਜਿੰਨੀ ਵਾਰੀ ਉਹਨਾਂ ਨੇ ਕਿਹਾ ਸੀ ਜਾਖੜ ਸਾਹਿਬ ਨੰਬਰ 1 ਬੰਦੇ, ਲੱਠਾ ਬੰਦਾ ਜਾਖੜ ਕਹਿੰਦੇ ਸੀ ਕਿ ਭਾਈ ਜੇ ਕੋਈ ਗੱਲ ਪਾਰਟੀ ਦੀ ਹੋਵੇ ਵੀ ਮੀਡੀਆ 'ਚ ਨਹੀਂ ਗੱਲ ਕਰਦੇ, ਬਾਹਰ ਨਹੀਂ ਗੱਲ ਕਰਦੇ, ਓਪਨ ਪਲੇਟਫਾਰਮ ਤੇ ਨਹੀਂ ਗੱਲ ਕਰਦੇ, ਆਉਂਦੇ ਆ ਅੰਦਰ ਵੜ ਕੇ ਦੱਸਦੇ ਆ ਕਿ ਆਹ ਕਮੀਆਂ ਉਹਦਾ ਹੱਲ ਆਇਆ, ਆਪਾਂ ਕਰ ਲਈਏ ਤਾਂ ਚੰਗਾ, ਇਹਨਾਂ ਨੂੰ ਅਹੁਦਿਆਂ ਦੀ ਲਾਲਸਾ ਕੋਈ ਨਹੀਂ। ਯਾਨੀ ਜਿਹੜੇ ਬੰਦੇ ਦਾ ਕਿਰਦਾਰ ਸਭ ਤੋਂ ਉੱਪਰ ਸੀ। ਅਜੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਇਹਨੂੰ ਮਹੀਨਾ ਡੇਢ ਨਹੀਂ ਹੋਇਆ ਤੇ ਅੱਜ ਕਹਿੰਦੇ ਆ ਕਿ ਅਨੁਸ਼ਾਸਨੀ ਕਮੇਟੀ ਜਿਹੜੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਹੈ, ਉਹਨਾਂ ਨੇ ਕਹਿਤਾ ਕਿ 2 ਸਾਲਾਂ ਦੇ ਲਈ ਸੁਨੀਲ ਜਾਖੜ ਸਾਹਿਬ ਨੂੰ ਕਾਂਗਰਸ ਦੇ ਵਿੱਚੋਂ ਸਸਪੈਂਡ ਕਰ ਦਿਓ। ਆਮ ਤੌਰ ਤੇ ਹੁੰਦਾ ਕਿ ਜਿਹੜੇ ਬੰਦੇ ਨੂੰ ਨੋਟਿਸ ਦਿੱਤਾ ਜੇ ਉਹ ਜਵਾਬ ਨਹੀਂ ਦਿੰਦਾ ਕੱਢ ਦਿਓ ਬਾਹਰ। 5 ਸਾਲਾਂ ਲਈ ਕੱਢਿਆ, 7 ਸਾਲਾਂ ਲਈ ਕੱਢਿਆ, ਕਰਨਾ ਵੀ ਸਸਪੈਂਡ ਆ, ਕਰਨਾ ਵੀ 2 ਸਾਲਾਂ ਲਈ ਹੈ। ਇਹ ਵੀ ਨਹੀਂ ਕਿਹਾ ਕਿ ਕੁਝ ਗਲਤ ਮਲਤ ਕਹਿਤਾ, ਬਸ ਸਸਪੈਂਡ ਕਰਨਾ ਜੀ। ਤੇ ਕਮੇਟੀ ਨੇ ਵੀ ਕਹਿਤਾ ਫਿਰ ਵੀ ਫੈਸਲਾ ਬੀਬੀ ਸੋਨੀਆ ਗਾਂਧੀ ਜੀ ਲੈਣਗੇ। ਜਾਣੀ ਕਿ ਸਾਡੇ ਵੱਲੋਂ ਸਿਫਾਰਿਸ਼ ਹੈ ਕਿ ਸੁਨੀਲ ਜਾਖੜ ਨੂੰ ਸਸਪੈਂਡ ਕਰ ਦਿਓ 2 ਸਾਲ ਦੇ ਲਈ, ਪਰ ਫੈਸਲਾ ਉਹਨਾਂ ਨੇ ਲੈਣਾ। ਤੇ ਜਾਖੜ ਸਾਹਿਬ ਕਹਿੰਦੇ ਜੀ ਗੁੱਡ ਲੱਕ ਕਾਂਗਰਸ। ਨਹੀਂ, ਦੇਖੋ ਕਾਰਨ ਆ ਵੀ ਇਹ ਜੋ ਕੁਝ ਵੀ ਤੁਸੀਂ ਦੱਸਿਆ ਇਹਦੇ 'ਚ ਮੈਨੂੰ ਲੱਗਦਾ ਵੀ ਇੱਕ ਐਪੀਸੋਡ ਆਪਾਂ ਜ਼ਰੂਰ ਜ਼ਿਕਰ ਕਰ ਦਈਏ ਵੀ 3 ਫੋਟੋਆਂ ਲੱਗਣ ਤੋਂ ਪਹਿਲਾਂ ਜਿੱਦਣ ਉਹ ਰੌਲਾ ਪੈ ਗਿਆ ਸੀ ਵੀ ਓਕੇ ਜੀ ਕੈਪਟਨ ਸਾਹਿਬ ਤਾਂ ਹੁਣ ਪਾਸੇ, ਹੁਣ ਮੁੱਖ ਮੰਤਰੀ ਕਿਹੜਾ, ਉਦਣ ਵੀ ਬੜੀਆਂ ਚਰਚਾਵਾਂ ਚੱਲੀਆਂ। ਜਾਖੜ ਸਾਹਿਬ ਦਾ ਨਾਂ ਉਦਣ ਵੀ ਬੋਲਦਾ ਰਿਹਾ। ਉਹ ਗੱਲ ਵੱਖਰੀ ਵੀ ਚਲੋ ਬਾਅਦ ਦੇ ਵਿੱਚ ਜਦੋਂ ਚੰਨੀ ਸਾਹਿਬ ਦਾ ਉੱਥੇ ਨੌਗਾ ਪੈ ਗਿਆ ਤੇ ਕਾਫੀ ਦੇਰ ਬਾਅਦ ਜਾ ਕੇ ਜਾਖੜ ਸਾਹਿਬ ਨੇ ਉਹ ਭੇਦ ਖੋਲ੍ਹਿਆ ਵੀ ਯਾਰ ਜਿਹਨੂੰ ਤੇ 40-42 ਵੋਟਾਂ ਪਈਆਂ ਉਹ ਸੁਨੀਲ ਜਾਖੜ ਪਾਸੇ, ਜਿਹਨੂੰ ਸਿਰਫ 2 ਪਈਆਂ ਉਹਨਾਂ ਨੂੰ ਮੁੱਖ ਮੰਤਰੀ। ਉੱਥੋਂ ਹੀ ਹੌਲੀ ਟਸਲ ਸ਼ੁਰੂ ਹੋਈ ਵੀ ਜਦੋਂ ਜਾਖੜ ਸਾਹਿਬ ਦਾ ਉਹ ਨੰਬਰ ਬਣਦਾ ਸੀ ਤੇ ਉਹਨਾਂ ਨੂੰ ਨਹੀਂ ਮਿਲਿਆ, ਫਿਰ ਹੌਲੀ ਲਾਂਭੇ ਹੁੰਦੇ ਉਹ ਇੰਨੇ ਕੁ ਸਾਈਡ 'ਤੇ ਹੋ ਗਏ ਵੀ ਐਤਕੀ ਉਹਨਾਂ ਆਖਿਆ ਵੀ ਨਾ ਮੈਂ ਇਲੈਕਸ਼ਨ ਲੜਨੀ, ਨਾ ਮੈਨੂੰ ਟਿਕਟ ਦੀ ਲੋੜ, ਨਾ ਮੈਨੂੰ ਕਾਂਗਰਸ ਦੀ ਲੋੜ, ਮੈਂ ਕੁਝ ਮੰਗਦਾ ਹੀ ਨਹੀਂ, ਤੁਸੀਂ ਲਓ ਨਜ਼ਾਰੇ, ਬਸ ਮੈਂ ਆਪਣੇ ਰਾਹ ਰਾਜੀ, ਤੁਸੀਂ ਆਪਣੇ ਰਾਹ ਰਾਜੀ। ਉਦੋਂ ਤੋਂ ਹੀ ਮੈਨੂੰ ਐਂ ਜਾਪਦਾ ਸੀ ਵੀ ਕਿਤੇ ਨਾ ਕਿਤੇ ਹੁਣ ਜਾਖੜ ਸਾਹਿਬ ਖੁਦ ਰਹਿ ਕੇ ਰਾਜੀ ਨਹੀਂ ਕਾਂਗਰਸ ਪਾਰਟੀ ਵੀ ਯਾਰ ਜੇ ਤੁਸੀਂ ਇੱਦਾਂ ਹੀ ਚਲਾਉਣੀ ਹੈ ਨਾ ਵੀਰ ਤੇ ਫਿਰ ਤੁਸੀਂ ਚਲਾ ਲਓ ਵੀਰ ਵੀ ਮੈਂ ਪਾਸੇ। ਹੁਣ ਜਿੱਦਾਂ ਆ ਐਂਡ ਵਾਲੇ ਮੂਵਮੈਂਟ ਤੱਕ ਆਉਂਦਿਆਂ ਇਹ ਜਾਪਦਾ ਸੀ ਵੀ ਸ਼ਾਇਦ ਜਾਖੜ ਸਾਹਿਬ ਕੋ ਆਪਣੇ ਵੱਲੋਂ ਕੁਛ ਨਾ ਕੁਛ ਕਹਿ ਦੇਣ ਵੀ ਆਹ ਕਾਰਨ ਹੈ ਜੀ, ਆਹ ਕਾਰਨ, ਪਰ ਨਾ ਪਾਰਟੀ ਪਲੇਟਫਾਰਮ 'ਤੇ ਉਹਨਾਂ ਨੇ ਕੁਛ ਨਹੀਂ ਕਿਹਾ। ਹਾਂ, ਮਾਫੀ ਉਹਨਾਂ ਮੀਡੀਆ 'ਚ ਵੀ ਮੰਗ ਲਈ, ਉਸ ਤੋਂ ਬਾਅਦ ਆਪਾਂ ਇਹ ਵੀ ਪਤਾ ਕਾਸ਼ੀ ਜਾ ਕੇ ਵੀ ਮੰਗ ਲਈ। ਵਾਰ-ਵਾਰ ਇਹੋ ਕਹਿੰਦੇ ਰਹੇ ਵੀ ਮੈਂ ਗਲਤ ਕੁਛ ਨਹੀਂ ਕਿਹਾ ਭਾਈ, ਜੇ ਤੁਸੀਂ ਵਧੋ ਬੜੀ ਬਣਾਉਣਾ ਤੇ ਤੁਹਾਡੀ ਮਰਜ਼ੀ। ਤੇ ਜਦੋਂ ਫੈਸਲੇ ਦੀ ਗੱਲ ਚੱਲਦੀ ਉਦੋਂ ਵੀ ਅਗਲਿਆਂ ਦਾ ਵੀ ਠੀਕ ਆ ਬਈ, ਗੁੱਡ ਲੱਕ ਬਈ, ਤਗੜੇ ਹੋ ਜਾਓ। ਉਹ ਇੱਕ ਤਰ੍ਹਾਂ ਨਾਲ ਇਹ ਸੀ ਵੀ ਤੁਸੀਂ ਫੈਸਲਾ ਸੁਣਾਉਣਾ ਨਹੀਂ ਸੁਣਾਉਣਾ ਮੈਨੂੰ ਨਹੀਂ ਪਤਾ, ਮੇਰੇ ਵੱਲੋਂ ਤੁਹਾਨੂੰ ਵਧਾਈਆਂ, ਚਲਾਓ, ਤਗੜੇ ਹੋ ਗਏ ਜੇ ਚੱਲਦੀ ਤੁਹਾਡੇ ਕੋਲੋਂ ਪਾਰਟੀ। ਉਹਦੇ ਤੋਂ ਬਾਅਦ ਜਾਪਦਾ ਵੀ ਸੁਰ ਜਿਹੜੇ ਪਹਿਲਾਂ ਵਾਲੇ ਸੀਗੇ ਤਿੱਖੇ ਉਹ ਥੋੜ੍ਹੇ ਨਰਮ ਹੋਏ। ਹੁਣ ਦੇਖੋ ਵੇਰਕਾ ਸਾਹਿਬ ਵੀ ਉਦਣ ਪਹਿਲਾਂ ਖਿਲਾਫ ਸੀਗੇ,
ਹੁਣ ਉਹਨਾਂ ਦਾ ਬਿਆਨ ਆ ਕਹਿੰਦੇ ਜਾਖੜ ਸਾਹਿਬ ਬੰਦੇ ਵਧੀਆ ਯਾਰ, ਉਹਨਾਂ ਨੇ ਆਣ ਕੇ ਉਹ ਸਾਰੀ ਗੱਲਬਾਤ ਕਲੀਅਰ ਕਰ ਦਿੱਤੀ ਆ। ਪਾਰਟੀ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ। ਮੈਨੂੰ ਐਂ ਲੱਗਦਾ ਵੀ ਉਹਨਾਂ ਤੋਂ ਬਾਅਦ ਹੋ ਸਕਦਾ 2 4 5 ਬੰਦੇ ਹੋਰ ਲਾਈਨ 'ਚ ਲਾ ਕੇ ਕਹਿਣ ਨਹੀਂ ਨਹੀਂ ਜਾਖੜ ਸਾਹਿਬ ਬੰਦੇ ਠੀਕ ਹੈ, ਇੱਦਾਂ ਨਹੀਂ ਕਰਨਾ ਚਾਹੀਦਾ। ਹੁਣ ਇਹ ਵੀ ਤੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ, ਕਿਉਂਕਿ ਦੇਖੋ ਜੀ ਲੀਡਰ ਨੇ, ਪਾਰਟੀ ਉਹਨਾਂ ਦੀ ਆ, ਸੋਚਣਾ ਉਹਨਾਂ, ਪਰ ਇੰਨਾ ਕਿ ਜ਼ਰੂਰ ਸੋਚਣ ਵੀ ਯਾਰ ਜਿਹੜਾ ਲੀਡਰ ਸਾਹਿਬ ਅੱਜ ਕਿਸੇ ਪਾਸੇ ਬਿਆਨ ਦਿੰਦੇ ਆ, ਹਫ਼ਤੇ ਬਾਅਦ ਕਿਸੇ ਹੋਰ ਪਾਸੇ ਬਿਆਨ ਦਿੰਦੇ ਆ, ਇਹ ਜਿਹੜਾ ਕਦੀ ਇੱਧਰ ਕਦੀ ਉੱਧਰ, ਕਦੀ ਮਰਜਾ ਚੜੀਏ ਕਦੀ ਜਿਊਪਾ ਚੜੀਏ, ਉਹਦਾ ਕਰਕੇ ਤੇ ਕਾਂਗਰਸ ਦਾ ਇਹ ਹਾਲ ਨਹੀਂ ਕਿਤੇ। ਨਹੀਂ ਦੇਖੋ, ਇੱਕ ਗੱਲ ਤਾਂ ਸੰਧਾਲੀਆ ਸਾਹਿਬ, ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸੋਚਣੀ ਪਊ ਕਿ ਸੂਬੇ ਤਾਂ 2 ਹੀ ਸੀਗੇ, 3 ਲਾ ਲਓ, ਹੁਣ 2 ਰਹਿ ਗਏ। ਛੱਤੀਸਗੜ੍ਹ ਸੀ, ਉੱਧਰ ਰਾਜਸਥਾਨ ਸੀ ਤੇ ਇੱਧਰ ਪੰਜਾਬ ਸੀ, ਬਾਕੀ ਤਾਂ ਸਰਕਾਰ ਕਿਤੇ ਹੈ ਨਹੀਂ ਆਪਣੀ। ਇੱਥੋਂ ਤੱਕ ਕਿ ਜਿਹਨੇ ਐਕਸਪੈਰੀਮੈਂਟ ਕੀਤੇ, ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਤੇ ਬੀਬੀ ਸੋਨੀਆ ਗਾਂਧੀ ਨੂੰ ਕਿਤੇ ਇਕੱਠੇ ਬੈਠ ਕੇ ਚਾਹ ਪੀਣੀ ਚਾਹੀਦੀ ਆ, ਦਰਵਾਜ਼ਾ ਲਾ ਲੈਣ, ਜਾਂ ਕਹਿ ਦੇਣ ਸੰਤਰੀਆਂ ਨੂੰ ਕਿ ਭਾਈ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਅਜੇ। 2-3 ਘੰਟੇ ਸੋਚਣ ਕਿ ਕਾਂਗਰਸ ਪਾਰਟੀ ਤੁਸੀਂ ਇਕੱਲੀ ਪੰਜਾਬ ਇਕਾਈ ਐਕਸਪੈਰੀਮੈਂਟ ਕਰਨ ਨੂੰ ਰੱਖੀ ਹੈ। ਤੁਹਾਨੂੰ ਯਾਦ ਹੋਣਾ ਸਭ ਤੋਂ ਪਹਿਲਾਂ ਜਦੋਂ ਯੂਥ ਕਾਂਗਰਸ ਦਾ ਪ੍ਰਧਾਨ ਸੈਕਟਰੀ ਚੁਣਨ ਦੇ ਲਈ ਵੋਟਾਂ ਪਈਆਂ ਤਾਂ ਪੰਜਾਬ 'ਚ, ਉਹਦੇ ਤੋਂ ਬਾਅਦ ਜੇ ਆਹ ਐਕਸਪੈਰੀਮੈਂਟ ਕਰਨਾ ਸੀ ਕਿ ਭਾਈ ਭਾਵੇਂ ਐਮਐਲਏ ਚਾਹੁੰਦੇ ਆ ਕਿ ਨਹੀਂ ਚਾਹੁੰਦੇ, ਮੁੱਖ ਮੰਤਰੀ ਆਪਾਂ ਸਾਰੇ ਇੰਡੀਆ ਦੇ ਵਿੱਚ ਇੱਕ ਖਾਸ ਭਾਈਚਾਰੇ ਦੀਆਂ ਵੋਟਾਂ ਲੈਣ ਲਈ ਇੱਥੇ ਬਣਾਉਣਾ, ਬਣਾ ਦਿਓ। ਉਹਦੇ ਤੋਂ ਬਾਅਦ ਵੀ ਜੇ ਅਗਲਾ ਦਾਅਵੇਦਾਰ ਬਣਾਉਣਾ ਕਰ ਦਿਓ, ਕੈਪਟਨ ਸਾਹਿਬ ਨੂੰ ਲਾਉਣਾ ਲਾ ਦਿਓ, ਸਿੱਧੂ ਸਾਹਿਬ ਨੂੰ ਘਰੋਂ ਲਿਆ ਕੇ ਬਣਾਉਣਾ ਬਣਾ ਦਿਓ, ਜਾਖੜ ਸਾਹਿਬ ਨੂੰ ਜਦੋਂ ਮਰਜ਼ੀ ਕੁਰਸੀ ਤੋਂ ਚੱਕ ਦਿੱਤਾ, ਜਦੋਂ ਮਰਜ਼ੀ ਰੱਖ ਦਿੱਤਾ, ਠੀਕ ਹੈ। ਕਿਤੇ ਨਾ ਕਿਤੇ ਐਂ ਲੱਗਦਾ ਸੰਧਾਲੀਆ ਸਾਹਿਬ ਕਿ ਡਾਕਟਰ ਰਾਜਕੁਮਾਰ ਵੇਰਕਾ ਨੇ ਸਭ ਤੋਂ ਪਹਿਲਾਂ ਸਭ ਤੋਂ ਤਿੱਖੇ ਬਿਆਨ ਦਿੱਤੇ ਸੀ ਜਾਖੜ ਸਾਹਿਬ ਦੇ ਖਿਲਾਫ। ਹੁਣ ਉਹ ਕਹਿੰਦੇ ਜੀ ਬਾਕੀਆਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਾਖੜ ਸਾਹਿਬ ਦੇ ਇਕੱਲਿਆਂ ਦੇ ਖਿਲਾਫ ਕਿਉਂ? ਉਦੋਂ ਤਾਂ ਤੁਸੀਂ ਵੀ ਕਿਹਾ ਸੀ ਕਿ ਭਾਈ ਇਹਨਾਂ ਦੇ ਖਿਲਾਫ ਹੀ ਕਾਰਵਾਈ ਹੋਣੀ ਚਾਹੀਦੀ। ਮੈਨੂੰ ਨਹੀਂ ਲੱਗਦਾ ਡਾਕਟਰ ਰਾਜਕੁਮਾਰ ਵੇਰਕਾ ਨੇ ਕਦੇ ਕਿਸੇ ਦੇ ਹੋਰ ਦੇ ਖਿਲਾਫ ਕਾਰਵਾਈ ਮੰਗੀ ਹੈ, ਇਕੱਲੀ ਜਾਖੜ ਸਾਹਿਬ ਦੇ ਖਿਲਾਫ ਹੀ ਮੰਗੀ ਸੀ। ਦੂਸਰੀ ਗੱਲ, ਹੁਣ ਜੇ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਇਕੱਲੇ ਐਕਸਪੈਰੀਮੈਂਟ ਹੀ ਕਰਨੇ ਆ, ਪੱਛਮੀ ਬੰਗਾਲ 'ਚ ਬਥੇਰੇ ਕੀਤੇ ਕਾਂਗਰਸ ਸਾਫ, ਯੂਪੀ 'ਚ ਬਥੇਰੇ ਐਕਸਪੈਰੀਮੈਂਟ ਕੀਤੇ ਕਾਂਗਰਸ ਸਾਫ, ਜੋ ਰਾਜਸਥਾਨ ਦੇ ਵਿੱਚ ਹਾਲਾਤ ਨੇ ਭਵਿੱਖ ਦੇ ਵਿੱਚ ਕਾਂਗਰਸ ਹੋ ਸਕਦਾ ਸਾਫ, ਉੱਤਰਾਖੰਡ ਦੇ ਵਿੱਚ ਵੀ ਐਕਸਪੈਰੀਮੈਂਟ ਸੀ, ਸਭ ਤੋਂ ਵੱਡਾ ਬੰਦਾ ਲਿਆ ਕੇ ਪੰਜਾਬ ਦੇ ਵਿੱਚ ਇੰਚਾਰਜ ਬਣਾਤਾ, ਉਹਨੇ ਪੰਜਾਬ ਵੀ ਹਰਾਤਾ ਤੇ ਆਪਣੀ ਉੱਤਰਾਖੰਡ ਵਾਲੀ ਸੀਟ ਵੀ ਹਾਰ ਗਿਆ, ਮੁੱਖ ਮੰਤਰੀ ਦਾ ਦਾਅਵੇਦਾਰ ਬਣਦਾ ਸੀ। ਕਾਂਗਰਸ ਪਾਰਟੀ ਇੱਕ ਚੀਜ਼ ਬੜੀ ਚੰਗੀ ਤਰ੍ਹਾਂ ਸਮਝੇ, ਠੀਕ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਤੇਜ਼ ਤਰਾਰ ਲੀਡਰ ਨੇ, ਵਰਕਰ ਹੋ ਸਕਦਾ ਨਾਲ ਜੁੜ ਵੀ ਜਾਣ, ਪ੍ਰਤਾਪ ਸਿੰਘ ਬਾਜਵਾ ਪੁਰਾਣੇ ਨੇ, ਕਾਂਗਰਸ ਦੇ ਵਫਾਦਾਰ ਨੇ, ਉਹ ਇਸ ਵੇਲੇ ਚੁੱਪ ਕਰਕੇ ਚੱਲਦੇ ਆ, ਉਹ ਨਹੀਂ ਕਿਤੇ ਵੀ ਬੋਲਦੇ। ਪਰ 4 ਬੰਦੇ ਕਾਂਗਰਸ ਪਾਰਟੀ ਦੇ ਵਿੱਚ ਪੰਜਾਬ ਦੀ ਇਕਾਈ 'ਚ ਆਉਣ ਵਾਲੇ ਸਮੇਂ 'ਚ ਰੌਲੇ ਦਾ ਕਾਰਨ ਬਣ ਸਕਦੇ ਆ। 4 ਹੀ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨੇ। ਜਾਖੜ ਸਾਹਿਬ ਨੇ ਗੁੱਡ ਲੱਕ ਕਹਿਤੀ, ਉਹਨਾਂ ਨੇ ਵੀ ਕਹਿਤਾ ਜ਼ਮੀਰਾਂ ਵਾਲਿਆਂ ਦੇ ਸਿਰ ਕਲਮ ਹੋਣਗੇ, ਲਿਖ ਕੇ ਕਿਹਾ ਇਹ ਫੈਸਲਾ ਹੋਣ ਤੋਂ ਪਹਿਲਾਂ ਕਿ ਜ਼ਮੀਰਾਂ ਵਾਲਿਆਂ ਦੇ ਸਿਰ ਹੁਣ ਕਲਮ ਹੋਣਗੇ, ਤੇ ਨਾਲ ਸ਼ਾਇਰ ਦਾ ਨਾਂ ਲਿਖਿਆ। ਸੁਨੀਲ ਜਾਖੜ ਨੂੰ ਜੇ ਪਾਰਟੀ 'ਚੋਂ ਸਸਪੈਂਡ ਕੀਤਾ ਜਾਂਦਾ, ਅਹੁਦਾ ਤਾਂ ਕੋਈ ਵੀ ਨਹੀਂ, ਅਹੁਦਿਆਂ ਤੋਂ ਕਾਹਦਾ ਲਾਉਣਾ। ਹੁਣ ਜਾਖੜ ਸਾਹਿਬ ਹੈ ਤਾਂ ਲੀਡਰ ਵੱਡੇ ਨੇ, ਜੋ ਮਰਜ਼ੀ ਕਹਿ ਲਓ। ਦੂਸਰੇ ਨੰਬਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ, ਉਹ ਵੀ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਹੈ ਤੇ ਜਾਖੜ ਸਾਹਿਬ ਤੋਂ ਬਾਅਦ ਉਹਨਾਂ ਨੂੰ ਬਣਾਇਆ ਗਿਆ ਸੀ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਬੰਦਿਆਂ ਨੂੰ ਨਾਲ ਲੈ ਕੇ ਫਿਰਦੇ ਆ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਦੀਆਂ ਚੱਲਦੀਆਂ ਚੋਣਾਂ ਦੇ ਵਿੱਚੋਂ ਪਾਰਟੀ 'ਚੋਂ ਬਾਹਰ ਕੱਢਿਆ ਸੀ। ਇੱਕ ਵਾਰੀ ਵੀ ਸਿੱਧੂ ਸਾਹਿਬ ਨਵੇਂ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਕਿਸੇ ਪ੍ਰੋਗਰਾਮ ਦੇ ਵਿੱਚ ਸਾਂਝੇ ਤੌਰ ਤੇ ਨਜ਼ਰ ਨਹੀਂ ਆਏ। ਤੀਸਰੇ ਨੰਬਰ ਦੇ ਉੱਤੇ ਕਾਂਗਰਸ ਪਾਰਟੀ ਦੇ ਇੱਕ ਸਾਬਕਾ ਸੂਬਾ ਪ੍ਰਧਾਨ ਤੇ ਉਹਨਾਂ ਦਾ ਨਾਮ ਹੈ ਮਹਿੰਦਰ ਸਿੰਘ ਕੇਪੀ, ਮੈਂਬਰ ਪਾਰਲੀਮੈਂਟ ਰਹੇ, ਐਮਐਲਏ ਰਹੇ, ਮਿਨਿਸਟਰ ਰਹੇ। ਆਖਰੀ ਮੌਕੇ ਦੇ ਉੱਤੇ ਜਾ ਕੇ ਉਹਨਾਂ ਨੂੰ ਕਹਿੰਦੇ ਸੀ ਕਾਗਜ਼ ਦਾਖਲ ਕਰੋ, ਤੇ ਮੁੜ ਕੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਟਿਕਟ ਜਿਹੜੀ ਹੈ ਆਪਾਂ ਸਾਰਿਆਂ ਨੂੰ ਪਤਾ ਕਿ ਸੁਖਵਿੰਦਰ ਸਿੰਘ ਕੋਟਲੀ ਨੂੰ ਦਿੱਤੀ ਸੀ, ਉਹ ਤੋਂ ਇਲੈਕਸ਼ਨ ਜਿੱਤ ਵੀ ਗਏ। ਤੇ ਮਹਿੰਦਰ ਸਿੰਘ ਕੇਪੀ ਸਾਹਿਬ ਜਿਹੜੇ ਨੇ ਭਾਵੇਂ ਚੰਨੀ ਸਾਹਿਬ ਦੇ ਰਿਸ਼ਤੇਦਾਰ ਨੇ, ਪਰ ਇਹਦੇ ਬਾਵਜੂਦ ਵੀ ਉਹ ਤੀਸਰੇ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਹੈ। ਕਿ ਜੇ ਸਿੱਧੂ ਸਾਹਿਬ ਤੇ ਜਾਖੜ ਸਾਹਿਬ, ਕਿਉਂਕਿ ਸਿੱਧੂ ਸਾਹਿਬ ਨੇ ਮੁਲਾਕਾਤ ਕੀਤੀ ਹੈ ਪਿਛਲੇ ਦਿਨੀ, ਕੇਪੀ ਸਾਹਿਬ ਉਹਨਾਂ ਦੇ ਹਰ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਆ। ਇਹ 3 ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਹੈ ਤੇ ਇੱਕ ਚੌਥੇ ਵੀ ਹੈਗੇ ਆ। ਲੁਧਿਆਣੇ ਖੰਨੇ ਨੂੰ ਜਾਓ ਤਾਂ ਖੰਨੇ ਦੇ ਨੇੜੇ ਘਰ ਹੈ ਸ਼ਮਸ਼ੇਰ ਸਿੰਘ ਦੂਲੋ ਦਾ, ਰਾਜ ਸਭਾ ਦੇ ਮੈਂਬਰ ਕਾਂਗਰਸ ਨੇ ਬਣਾਇਆ ਸੀ ਤੇ ਉਹਨਾਂ ਨੂੰ ਬਣਾਉਣ ਵੇਲੇ ਹੰਸਰਾਜ ਹੰਸੂਰੀ ਗੁੱਸੇ ਵੀ ਹੋਏ ਸੀ। ਹੁਣ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਦੀ ਵੀ ਸਿੱਧੂ ਸਾਹਿਬ ਦੇ ਨਾਲ ਨੇੜਤਾ ਤਾਂ ਹੈਗੀ ਹੈ, ਉਹ ਵੀ ਬੰਦੇ ਬਾਰ-ਬਾਰ ਇਲਜ਼ਾਮ ਲਾਉਂਦੇ ਕਿ ਗਲਤ ਬੰਦਿਆਂ ਨੂੰ ਟਿਕਟਾਂ ਦਿੱਤੀਆਂ। ਸੋ ਸ਼ਮਸ਼ੇਰ ਸਿੰਘ ਦੂਲੋ, ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਮਹਿੰਦਰ ਸਿੰਘ ਕੇਪੀ, ਕਾਂਗਰਸ ਪਾਰਟੀ ਦੇ 4 ਸਾਬਕਾ ਪ੍ਰਧਾਨ ਸਾਹਮਣੇ ਬਿਲਕੁਲ ਨਹੀਂ ਨਜ਼ਰ ਆਉਂਦਾ ਕਿ ਵੱਖਰਾ ਫੋਰਮ ਬਣਾਉਣਗੇ। ਪਰ ਜਿਸ ਤਰੀਕੇ ਇਹਨਾਂ ਦੀਆਂ ਨਾਰਾਜ਼ਗੀਆਂ, ਜਿਸ ਤਰੀਕੇ ਇਹ ਬੋਲੇ ਆ, ਜਿਸ ਤਰੀਕੇ ਦੀ ਸਰਗਰਮੀ ਕਰ ਰਹੇ ਆ, ਜੇ ਕਿਤੇ ਇਕੱਠੇ ਹੋ ਕੇ ਇੱਕ ਵੱਖਰੇ ਤਰ੍ਹਾਂ ਦਾ ਧੜਾ ਜਿਹਾ ਬਣਾ ਲਿਆ ਤੇ ਫਿਰ ਰਾਜਾ ਵੜਿੰਗ ਸਾਹਿਬ ਦੇ ਲਈ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੇ ਲਈ ਪਹਿਲਾਂ ਹੀ ਡਿੱਗੀ ਪਈ, ਸਾਹ-ਸਤਹੀਣ ਪਈ ਹੋਈ ਕਾਂਗਰਸ ਨੂੰ ਉੱਪਰ ਚੁੱਕਣਾ ਔਖਾ ਹੋ ਜਾਊਗਾ। ਮਤਲਬ ਕੋਲ ਮਿਲਾ ਕੇ ਆਪਾਂ ਜੇ ਦੇਸੀ ਭਾਸ਼ਾ ਸਮਝਾਉਣਾ ਚਾਹੀਏ ਨਾ, ਤੇ ਵੀ ਕਾਂਗਰਸ ਪਾਰਟੀ ਲੂਣਦਾਨੀ ਵਰਗੀ ਬਣੀ ਪਈ ਹੈ ਜੀ,
ਵੀ ਜਿਹੜੀ ਬਾਹਰੋਂ ਦੇ ਵੇਖਣ ਨੂੰ ਜਾਪਦਾ ਇੱਕ ਹੈ, ਤੇ ਜਦੋਂ ਢੱਕਣ ਖੋਲੀ ਤਾਂ ਨਾਲ ਹੀ ਨਿੱਕੀਆਂ ਨਿੱਕੀਆਂ ਖਾਨੀਆਂ ਨਜ਼ਰ ਆਉਂਦੀਆਂ ਵੀ ਯਾਰ ਮਿਰਚਾਂ ਵਾਲੀ ਵਾ, ਲੂਣ ਵਾਲੀ ਵਾ, ਫਲਾਨੀ। ਨਹੀਂ, ਉਹ ਕਈ ਵਾਰੀ ਹਲਦੀ ਲੂਣ 'ਚ ਵੀ ਪਈ ਹੁੰਦੀ ਥੋੜੀ ਜਿਹੀ। ਸੋ ਉਹ ਜਿਹੜੀ ਲੂਣਦਾਨੀ ਇਸ ਵਕਤ ਬਣ ਚੁੱਕੀ ਹੈ ਕਾਂਗਰਸ ਪਾਰਟੀ, ਇਹ ਜ਼ਰੂਰ ਕਿਤੇ ਨਾ ਕਿਤੇ ਬਹਿ ਕੇ ਸੋਚਣ ਠੰਡੇ ਦਿਮਾਗ ਨਾਲ ਕਿ ਮਹਾਰਾਜ ਇਹਨੂੰ ਦੁਬਾਰਾ ਘੜ ਕੇ ਬਣਾਉਣ ਦੀ ਲੋੜ ਹੈ। ਕਿਉਂਕਿ ਜਦੋਂ ਤਾਂ ਪਿਛਲੇ ਦਿਨੀ ਜਦੋਂ ਤਾਜਪੋਸ਼ੀ ਹੁੰਦੀ ਆ ਰਾਜਾ ਵੜਿੰਗ ਸਾਹਿਬ ਦੀ ਜੀ, ਤਾਂ ਉਦੋਂ ਉਹ ਗੱਲ ਕਰਦੇ ਆ ਵੀ 150 ਸਾਲ ਪੁਰਾਣੀ ਪਾਰਟੀ। ਹੁਣ ਜੇ ਮੰਨ ਲਓ ਵੀ 1.5 ਸਦੀ ਪੁਰਾਣੀ ਪਾਰਟੀ ਹੋਵੇ ਤੇ ਅੱਜ ਦੀ ਡੇਟ ਦੇ ਵਿੱਚ ਵੀ 1.5 ਦਰਜਨ ਬੰਦੇ ਵੀ ਆਪਸ 'ਚ ਇਕੱਠੇ ਬਹਿ ਕੇ ਨਾ ਗੱਲਬਾਤ ਕਰਦੇ ਹੋਣ, ਤੇ ਜ਼ਰੂਰ ਕਿਤੇ ਨਾ ਕਿਤੇ ਵਿਚਾਰਨ ਦੀ ਲੋੜ ਆ। ਦੇਖੋ ਇਸੇ ਦੇ ਚੀਜ਼ ਦੇ ਵਿੱਚ ਇੱਕ ਚੀਜ਼ ਹੋਰ ਐਡ ਹੋ ਗਈ, ਪਿਛਲੇ ਦਿਨੀ ਬੜੀ ਚਰਚਾ ਸੀ, ਪ੍ਰਸ਼ਾਂਤ ਕਿਸ਼ੋਰ ਸਾਹਿਬ ਕਾਂਗਰਸ ਪਾਰਟੀ ਚਾਹੁੰਗੇ ਜੀ। ਮੈਂ ਉਦੋਂ ਵੀ ਵਾਰ-ਵਾਰ ਕਹਿੰਦਾ ਹਾਂ ਵੀ ਮੈਨੂੰ ਨਹੀਂ ਲੱਗਦਾ ਪ੍ਰਸ਼ਾਂਤ ਕਿਸ਼ੋਰ ਸਾਹਿਬ ਕਾਂਗਰਸ ਪਾਰਟੀ ਚਾਹੁਣ, ਪਤਾ ਨਹੀਂ ਕਿੱਥੋਂ ਆਖੀ ਜਾਂਦੇ ਆ। ਲੌਜਿਕ ਮੇਰਾ ਇਹ ਸੀ ਵੀ ਬੰਦੇ ਦੀ ਦੁਕਾਨਦਾਰੀ ਚੱਲਦੀ ਹੈ, ਤੇ ਦੁਕਾਨਦਾਰੀ ਬੜੀ ਵਧੀਆ ਵੀ ਉਹ ਕਹਿੰਦੇ ਵਾਟ ਸਾਹਿਬ ਮੈਂ ਇਲੈਕਸ਼ਨ ਜਿੱਤਣੀ, ਉਹ ਕਹਿੰਦੇ ਕੋਈ ਨਹੀਂ ਜਿਤਾ ਦੇਗੇ, ਇੰਨੇ ਪੈਸੇ ਦੇ ਦਿਓ, ਇੱਥੇ ਰੱਖ ਦਿਓ, ਇੱਥੇ ਰੱਖ ਦਿਓ। ਵਾਟ ਸਾਹਿਬ ਨੇ ਦੇ ਦਿਓ, ਉਧਰ ਕੰਮ ਆ ਗਿਆ। ਅਗਲੀ ਨਾ ਮੈਂ ਪ੍ਰਸ਼ਾਂਤ ਕਿਸ਼ੋਰ ਸਾਹਿਬ ਯਾਰ ਹੁਣ ਇਲੈਕਸ਼ਨ ਮੈਂ ਜਿੱਤਣੀ ਹੋਏ, ਤੁਸੀਂ ਸੁੱਟੋ ਪੈਸੇ ਮਾਰੇ, ਆਪਾਂ ਤੁਹਾਡੇ ਲਾ ਜਾਂਦੇ ਹਾਂ। ਉਦੋਂ ਬਾਅਦ ਇਹ ਸਾਰਾ ਕੰਮ ਚੱਲਦਾ ਰਿਹਾ। ਦੇਸ਼ ਦੀਆਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੂੰ ਵੱਖ-ਵੱਖ ਸਟੇਟਾਂ 'ਚ ਉਹਨਾਂ ਨੇ ਜਿਤਾਇਆ, ਸਪੋਰਟ ਵੀ ਕੀਤੀ। ਈਵਨ ਪੰਜਾਬ 'ਚ ਵੀ ਇੱਕ ਵਾਰ ਕਾਂਗਰਸ ਪਾਰਟੀ ਨੂੰ ਜਿਤਾ ਚੁੱਕੇ, ਕੈਪਟਨ ਸਾਹਿਬ ਦੀ ਆਪਾਂ ਗੱਲ ਕਰਦੇ। ਉਦੋਂ ਬਾਅਦ ਵੀ ਲਿਆਏ ਸੀ ਪੰਜਾਬ ਦੇ ਵਿੱਚ ਕੈਪਟਨ ਸਾਹਿਬ, ਜਦੋਂ 1 ਰੁਪਈਆ ਤਨਖਾਹ ਦੇਣੀ ਸੀ ਉਹ ਛੱਡ ਕੇ ਚੱਲ ਗਏ। ਫਿਰ ਕਹਿੰਦੇ ਨਹੀਂ ਪੰਜਾਬ 'ਚ ਨਹੀਂ, ਹੁਣ ਉਹਨਾਂ ਨੇ ਕੇਂਦਰ 'ਚ ਕੰਮ ਕਰਨਾ, ਤੇ ਹੋ ਸਕਦਾ ਪ੍ਰਸ਼ਾਂਤ ਕਿਸ਼ੋਰ ਸਾਹਿਬ ਜੀ ਕਾਂਗਰਸ ਪਾਰਟੀ ਜੁਆਇਨ ਕਰ ਲੈਣ। ਉਹਨਾਂ ਨੇ ਹੁਣ ਬੜੇ ਪਿਆਰ ਸਤਿਕਾਰ ਨਾਲ ਕਹਿ ਦਿੱਤਾ ਵੀ ਵੀਰ ਮੇਰੇ, ਮੇਰਾ ਕੋਈ ਮਨ ਨਹੀਂ ਤੁਹਾਡੀ ਪਾਰਟੀ ਜੁਆਇਨ ਕਰਨ ਦਾ, ਮੇਰਾ ਕੋਈ ਮਨ ਨਹੀਂ ਤੁਹਾਡੀਆਂ ਇਲੈਕਸ਼ਨਾਂ ਜਿਤਾਉਣ ਦਾ। ਮੇਰੀ ਮੰਨੋ ਤੇ ਤੁਸੀਂ ਪਹਿਲਾਂ ਜਿਹੜਾ ਆਪਣਾ ਲੀਡਰਸ਼ਿਪ ਵਾਲਾ ਪ੍ਰੋਬਲਮ ਵਾਲਾ ਕੰਮ ਹੈ ਨਾ, ਮਤਲਬ ਉਹੀ ਪੰਜਾਬੀ ਵਾਲੀ ਵੀ ਲੂਣਦਾਨੀ ਜਿਹੜੀ ਬਾਹਰੋਂ ਤੁਹਾਨੂੰ ਜਾਪਦੀ ਵੇਖ ਕੇ ਆ, ਇਹਦੀਆਂ ਡੱਬੀਆਂ ਚੈੱਕ ਕਰੋ ਵੀ ਕਿਹਦੇ 'ਚ ਮਿਰਚ ਮਸਾਲਾ ਘੱਟ ਵੱਧ ਆ, ਮੈਨੂੰ ਤੁਸੀਂ ਲਾਂਭੇ ਕਰ ਦਿਓ। ਦੇਖੋ ਸੰਧਾਲੀਆ ਸਾਹਿਬ, ਪਿਛਲੇ 15 ਦਿਨਾਂ ਦੇ ਵਿੱਚ 4 ਵਾਰੀ ਮੀਟਿੰਗ ਹੋਈ ਜਿਹੜੀ ਕਾਂਗਰਸ ਪਾਰਟੀ ਦੀ ਉੱਪਰਲੀ ਕੋਰ ਕਮੇਟੀ ਹੈ, ਕਿਉਂਕਿ ਉਹ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੇ ਬਾਬਤ ਰਾਏ ਬਣਦੀ ਸੀ ਕਿ ਜੇ ਉਹ ਕਾਂਗਰਸ ਪਾਰਟੀ ਦੇ ਵਿੱਚ ਚਲੇ ਜਾਣ ਤਾਂ ਸ਼ਾਇਦ 2 ਸਾਲ ਪਹਿਲਾਂ ਹੀ ਹੁਣ ਸਟਾਰਟ ਕਰ ਦੇਣ 2024 ਦੀ ਲੋਕ ਸਭਾ ਚੋਣ ਦੇ ਲਈ। ਉਹ ਕਾਂਗਰਸ ਪਾਰਟੀ ਨੂੰ ਪਤਾ ਹੈ ਕਿ ਐਤਕੀ ਜੇ 50 ਆ ਤਾਂ ਅਗਲੇ ਵਾਰੀ 60 ਹੋ ਜਾਣਗੀਆਂ, 70 ਤਾਂ ਹੋਣ ਨਹੀਂ ਲੱਗੀਆਂ ਸੀਟਾਂ। ਕਿੰਨੀ ਕੁ ਦੇਰ ਸੱਤਾ 'ਚੋਂ ਬਾਹਰ ਰਹਿਣਾ, ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਮੁਕਾਬਲਾ ਕਰਨਾ, ਇਹਨਾਂ ਸਥਿਤੀਆਂ 'ਚ ਔਖਾ। 23 ਬੰਦੇ ਪਹਿਲੇ ਮੂੰਹ ਵੱਟ ਕੇ ਬੈਠੇ ਆ। ਤੁਸੀਂ ਦੇਖੋ ਕਿ 1 ਸਾਲ ਪਿੱਛੇ ਚੱਲੀਏ, 1 ਸਾਲ ਪਹਿਲਾਂ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੀ ਚਰਚਾ ਚੱਲੀ ਸੀ, ਉਹ ਬੰਦਾ ਉਦੋਂ ਵੀ ਮਨਾ ਕਰ ਗਿਆ। ਗੱਲ ਤਾਂ ਉਹਦੀ ਬੰਦੇ ਦੀ ਚੱਲਦੀ ਸੀ, ਉਹਨੇ ਖੁਦ ਟਵੀਟ ਕਰਕੇ ਦੱਸਿਆ ਕਿ ਮੈਂ ਸ਼ਾਮਲ ਨਹੀਂ ਹੋ ਰਿਹਾ। 600 ਪੰਨਿਆਂ ਦੀ ਪ੍ਰੈਜੈਂਟੇਸ਼ਨ ਦਿੱਤੀ ਕਿ ਤੁਸੀਂ ਉੱਤਰ ਪ੍ਰਦੇਸ਼ 'ਚ ਇਕੱਲੇ ਚੋਣ ਲੜੋ, ਤੁਸੀਂ ਪੱਛਮੀ ਬੰਗਾਲ 'ਚ ਇਕੱਲੇ ਚੋਣ ਲੜੋ, ਤੁਸੀਂ ਮਹਾਰਾਸ਼ਟਰ 'ਚ ਗੱਠਜੋੜ ਕਰੋ, ਤੁਸੀਂ ਤਾਮਿਲਨਾਡੂ 'ਚ ਗੱਠਜੋੜ ਕਰੋ, ਉੱਥੇ ਇਸ ਤਰ੍ਹਾਂ ਦੇ ਬੰਦੇ ਲਿਆਓ। ਉਹ ਬੰਦੇ ਨੇ ਪੂਰੀ ਪ੍ਰੈਜੈਂਟੇਸ਼ਨ ਦਿੱਤੀ। ਹੁਣ ਚਰਚਾ ਜਿਹੜੀ ਚੱਲਦੀ ਹੈ ਅੰਦਰ ਖਾਤੇ ਪਤਾ ਲੱਗਾ ਕਿ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਸੋਨੀਆ ਗਾਂਧੀ ਦੇ ਥੱਲੇ 7-8 ਬੰਦਿਆਂ ਦਾ ਇੱਕ ਗਰੁੱਪ ਹੈ ਜਿਹੜੇ ਕਿ ਬਹੁਤੇ ਫੈਸਲੇ ਕਰਦੇ ਆ ਤੇ ਆਖਰੀ ਮੋਹਰ ਗਾਂਧੀ ਪਰਿਵਾਰ ਲਾਉਂਦਾ ਹੈ। ਕਿਹਾ ਜਾ ਰਿਹਾ ਸੀ ਪ੍ਰਸ਼ਾਂਤ ਕਿਸ਼ੋਰ ਨੂੰ ਕਿ ਆਪਣੀ ਕੰਪਨੀ ਛੱਡ, ਕਿਸੇ ਹੋਰ ਪਾਰਟੀ ਨੂੰ ਕਿਸੇ ਤਰ੍ਹਾਂ ਦੀ ਸਰਵਿਸ ਨਹੀਂ ਦੇਣੀ, ਜਿਹੜੀ ਤੁਸੀਂ ਗੱਲ ਆਖੀ ਹੈ। ਤੇ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਵਿੱਚ ਤੈਨੂੰ 7 ਦੇ ਵਿੱਚ 8ਵਾਂ ਸ਼ਾਮਲ ਕਰ ਲੈਣੇ ਆ, ਕਿ ਤੁਸੀਂ 8 ਜਾਣੇ ਸਲਾਹ ਕਰਕੇ ਤੂੰ ਆਪਦੀ ਗੱਲ ਦੱਸ ਦਿਆ ਕਰ, ਉਹਨਾਂ ਨੂੰ ਨਾਲ ਸਹਿਮਤ ਕਰਕੇ ਆਪਾਂ ਅੱਗੇ ਚੱਲ ਲੈਂਦੇ ਆ। ਉਹ ਕਹਿੰਦਾ ਨਾ, ਸ਼ਾਮਲ ਮੈਂ ਹੋ ਜਾਊਂ, ਕੰਪਨੀ ਵੀ ਭੰਗ ਕਰ ਦਊਂ, ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਹੈ ਕਿ ਭਾਈ ਉਹ 7 ਦਾ ਮੈਂ ਹੈੱਡ ਬਣੂੰਗਾ, ਮੈਂ ਸਿੱਧੀ ਰਿਪੋਰਟਿੰਗ ਸੋਨੀਆ ਗਾਂਧੀ ਨੂੰ ਕਰੂੰਗਾ, ਮੈਂ ਉਹਨਾਂ 7 ਤੋਂ ਪ੍ਰਵਾਨਗੀ ਨਹੀਂ ਲੈਣੀ। ਜੇ ਉਹਨਾਂ 7 ਤੋਂ ਪ੍ਰਵਾਨਗੀ ਲੈਣੀ ਹੈ ਤੁਸੀਂ ਲਈ ਜਾਓ, ਕਾਂਗਰਸ ਪਾਰਟੀ ਦਾ ਹਾਲ ਕੀ ਹੈ ਤੁਹਾਨੂੰ ਪਤਾ ਹੈ। ਦੂਸਰਾ, ਉਹਨੇ ਇੱਕ ਸੁਝਾਅ ਦਿੱਤਾ ਸੀ ਕਿ ਚਾਹੇ ਕੋਈ ਸੂਬੇ ਦਾ ਪ੍ਰਧਾਨ ਹੈ, ਚਾਹੇ ਕੋਈ ਕੇਂਦਰੀ ਕਾਂਗਰਸ ਦੇ ਵਿੱਚ ਅਹੁਦੇਦਾਰ ਹੈ, 3 ਸਾਲ ਤੋਂ ਵੱਧ ਨਹੀਂ, ਉਹ 3 ਸਾਲ ਕੰਮ ਕਰੇ, ਮੁੜ ਕੇ ਅਗਲੇ 3 ਸਾਲ ਉਹ ਜ਼ਿੰਮਾ ਕਿਸੇ ਹੋਰ ਨੂੰ ਦਿੱਤਾ ਜਾਵੇ ਤੇ ਉਹਨੂੰ ਕਹੇ ਕਿ ਤੂੰ ਹੁਣ ਥੱਲੇ ਕੰਮ ਕਰ ਭਾਈ। ਹੁਣ ਬਹੁਤੇ ਬੰਦਿਆਂ ਨੂੰ ਤਾਂ 23 ਸਾਲ ਹੋ ਗਏ, ਇੱਕੋ ਅਹੁਦੇ ਤੇ ਹੈ, ਜਨਰਲ ਸਕੱਤਰ ਹੀ ਹੈ, ਇੰਚਾਰਜ ਹੀ ਹੈ, ਰਾਜ ਸਭਾ ਦਾ ਮੈਂਬਰ ਹੀ ਹੈ। ਉਹ ਪੱਕੇ ਹੀ ਅੱਜ ਦਾ ਬੈ ਕੀਤੀ ਹੁੰਦੀ ਉਹਨਾਂ ਨੇ ਕਾਂਗਰਸ। ਉੱਥੇ ਫਿਰ ਜਿੰਨਿਆਂ ਕੁ ਤੋਂ ਪ੍ਰਵਾਨਗੀ ਬੀਬੀ ਸੋਨੀਆ ਗਾਂਧੀ ਨੇ ਪੁੱਛਣੀ, ਸਾਰੇ ਲੈ ਬੀਬੀ ਜੀ ਇਹ ਕਿੱਦਾਂ। ਤੇ ਕਈਆਂ ਨੇ ਵੀ ਕਹਿਤਾ ਹੋਣਾ ਕਿ ਬੀਬੀ ਜੀ ਜੇ ਆਹ ਫਾਰਮੂਲਾ ਲਾਗੂ ਹੋ ਗਿਆ ਸਭ ਤੋਂ ਪਹਿਲਾਂ ਕੁਰਸੀ ਤੁਹਾਡੀ ਜਾਣੀ। ਇਸ ਕਰਕੇ ਬਹੁਤੇ ਕਾਂਗਰਸੀ ਕਹਿੰਦੇ ਫਿਰ ਤੁਸੀਂ ਪ੍ਰਸ਼ਾਂਤ ਕਿਸ਼ੋਰ ਤੋਂ ਕੰਮ ਕਰਾ ਲਓ। ਉਹ ਕਹਿੰਦਾ ਚਲੋ ਇਦਾਂ ਐਂ ਕਰ ਲਓ, ਤੁਸੀਂ 2024 ਜਿੱਤ ਲਓ ਪਹਿਲਾਂ। ਨਹੀਂ, ਪਰ ਦੇਖੋ ਕਾਰਨ ਹੈ ਵੀ ਬੰਦਾ ਕਾਰੋਬਾਰੀ ਹੈ, ਬੰਦਾ ਵਪਾਰੀ ਜੀ, ਉਹਨੇ ਆਪਣਾ ਵਪਾਰ ਕਾਰੋਬਾਰ ਦੇਖਣਾ, ਉਹਨੂੰ ਜਾਪਿਆ ਵੀ ਇਸ ਚੱਕਰ 'ਚ ਆਪਾਂ ਪੈਣਾ ਹੀ ਕਿਉਂ ਆ। ਇੱਕ ਤੇ ਹੁੰਦਾ ਨਾ ਵੀ ਦੇਖੋ ਕਾਰਨ ਆ ਵੀ ਕਿਸੇ ਵੇਲੇ ਬੰਦਾ ਹੁੰਦਾ ਵੀ ਯਾਰ ਆਪਾਂ ਨਾ ਹੁਣ ਇਹ ਘੋੜੇ ਭਜਾਉਣੇ ਆ ਤੇ ਇਹਨੂੰ ਦਾਲ ਆਈਏ ਕਿੱਦਾਂ। ਤੇ ਜਿਹੜਾ ਬੰਦਾ ਉੱਤੇ ਹੁਣ ਮੰਨ ਲਓ ਵੀ ਚੰਗਾ ਦਾਲ ਲਾਉਣ ਵਾਲਾ ਬੰਦਾ, ਉਹ ਤੇ ਦੇਖਦੇ ਆ ਵੀ ਯਾਰ ਇਹਦੇ ਅੱਗੇ ਥੋੜਾ ਲੰਘ ਜਾ ਮਾਰਦਾ ਘੋੜਾ ਤੇ ਮੈਂ ਇਹ ਤੇ ਲਾਈ ਜਾਵਾਂ ਪੈਸੇ ਤੇ ਉਹਦਾ ਫਾਇਦਾ ਕੀ। ਜੀ, ਹੁਣ ਹੋ ਸਕਦਾ ਪ੍ਰਸ਼ਾਂਤ ਕਿਸ਼ੋਰ ਸਾਹਿਬ ਨੇ ਦੇਖਿਆ ਵੀ ਆਪਸ਼ਨਾਂ ਕਿੰਨੀਆਂ,
ਚਲੋ ਬਾਕੀ ਪੋਲੀਟੀਕਲ ਪਾਰਟੀਆਂ ਤਾਂ ਹੈਗੀਆਂ ਹੀ ਹੈਗੀਆਂ ਸੀ। ਆ ਜਿੱਦਣ ਦਾ ਆਮ ਆਦਮੀ ਪਾਰਟੀ ਵਾਲਿਆਂ ਨੇ ਪੰਜਾਬ ਜਿੱਤਿਆ ਉਦੋਂ ਦੀ ਅੱਡੀ ਉਹਨਾਂ ਦੀ ਵੀ ਨਹੀਂ ਲੱਗਦੀ, ਕਦੀ ਹਿਮਾਚਲ ਨੂੰ, ਕਦੀ ਹੋਰ ਨੂੰ, ਕਦੀ ਉੱਧਰ ਨੂੰ, ਕਦੀ ਉੱਧਰ ਨੂੰ। ਚਰਚਾ ਤਾਂ ਉਹਨਾਂ ਦੀ ਵੀ ਚੱਲਦੀ ਹੈ। ਕਿਸੇ ਵੇਲੇ ਹੁੰਦਾ ਨਾ ਵੀ ਉਹ ਕਹਿੰਦੇ ਚਲੋ ਬਾਕੀ ਠੀਕ ਹੈ ਯਾਰ, ਇੱਕ ਤਾਂ ਪਹਿਲਾਂ ਪੁਰਾਣੀ ਬੱਸ ਸੀ, ਇਹਦੇ ਸਵਾਰੀ ਕੋਈ ਨਹੀਂ ਚੜ੍ਹਦੀ, ਕਹਿੰਦੇ ਨਵੀਂ ਇੱਕ ਆਈ ਇਹਨਾਂ ਨੇ ਨਾਲੇ ਵੀਡੀਓ ਕੋਚ ਲਿਖਿਆ, ਨਾਲੇ ਪਾਪੂ ਵਾਲੇ ਹਾਰਨ ਲਾਏ ਆ। ਇਹ ਕਹਿੰਦੇ ਵੀ ਆਓ ਮਹਾਰਾਜ ਆਪਾਂ 2 ਰੁਪਏ ਘੱਟ ਕਿਰਾਇਆ ਵੀ ਲੈ ਲਾਂਗੇ, ਚੜ੍ਹੋ ਇੱਥੇ, ਸਵਾਰੀ ਵਧੋ ਵਧੀ ਉੱਧਰ ਨੂੰ ਜਾਂਦੀ। ਹੁਣ ਕਾਰਨ ਇਹ ਆ ਵੀ ਦੇਖੋ ਕਾਂਗਰਸ ਪਾਰਟੀ ਨੇ ਉਹਨਾਂ ਦੀ ਨਹੀਂ ਮੰਨੀ, ਅਗਲੇ ਨੇ ਵੇਖਿਆ ਵੀ ਮੈਂ ਆਪਣਾ ਕੰਮ ਰਾਹ ਪਾਸੇ ਹੋ ਜਾਣਾ, ਉਹਦੇ ਕੋਲੇ ਆਪਸ਼ਨਾਂ ਦੀ ਕਮੀ ਕੋਈ ਨਹੀਂ, ਇੱਕ ਨਹੀਂ ਤਾਂ ਦੂਜੀ, ਦੂਜੀ ਨਹੀਂ ਤਾਂ ਤੀਜੀ, ਤੀਜੀ ਨਹੀਂ ਤਾਂ ਚੌਥੀ ਪਾਰਟੀ ਨੇ ਲੱਭ ਜਾਣਾ। ਪਰ ਇਹ ਸਾਰੇ ਕੁਛ ਜੇ ਆਪਾਂ ਇਹ ਲੱਭੀਏ ਵੀ ਕਾਂਗਰਸ ਪਾਰਟੀ ਨੂੰ ਕੋਈ ਫਾਇਦਾ ਹੋ ਗਿਆ, ਉਹ ਜਮਾ ਘਟਾਓ 'ਚ ਮੈਨੂੰ ਬਰਾਬਰ ਜ਼ੀਰੋ ਯਾਦ। ਨਹੀਂ ਆ ਭੁਲੇਖਾ ਤੁਹਾਡਾ। ਅੱਛਾ, ਇੱਥੇ ਮਾਰ ਖਾਣੇ ਤੁਸੀਂ, ਨਹੀਂ ਤਾਂ ਪ੍ਰਸ਼ਾਂਤ ਕਿਸ਼ੋਰ ਨਾ ਹੁੰਦੇ। ਤੁਸੀਂ ਸਮਝਾ ਦਿਓ। ਮੈਂ ਲੱਗਾ ਸਮਝਾਉਣ। ਸੰਧਾਲੀਆ ਸਾਹਿਬ ਤੁਸੀਂ ਦੇਖੋ 2 ਸੀਟਾਂ ਯੂਪੀ 'ਚੋਂ ਜਿੱਤੀਆਂ ਹੀ ਨਹੀਂ ਜਿੱਤੀਆਂ। ਉਹ ਤੇਰਾ ਭਲਾ ਜੀ। ਉੱਤਰਾਖੰਡ ਦੇ ਵਿੱਚ, ਉੱਤਰਾਖੰਡ 'ਚ ਸਰਕਾਰ ਹੀ ਨਹੀਂ ਬਣੀ, ਕਿਉਂਕਿ ਪਹਿਲਾਂ ਵੀ ਨਹੀਂ ਸੀਗੀ। ਉਹ ਕਹਿੰਦੇ ਆਈ ਤਾਂ ਆ ਪੰਜਾਬ 'ਚ ਹੀ ਮਰ ਜਾ ਨੁਕਸਾਨ ਹੋਇਆ, 78 ਤੋਂ 18 ਦੇ ਆਏ, ਕਿੰਨਾ ਕੁ ਫਰਕ ਕਿਤੇ ਪੈ ਗਿਆ? ਕੁਛ ਵੀ ਨਹੀਂ। ਤੁਸੀਂ ਹੋਰ ਦੇਖੋ, ਆਮ ਆਦਮੀ ਪਾਰਟੀ ਨੂੰ ਕਿਸੇ ਪਾਸੇ ਨਹੀਂ ਗਿਣਦੇ, ਮੈਂ ਕਹਿੰਦਾ ਨਾ ਗਿਣੋ। ਦਿੱਲੀ 'ਚ ਸਰਕਾਰ ਬਣੀ ਸੀ, ਪੰਜਾਬ 'ਚ ਸਰਕਾਰ ਬਣੀ, ਉਹ 2 ਸੀਟਾਂ ਗੋਆ 'ਚ ਜਿੱਤ ਗਏ। ਤੁਸੀਂ ਦੇਖੋ ਕਿ ਦਿੱਲੀ ਕਿੱਥੇ ਆ, ਪੰਜਾਬ ਕਿੱਥੇ ਆ, ਥੱਲੇ ਭਾਰਤ ਦੇ ਨਕਸ਼ੇ ਦੇ ਹਿਸਾਬ ਨਾਲ ਗੋਆ ਕਿੱਥੇ ਆ। ਹੋਰ ਤੁਸੀਂ ਦੇਖੋ ਅੱਗੇ ਅਸਾਮ, ਉਹ ਪਰਲੇ ਪਾਸੇ ਬੰਗਾਲ ਟੱਪ ਕੇ ਆ ਅਸਾਮ। ਸਭ ਤੋਂ ਵੱਡਾ ਸ਼ਹਿਰ ਗੁਹਾਟੀ ਹੁੰਦਾ ਨਾ, ਕਿ ਪੰਜਾਬ ਦੇ ਟਰੱਕਾਂ ਤੇ ਆਮ ਹੀ ਲਿਖਿਆ ਹੁੰਦਾ ਪੰਜਾਬ ਤੋਂ ਗੁਹਾਟੀ, ਲੁਧਿਆਣਿਓਂ ਗੁਹਾਟੀ, ਅੰਮ੍ਰਿਤਸਰੋਂ ਗੁਹਾਟੀ। ਉਹ ਗੁਹਾਟੀ ਸ਼ਹਿਰ ਦੇ ਵਿੱਚ ਨਿਗਮ ਚੋਣਾਂ ਹੋਈਆਂ 2 ਦਿਨ ਪਹਿਲਾਂ, ਮੇਰਾ ਖਿਆਲ ਆ 60 ਸੀਟਾਂ। ਅਸਾਮ ਗਣ ਪ੍ਰੀਸ਼ਦ ਉੱਥੋਂ ਦੀ ਬਹੁਤ ਵੱਡੀ ਸਿਆਸੀ ਪਾਰਟੀ ਹੈ ਤੇ ਭਾਜਪਾ ਨਾਲ ਉਹਦਾ ਗੱਠਜੋੜ ਹੈ। ਹੁਣ 60 ਦੇ ਵਿੱਚੋਂ 58 ਸੀਟਾਂ ਭਾਜਪਾ ਤੇ ਅਸਾਮ ਗਣ ਪ੍ਰੀਸ਼ਦ ਦਾ ਗੱਠਜੋੜ ਜਿੱਤ ਗਿਆ। ਮੁਕਾਬਲਾ ਤਾਂ ਕੋਈ ਨਹੀਂ। ਉੱਥੇ ਕਾਂਗਰਸ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ, ਆਮ ਆਦਮੀ ਪਾਰਟੀ 1 ਸੀਟ ਜਿੱਤ ਗਈ। ਤੁਸੀਂ ਇਹ ਦੇਖੋ ਕਿ ਉਹ ਅਸਾਮ ਜਿੱਥੇ ਕਦੇ ਕਾਂਗਰਸ ਦੀ ਤੂਤੀ ਬੋਲਦੀ ਹੁੰਦੀ ਸੀ, ਇਹ ਮਾੜਾ ਮੋਟਾ ਬੈਠਣ ਤਾਂ ਸਹੀ, ਚਿੰਤਨ ਤਾਂ ਕਰਨ, ਐਨਾਲਿਸਿਸ ਤਾਂ ਕਰਨ ਕਿ ਭਾਈ ਕਹਾਣੀ ਕੀ ਹੈ। ਉਹ ਦਿੱਲੀੋਂ ਜੋ ਆ ਕੇ ਗੁਹਾਟੀ ਦੇ ਵਿੱਚ 1 ਸੀਟ ਕੱਖ ਵੀ ਨਹੀਂ ਗਈ 60 ਦੇ ਵਿੱਚੋਂ, ਪਰ ਉਹਨਾਂ ਨੇ ਖਾਤਾ ਖੋਲਿਆ, ਤੁਸੀਂ ਜ਼ੀਰੋ ਹੋ ਗਏ। ਕਿਤੇ ਨਾ ਕਿਤੇ ਦੇਖੋ ਤਾਂ ਸਹੀ ਕਿ ਕੌਣ ਕਿੱਧਰ ਨੂੰ ਤੁਰਿਆ। ਇਹ ਮਾੜਾ ਮੋਟਾ ਨਾ ਉਹ ਹੁੰਦਾ ਨਾ ਨਾਰਥ ਈਸਟ ਵੈਸਟ ਸਾਊਥ ਜਿਹਾ, ਕੀ ਕਹਿੰਦੇ ਉਹਨੂੰ, ਕੰਪਾਸ ਜਿਹਾ, ਉਹ ਦਿਸ਼ਾ ਸੂਚਕ ਜੰਤਰ, ਜਿਹੜਾ ਦਿਸ਼ਾ ਦੱਸੂ ਜੰਤਰ ਹੁੰਦਾ, ਉਹ ਮੜ ਜਾ ਲਾ ਕੇ ਦੇਖਣਗੇ ਤੇ ਪੁੱਠੇ ਪਾਸੇ ਨੂੰ ਤਾਂ ਨਹੀਂ ਤੁਰਿਓ। ਕਿਸੇ ਵੇਲੇ ਬੰਦਾ ਪੁੱਠੀ ਫੜ ਲੈਂਦਾ। ਅੱਛਾ ਚਲੋ, ਇਹ ਤੇ ਚੱਲ ਬਾਅਦ ਦੀ ਗੱਲ ਹੋ ਗਈ। ਇੱਕ ਦੇਖੋ ਘਟਨਾ ਅੱਜ ਦੀ ਡੇਟ 'ਚ ਅਖਬਾਰਾਂ 'ਚ ਵੀ ਬੜੀ ਫੋਟੋ ਛਪੀ, ਸੋਸ਼ਲ ਮੀਡੀਆ 'ਤੇ ਕੱਲ੍ਹ ਦੀ ਵਾਇਰਲ ਹੋਈ ਫਿਰਦੀ ਹੈ। ਪ੍ਰਸ਼ਾਂਤ ਕਿਸ਼ੋਰ ਸਾਹਿਬ ਪਾਸਾ ਵੱਢ ਕੇ ਕਹਿੰਦੇ ਤੁਸੀਂ ਸਾਂਭੋ ਵੀਰ ਮੇਰੇ, ਮੈਨੂੰ ਤੁਹਾਡੀ ਗੱਡੀ ਚੜ੍ਹਨ ਦੀ ਕੋਈ ਲੋੜ ਨਹੀਂ, ਬੱਸਾਂ ਵਾਧੂ ਬਾਹਰ। ਦੂਜੇ ਪਾਸੇ ਜਿਹੜੇ ਪ੍ਰਧਾਨ ਜੀ ਅਜੇ ਹੁਣੇ ਇਹਨਾਂ ਨੇ ਲਾਏ ਸੀ, ਤੇ ਉਹ ਪ੍ਰਧਾਨ ਜੀ ਉਦੋਂ ਦੇ ਆਪਣੇ ਹਿਸਾਬ ਨਾਲ ਪ੍ਰੋਗਰਾਮ ਕਰੀ ਜਾਂਦੇ, ਤੇ ਹਾਂ ਮੌਜੂਦਾ ਪ੍ਰਧਾਨ ਜੀ ਕਹਿੰਦੇ ਵੀ ਯਾਰ ਪਾਰਟੀ ਦਾ ਪ੍ਰੋਗਰਾਮ ਨਹੀਂ ਹੈਗਾ, ਪ੍ਰਧਾਨ ਜੀ ਦਾ ਆਪਣਾ ਹੋ ਸਕਦਾ। ਸਿੱਧੂ ਸਾਹਿਬ ਦੀ ਗੱਲ ਕਰ ਰਹੇ। ਸਿੱਧੂ ਸਾਹਿਬ ਤੇ ਪ੍ਰਸ਼ਾਂਤ ਕਿਸ਼ੋਰ ਸਾਹਿਬ ਦੀ ਮੁਲਾਕਾਤ ਹੁੰਦੀ ਹੈ, ਉਸ ਤੋਂ ਬਾਅਦ ਉਹ ਫੋਟੋ ਟਵੀਟ ਹੁੰਦੀ ਹੈ ਵੀ ਆਹ ਦੇਖੋ ਮਹਾਰਾਜ ਗੱਲਬਾਤ ਹੋਈ ਹੈ। ਹੁਣ ਕਿੱਡੀ ਸੋਚਣ ਵਾਲੀ ਗੱਲ ਹੈ ਵੀ ਸਿੱਧੂ ਸਾਹਿਬ ਉਹ ਜਿਹੜੇ ਕਿ ਜੇ ਹੁਣ ਥੋੜ੍ਹੀ ਦੇਰ ਪਹਿਲਾਂ ਕਾਂਗਰਸ ਪਾਰਟੀ ਨੇ ਲਾਂਭੇ ਕੀਤੇ ਹਨ, ਜਿਹੜੇ ਵੀ ਕਿਸੇ ਲੀਡਰ ਨੂੰ ਪੁੱਛ ਕੇ ਵੇਖ ਲਓ ਕਹਿੰਦਾ ਨਾ ਸਿੱਧੂ ਚਾਹੀਦੇ ਨਹੀਂ। ਦੂਜੇ ਪਾਸੇ ਪ੍ਰਸ਼ਾਂਤ ਕਿਸ਼ੋਰ ਸਾਹਿਬ ਉਹ ਕਹਿੰਦੇ ਵੀ ਚਾਹੀਦੇ ਤੇ ਹੈਗੇ ਪਰ ਇੱਦਾਂ, ਉਹ ਕਹਿੰਦੇ ਨਾ ਮੈਨੂੰ ਕਾਂਗਰਸ ਨਹੀਂ ਚਾਹੀਦੀ। ਐਂਡ ਉਹਨਾਂ ਦੋਵਾਂ ਬੰਦਿਆਂ ਦੀ ਗੱਲਬਾਤ ਹੋਵੇ, ਮੁਲਾਕਾਤ ਹੋਵੇ, ਤੇ ਫਿਰ ਲੋਕ ਤੇ ਕਿਆ ਫੇ ਲਾਉਣਗੇ ਵੀਰ ਜੀ? ਨਹੀਂ ਲਾਉਣਗੇ ਜੀ, ਕੰਮ ਸਿਰੇ ਲੱਗੂਗਾ। ਤੁਸੀਂ ਇਹ ਦੇਖੋ ਕਿ ਇਧਰੋਂ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਤੋਂ ਲਾਂਭੇ ਹੁੰਦੇ ਆ ਕਿ ਸਤਿ ਸ੍ਰੀ ਅਕਾਲ, ਪਹਿਲੀ ਗੱਲ ਹੈ ਲੀਡਰਸ਼ਿਪ ਬਦਲੋ, ਦੂਜੀ ਗੱਲ ਹੈ ਸੰਗਠਨ ਖੜਾ ਕਰੋ, ਤੀਸਰੀ ਗੱਲ ਆ ਮਾੜਾ ਮੋਟਾ ਕੋਈ ਮੁੱਦਾ ਵੀ ਚੱਕਿਆ ਕਰੋ, ਕਦੇ ਕਦੇ ਹਿੱਲੀ ਦਾ ਹੁੰਦਾ ਏਸੀ ਕਮਰੇ ਤੋਂ ਬਾਹਰ। ਇਧਰੋਂ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਤੋਂ ਲਾਂਭੇ ਹੁੰਦੇ ਆ, ਉਧਰ ਨਵਜੋਤ ਸਿੰਘ ਸਿੱਧੂ ਲਾਂਭੇ ਨੇਗੇ ਪਰ ਲਾਂਭੇ ਆ। ਉਹ ਵੀ ਕਹਿੰਦੇ ਸੀ ਕਿ ਕਾਂਗਰਸ ਪਾਰਟੀ ਮਰੀ ਨਹੀਂ ਹਾਰੀ ਆ, ਕਾਂਗਰਸ ਪਾਰਟੀ ਨੂੰ ਮਾੜੇ ਬੰਦੇ ਲਾਂਭੇ ਕਰਨੇ ਪੈਣਗੇ, ਕਾਂਗਰਸ ਪਾਰਟੀ ਨੂੰ ਆਹ ਲਾਂਭੇ ਕਰਨਾ ਪਊ। ਤਕਰੀਬਨ ਇਦਾਂ ਦੀਆਂ ਗੱਲਾਂ ਹੀ ਪ੍ਰਸ਼ਾਂਤ ਕਿਸ਼ੋਰ ਕਰਦੇ ਆ। ਹੁਣ ਦੋਨਾਂ ਦੀ ਮੁਲਾਕਾਤ ਹੁੰਦੀ ਆ, ਸਿੱਧੂ ਸਾਹਿਬ ਆਪ ਫੋਟੋ ਟਵੀਟ ਕਰਦੇ ਆ ਤੇ ਕਹਿੰਦੇ ਆ ਜੀ ਪੁਰਾਣੀ ਵਾਈਨ, ਪੁਰਾਣਾ ਸੋਨਾ, ਪੁਰਾਣੇ ਯਾਰ ਦੋਸਤ ਖਰੇ ਹੁੰਦੇ ਆ। ਤੇ ਆ ਦੇਖੋ ਪ੍ਰਸ਼ਾਂਤ ਕਿਸ਼ੋਰ ਮੇਰਾ ਯਾਰ ਹੈ। ਦੇਖੋ ਨਵਜੋਤ ਸਿੰਘ ਸਿੱਧੂ ਦੇ ਮਨ 'ਚ ਇੱਕ ਗੱਲ ਤਾਂ ਹੈਗੀ ਆ, ਕੋਈ ਪਸੰਦ ਕਰੇ ਨਾ ਕਰੇ, ਕਿ ਭਾਈ ਇੱਕ ਵਾਰੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾ, ਮੈਂ ਆਪਣਾ ਮਾਡਲ ਲਾਗੂ ਕਰਾਂ। ਹਰ ਇੱਕ ਬੰਦੇ ਨੂੰ ਹੱਕ ਹੈ ਸੁਪਨੇ ਲੈਣ ਦਾ, ਹਰ ਇੱਕ ਬੰਦੇ ਨੂੰ ਹੱਕ ਹੈ ਅੱਗੇ ਵਧਣ ਦਾ। ਤੇ ਪ੍ਰਸ਼ਾਂਤ ਕਿਸ਼ੋਰ ਹੋਰੀ ਦਾਅਵਾ ਕਰਦੇ ਹੁੰਦੇ ਕਿ ਜਿਹੜਾ ਮਰਜ਼ੀ ਲੈ ਆਓ ਮੈਂ ਮੁੱਖ ਮੰਤਰੀ ਬਣਾ ਦੂੰ। ਹੁਣ ਜਿਸ ਤਰੀਕੇ ਆਪਾਂ ਪਹਿਲਾਂ ਕਿਹਾ ਸੀ, ਕਾਂਗਰਸ ਪਾਰਟੀ ਦੇ ਸਾਬਕਾ 4 ਸੂਬਾ ਪ੍ਰਧਾਨ, ਬਹੁਤ ਸਾਰੇ ਹੋਰ ਬੰਦੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਦਿੱਤੀਆਂ, ਜਾਂ ਬਹੁਤ ਸਾਰੇ ਬੰਦੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਵੀ ਗੁਰਪ੍ਰੀਤ ਸਿੰਘ ਜੀਪੀ ਵਰਗੇ, ਜਿਹੜੇ ਕਿਤੇ ਨਾ ਕਿਤੇ ਨਾ ਖੁਸ਼ ਨੇ। ਕੋਈ ਪਤਾ ਨਹੀਂ ਹੁੰਦਾ ਸੰਧਾਲੀਆ ਸਾਹਿਬ, ਉਸ ਬੰਦੇ ਨੇ ਤਾਂ ਰੁਪਈਏ ਲੈਣੇ ਆ, ਉਸ ਬੰਦੇ ਨੇ ਤਾਂ ਸੌਦਾ ਮਾਰਨਾ। ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰਦਾ, ਕੀ ਪਤਾ ਕਿਹੜੀ ਧਿਰ ਹੈ
ਜਿਹੜੀ ਧਿਰ ਕਹੇ ਕਿ ਆ ਜਾਓ ਭਾਈ ਗੱਲ ਕਿਹੜੀ ਆਪਾਂ ਕਰ ਦਿੰਦੇ ਆ। ਤੇਲੰਗਾਨਾ ਦੇ ਵਿੱਚ, ਆਂਧਰਾ ਪ੍ਰਦੇਸ਼ ਦੇ ਵਿੱਚ ਆਪਾਂ ਦੇਖਿਆ ਹੀ ਅਗਲੇ ਨੇ ਕੀ ਕੀਤਾ। ਨਹੀਂ ਲੇਟੈਸਟ ਜੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ, ਦਿੱਲੀ ਵਾਲੀ ਜਿਹੜੀ ਲਾਸਟ ਸਰਕਾਰ ਸੀ ਉਹਦੇ 'ਚ ਉਹਨਾਂ ਦਾ ਸਲਾਹਕਾਰ ਸੀ ਬੰਦਾ ਉਹ, ਹੈ ਨਾ, ਉਹ ਗੱਲ ਵੱਖਰੀ। ਚਲੋ ਪੰਜਾਬ ਵਾਲੀ ਨਹੀਂ ਸੀਗਾ। ਹੁਣ ਕਹਿਣ ਤੋਂ ਭਾਵ ਇਹ ਹੋ ਗਿਆ ਵੀ ਇਸ ਵਕਤ ਹਰੇਕ ਪਾਸੇ ਹਰੇਕ ਬੰਦਾ ਆਪਣੇ ਆਪਣੇ ਹਿਸਾਬ ਨਾਲ ਕੈਲਕੂਲੇਸ਼ਨਾਂ ਕਰ ਰਿਹਾ, ਪਰ ਇਹਨਾਂ ਸਾਰੀਆਂ ਕੈਲਕੂਲੇਸ਼ਨਾਂ ਦੇ ਵਿੱਚ ਜੇ ਕੋਈ ਚੀਜ਼ ਮੰਨਫੀ ਹੈ ਜੀ, ਬਹੁਤਾ ਕਰਕੇ ਆਪਾਂ ਵਿਰੋਧੀ ਧਿਰਾਂ ਦੇ ਪੁਆਇੰਟ ਆਫ ਵਿਊ ਤੋਂ ਕਹਿੰਦੇ ਆ, ਉਹ ਪੰਜਾਬ ਦੇ ਲੋਕ ਆ। ਕਿਉਂਕਿ ਬਹੁਤਾ ਕਰਕੇ ਉਹਨਾਂ ਨੂੰ ਇਹ ਜਾਪਦਾ ਵੀ ਯਾਰ ਅੱਛਾ ਫਲਾਨੀ ਗੱਲ ਹੋ ਗਈ, ਕਰੀਏ ਕੀ, ਕੋਈ ਨਾ ਕੋਈ ਬਿਆਨ ਦਾਗੀਏ, ਹੋਰ ਕੀ ਕਰਨਾ। ਉਹ ਜਿਹੜਾ ਬਿਆਨ ਦਾਗਣ ਵਾਲਾ, ਸਿਰਫ ਦਾਗਣ ਵਾਲਾ ਕੰਮ ਹੈ, ਉਹ ਅਸਰ ਘੱਟ ਕਰਦਾ ਅਤੇ ਰਿਐਕਸ਼ਨ ਉਹਦਾ ਜ਼ਿਆਦਾ ਆਉਂਦਾ। ਇਹ ਥੋੜ੍ਹੀ ਜਿਹੀ ਗੱਲ ਨੋਟ ਕਰਨ ਵਾਲੀ ਹੈ, ਪਰ ਪਤਾ ਨਹੀਂ ਕਿਉਂ ਅਜੇ ਤੱਕ ਨੋਟ ਹੋ ਨਹੀਂ ਰਹੀ। ਆਪਾਂ ਇਸੇ 'ਤੇ ਆ ਜਾਂਦੇ ਹਾਂ। MOU ਸਾਈਨ ਕਰਕੇ ਆਏ ਜੀ ਮਾਨ ਸਾਹਿਬ ਅਤੇ ਕੇਜਰੀਵਾਲ ਸਾਹਿਬ, ਹੈ ਨਾ ਜੀ। ਕੱਲ੍ਹ ਵੀ ਆਪਾਂ ਗੱਲ ਕਰਦੇ ਕੀ ਸੀ ਉਹਦਾ ਨੌਲੇਜ, ਤੁਸੀਂ ਪੰਜਾਬੀ ਕੀਤੀ ਉਹਦੀ? ਨਹੀਂ ਦੇਖੋ, ਉਹਦੇ ਵਿੱਚ ਤਾਂ ਗਿਆਨ ਵਟਾਂਦਰਾ ਹੀ ਲਾ ਲਓ। ਗਿਆਨ ਵਟਾਂਦਰਾ ਸਮਝੌਤਾ ਹੈ ਨਾ, ਨੌਲੇਜ ਐਕਸਚੇਂਜ ਕਰਨੀ ਕਹਿੰਦੇ ਆਪਸ ਦੇ ਵਿੱਚ। ਹੁਣ ਦੇਖੋ, ਉਹ ਕਹਿੰਦੇ ਵੀ ਅਸੀਂ ਨੌਲੇਜ ਸ਼ੇਅਰ ਕਰਨੀ ਹੈ ਜੀ, ਪੰਜਾਬ ਨੇ ਦਿੱਲੀ ਨਾਲ, ਦਿੱਲੀ ਨੇ ਪੰਜਾਬ ਨਾਲ। ਕੇਜਰੀਵਾਲ ਸਾਹਿਬ ਕਹਿੰਦੇ ਵੀ ਪੰਜਾਬ 'ਚ ਵੀ ਬਹੁਤ ਕੁਛ ਵਧੀਆ ਹੋਇਆ, ਪਹਿਲਾਂ ਅਸੀਂ ਨਹੀਂ ਕਹਿੰਦੇ ਵੀ ਅਸੀਂ ਆਮ ਆਦਮੀ ਪਾਰਟੀ ਵਾਲੇ ਆਏ ਹਾਂ ਅਤੇ ਅਸੀਂ ਸਾਰਾ ਕੁਛ ਕਰਤਾ। ਉਦੋਂ ਪਹਿਲੀਆਂ ਸਰਕਾਰਾਂ ਨੇ ਵੀ ਬਹੁਤ ਸਾਰੀਆਂ ਥਾਵਾਂ 'ਤੇ ਚੰਗਾ ਕੀਤਾ, ਬਈ ਬਹੁਤ ਸਾਰੀਆਂ ਥਾਵਾਂ 'ਤੇ ਜਿੱਥੇ ਚੰਗਾ ਹੋ ਰਿਹਾ ਉਹਨਾਂ ਥਾਵਾਂ ਤੋਂ ਸਿੱਖਣ ਦੀ ਲੋੜ ਆ ਅਤੇ ਸਿੱਖਣਾ ਚਾਹੀਦਾ। ਫਿਰ ਉਹ ਮਾਨ ਸਾਹਿਬ ਕਹਿੰਦੇ, ਉਹ ਕਹਿੰਦੇ ਵੀ ਦਿੱਲੀ ਵਾਲਿਆਂ ਨੇ ਚੰਗਾ ਕੀਤਾ ਅਤੇ ਅਸੀਂ ਸਿੱਖਣ ਦੀ ਲੋੜ ਸੀ, ਅਸੀਂ ਕਹਿ ਲਿਆ ਸਿੱਖ ਲਿਆ। ਉੱਧਰ ਉਹਨਾਂ ਦਾ ਸਮਝੌਤਾ ਹੋਇਆ ਅਤੇ ਪੰਜਾਬ ਦੇ ਵਿੱਚ ਵਿਰੋਧ ਹੋ ਗਿਆ, ਨਾਲੋਂ ਨਾਲ ਹੀ ਥਾਂ ਥਾਈਂ ਪ੍ਰੈਸ ਕਾਨਫਰੰਸਾਂ ਹੋ ਗਈਆਂ ਵੀ ਆਹ ਵੇਚਤਾ ਹੀ ਮਾਨ ਨੇ, ਆਹ ਦੇ ਆਏ ਮਾਨ ਪੰਜਾਬ ਦਿੱਲੀ ਨੂੰ, ਲੈ ਵੀ ਕੇਜਰੀਵਾਲ ਬਣ ਗਏ ਮੁੱਖ ਮੰਤਰੀ, ਮਾਨ ਨਹੀਂ ਜਾਏਗਾ ਹੁਣ ਮੁੱਖ ਮੰਤਰੀ। ਮੇਰਾ ਖਿਆਲ ਚੰਨੀ ਸਾਹਿਬ ਵੀ ਮੁੱਖ ਮੰਤਰੀ ਸੀ ਜਦੋਂ BSF ਨੇ ਕਿਹਾ ਸੀ ਕਿ ਅਸੀਂ 15 ਕਿਲੋਮੀਟਰ ਦੀ ਜਗ੍ਹਾ ਦੇ ਉੱਤੇ 50 ਕਿਲੋਮੀਟਰ ਦਾ ਦਾਇਰਾ ਕਰ ਦੇਣਾ। ਮੈਨੂੰ ਚੇਤਾ ਕਿ 4 ਦਿਨ ਇੱਕ ਦੂਜੇ ਤੋਂ ਅੱਗੇ ਵੱਧ ਕੇ ਪ੍ਰੈਸ ਕਾਨਫਰੰਸਾਂ। ਹੁਣ ਤਾਂ ਸੋਸ਼ਲ ਮੀਡੀਆ ਆ ਗਿਆ, ਪੱਤਰਕਾਰ ਸੱਦਣ ਦੀ ਲੋੜ ਨਹੀਂ, ਤੁਸੀਂ ਆਪਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਲਾਈਵ ਹੋ ਜਾਏ, ਉੱਥੋਂ ਹੀ ਚੱਕ ਚੁੱਕ ਲੈਂਦੇ ਸਾਰੇ, ਹਰ ਲੀਡਰ ਲਾਈਵ ਹੋਇਆ। ਇਹ ਕਿੱਦਾਂ ਹੋ ਜੂ? ਇਹ ਅੱਧੇ ਪੰਜਾਬ ਦੇ ਉੱਤੇ ਕੇਂਦਰ ਦਾ ਕਬਜ਼ਾ ਹੈ, ਇੱਦਾਂ ਕਿੱਦਾਂ ਹੋ ਜੂ? ਐ ਨਹੀਂ ਹੋਣਾ ਚਾਹੀਦਾ, ਅਸੀਂ ਨਹੀਂ ਹੋਣ ਦਿਆਂਗੇ ਜਿੰਨੀ ਦੇਰ ਅਸੀਂ ਹੈਗੇ ਹਾਂ। ਪਹਿਲਾਂ ਪ੍ਰੈਸ ਨੋਟ, ਫਿਰ ਸੋਸ਼ਲ ਮੀਡੀਆ 'ਤੇ ਲਾਈਵ, ਉਹਦੇ ਤੋਂ ਬਾਅਦ ਪ੍ਰੈਸ ਕਾਨਫਰੰਸ, ਫਿਰ ਇੱਕ ਦਾ ਮੰਗ ਪੱਤਰ ਜਾਂ ਦੇਸ਼ ਦੇ ਗ੍ਰਹਿ ਮੰਤਰੀ ਨੂੰ, ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ, ਜਾਂ ਰਾਜਪਾਲ ਸਾਹਿਬ ਨੂੰ। ਉਹਦੇ ਤੋਂ ਬਾਅਦ ਆਪੋ ਆਪਣੇ ਘਰੇ ਰੋਟੀ ਦੇ ਉੱਤੇ ਚਟਣੀ ਜਾਂ ਫਿਰ ਅਚਾਰ, ਨਾਲ ਇੱਧਰਲੇ ਪਾਸੇ 2 ਸਬਜ਼ੀਆਂ, ਖੱਟਾ ਰਾਇਤਾ, ਜੋ ਮਰਜ਼ੀ ਕਹਿ ਲਓ। ਤੇ ਗਰੀਬ ਸੋਚ ਕਰਤੀ ਨਾ, ਇੱਦਾਂ ਥੋੜ੍ਹਾ ਹੁੰਦਾ। ਫਿਰ ਉਹੀ ਘਰ, ਫਿਰ 5-7 ਤਰ੍ਹਾਂ ਦੇ ਪਦਾਰਥ ਪਕਵਾਨ, ਪਕਵਾਨਾਂ ਦੇ ਵਿੱਚੋਂ ਫਿਰ ਹੌਲੀ ਹੌਲੀ ਚੂਜ਼ ਕਰਕੇ ਵੀ ਕਿਹੜਾ ਠੀਕ ਬਣਿਆ। ਨਾ ਨੌ ਖਬੋ ਫਿਰ ਮੈਨੂੰ ਚੇਤਾ ਆਇਆ, ਫਿਰ BBMB ਦਾ ਮੁੱਦਾ ਆ ਗਿਆ। ਆ ਤਾਂ ਪੰਜਾਬ ਤੋਂ ਖੋਲ੍ਹਿਆ ਡੈਮ, ਪੰਜਾਬ ਦਾ ਗਿਆ ਪਾਣੀ। ਫਿਰ ਪੰਜਾਬ ਦੇ ਲੀਡਰ ਘੋੜੇ ਤੇ ਸਵਾਰ, ਸੱਤਾਧਾਰੀ ਵੀ ਵਿੱਚ ਹੀ ਸੀਗੇ, ਇਹ ਨਹੀਂ ਕਿ ਵਿਰੋਧੀ ਸਾਰੇ ਵਿੱਚ ਸੀ ਪੰਜਾਬ। ਫਿਰ ਘੋੜੇ ਇੱਕ ਦੂਜੇ ਤੋਂ ਅੱਗੇ ਭਜਾਏ। ਉਹ ਹੁੰਦਾ ਨਾ ਕਈ ਵਾਰੀ ਜਾ ਕੇ ਕਿ ਮੋਹਰੇ ਜਾ ਕੇ ਟੋਆ ਜੂ, ਕਹਿੰਦਾ ਕੋਈ ਤਾਂ ਘੋੜੇ ਨੇ ਮੋਹਲੀਆਂ 2 ਲੱਤਾਂ ਚੱਕ ਕੇ ਤਾਂ ਫਿਰ ਥੱਲੇ ਰੱਖ ਲੈਣੀਆਂ, ਉੱਥੋਂ ਹੀ ਮੋੜ ਕੇ ਲੈ ਆਉਂਦੇ ਆ। ਫਿਰ ਜਾਣੀ ਇੰਨਾ ਰੌਲਾ ਪਾਉਂਦੇ ਕਿ ਭਾਈ ਪੰਜਾਬ ਗਿਆ, ਫਿਰ ਘਰ ਨੂੰ ਮੁੜ ਆਉਂਦੇ ਆ। ਫਿਰ ਉਹੀ ਪਕਵਾਨ ਤੇ ਬਾਅਦ ਵਿੱਚ ਸੌਂਫ ਪਾ ਕੇ ਥੋੜਾ ਜਿਹਾ ਦੁੱਧ। ਉਹਦੇ ਤੋਂ ਬਾਅਦ ਫਿਰ ਮੈਨੂੰ ਚੇਤਾ ਆ ਗਿਆ ਕਿ ਚੰਡੀਗੜ੍ਹ ਦਾ ਮੁੱਦਾ ਆ ਗਿਆ। ਉਹ ਗਿਆ ਹੀ ਚੰਡੀਗੜ੍ਹ ਖੋਲ ਕੇ ਲੈ ਗਿਆ ਰੱਸਾ, ਉਹ ਟਾਇਰ ਲਾਤੇ ਉਧਰ ਨੂੰ। ਸਾਰੇ ਕਹਿੰਦੇ ਸੀ ਸਮੇਤ ਸੱਤਾਧਾਰੀ, ਆਪ, ਕਾਂਗਰਸ, ਅਕਾਲੀ ਦਲ, ਸਾਰੇ ਬੰਦੇ। ਉਹ ਸਾਰੇ ਬੰਦੇ ਕਹਿੰਦੇ ਜੀ ਆ ਲੈ ਗਿਆ ਜੀ ਚੰਡੀਗੜ੍ਹ, ਲੈ ਗਿਆ ਜੀ ਚੰਡੀਗੜ੍ਹ। ਫਿਰ ਉਹੀ ਸਭ ਤੋਂ ਪਹਿਲਾਂ ਪ੍ਰੈਸ ਨੋਟ ਦਿੱਤਾ, ਫਿਰ ਸੋਸ਼ਲ ਮੀਡੀਆ 'ਤੇ ਲਾਈਵ, ਫਿਰ ਪ੍ਰੈਸ ਕਾਨਫਰੰਸ, ਵਿਧਾਨ ਸਭਾ ਦੇ ਵਿੱਚ ਕਾਰਵਾਈ, ਵੱਧ ਤੋਂ ਵੱਧ ਰਾਜਪਾਲ ਸਾਹਿਬ ਕੋ ਜਾਂ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਕੋ, ਫਿਰ ਮੁੜ ਕੇ ਆ ਗਏ। ਇੱਥੇ ਦੇਖੋ, ਮੈਨੂੰ ਇਹ ਯਾਦ ਆਉਂਦਾ ਵੀ ਜਿੰਨੇ ਵੀ ਪੋਲੀਟੀਕਲ ਲੀਡਰ ਸਾਹਿਬਾਨ ਨੇ ਜੀ, ਉਹ ਅੱਜ ਕੱਲ੍ਹ ਕਬੱਡੀ ਵਾਲੇ ਆਪਣੇ ਜਿਹੜੇ ਵੀਰ ਕਮੈਂਟੇਟਰ ਹੁੰਦੇ ਆ, ਕਮੈਂਟਰੀ ਕਰਦੇ ਕਬੱਡੀ ਦੀ, ਉਹਨਾਂ ਵਰਗੇ ਜਾ ਬਣ ਗਏ। ਉੱਧਰੋਂ ਮਤਲਬ ਰੇਡਰ ਨੇ ਰੇਡ ਪਾਈ, ਲੈ ਬਈ ਲੈ ਗਿਆ ਜੀ, ਇੱਕ ਵਾਰ ਆ ਗਿਆ ਜੀ। ਹੁਣ ਉਹ ਉਨੀ ਦੇਰ ਤੱਕ ਕਰਨਾ ਜਿੰਨੀ ਦੇਰ ਤੱਕ ਹੰਦਿਆਂ ਤੱਕ ਨਹੀਂ ਕੰਮ ਜਾਂਦਾ। ਇੱਕ ਵਾਰ ਅਗਲਾ ਹੰਦਿਆਂ ਤੋਂ ਬਾਹਰ ਹੋ ਗਿਆ ਜਾਂ ਉੱਥੇ ਉਹਨੇ ਦੱਬ ਲਿਆ, ਉਨੀ ਦੇਰ ਤੱਕ ਗੱਲ ਚੱਲਣੀ ਆ। ਉਦੋਂ ਬਾਅਦ ਫਿਰ ਅਗਲੀ ਰੇਡ ਤੇ ਕਮੈਂਟਰੀ। ਉਹੀ ਕੰਮ ਇਹਨਾਂ ਦਾ ਹੁੰਦਾ ਵੀ ਮੁੱਦਾ ਉੱਥੋਂ ਤੱਕ ਲਿਆਂਦਾ, ਹੰਦਿਆਂ ਤੇ ਕੀ ਬਣਿਆ ਉਹ ਦੱਸਣਾ ਨਹੀਂ, ਉਦੋਂ ਬਾਅਦ ਅਗਲੀ ਕਮੈਂਟਰੀ। ਇੱਕ ਹੋਰ ਵੀ ਹੁੰਦਾ ਇਹਨਾਂ ਦਾ ਕੰਮ ਕਿ ਉਧਰਲੇ ਪਾਸੇ ਮੰਨ ਲਓ ਰੇਡਰ ਗਿਆ ਧਾਵੀ, ਉਹਨੇ ਜਾ ਕੇ ਜਾਫੀ ਨੂੰ ਹੱਥ ਲਾਇਆ, ਉਹ ਲੈ ਗਿਆ, ਨਹੀਂ ਰੁਕਦਾ। ਇਹਨੂੰ ਰੋਕਣ ਵਾਲਾ ਕੌਣ ਜੰਮਿਆ? ਤੇ ਜੇ ਅਗਲੇ ਨੇ ਐਂਡ ਤੇ ਆ ਕੈਂਚੀ ਮਾਰ ਲਈ, ਅਗਲੇ ਵੀ ਰੋਕਣ ਆਏ ਆ, ਅਗਲੇ ਨੇ ਵੀ ਦੁੱਧ ਪੀਤਾ। ਇਹਨੂੰ ਕਹਿੰਦੇ ਆ ਟਿੱਕੀ, ਅਗਲੇ ਨੇ ਬੂਰੀਆਂ ਚੁੰਗੀਆਂ। ਹੁਣ ਹਿੱਲ ਕੇ ਵਿਖਾ, ਹੈ ਨਾ। ਅੱਛਾ, ਇਹ ਜਿਹੜਾ ਕੰਮ ਚੱਲ ਪਿਆ, ਦੇਖੋ ਕਾਰਨ ਹੈ ਵੀ ਤੁਸੀਂ ਸੋਚਦੇ ਹੋਣੇ ਵੀ ਯਾਰ ਅਗਲੇ ਦਾ ਬਿਆਨ ਦੇਈਏ, ਤੁਸੀਂ ਵੀ ਉਹ ਗੱਲਾਂ ਕਰਦੇ। ਦੇਖੋ ਕਾਰਨ ਹੈ ਵੀ ਜੇ ਤਾਂ ਬਿਆਨ ਹੀ ਦੇਣੇ ਆ ਜੀ, ਇਹਦੇ ਤੋਂ ਤੇ ਮੈਂ ਨਾ ਵੀ ਸਸਤਾ ਸੌਦਾ ਹੀ ਕੋਈ ਨਹੀਂ ਹੈਗਾ ਵੀ ਤੁਸੀਂ ਮੁੱਦਾ ਫੜੋ, ਹਫ਼ਤਾ 1.5 ਹਫ਼ਤਾ ਪਾਰ,
ਉਹਨੇ ਜਿਹੜਾ ਵੀ ਯਾਰ ਇਹ ਹੁਣ ਪੁਰਾਣਾ ਹੋ ਗਿਆ ਨਵਾਂ ਲਿਆਓ, ਉਹੀ ਗੱਲ ਸੂਟ ਵਾਲਾ ਕੰਮ ਹੋ ਗਿਆ ਨਾ, ਵੇਖਦੇ ਇਹ ਤਾਂ ਪਿਛਲੀ ਸ਼ਾਦੀ 'ਤੇ ਡਾਲ ਲਿਆ ਥਾ, ਨਵਾਂ ਚਾਹੀਦਾ ਹੁਣ। ਸੰਧਾਲੀਆ ਉਸ ਹਿਸਾਬ ਨਾਲ ਕੰਮ ਚੱਲਦਾ। ਇੱਕੋ ਹੀ ਬੇਨਤੀ ਅਸੀਂ ਤਾਂ ਵਿਰੋਧੀ ਪਾਰਟੀਆਂ ਦੇ ਜਿੰਨੇ ਲੀਡਰ ਨੇ, ਕਿਉਂਕਿ ਸੱਤਾਧਾਰੀ ਧਿਰ ਦੇ ਕੋਲ ਤਾਂ ਤਾਕਤ ਹੈ ਭਾਈ, ਉਹਨਾਂ ਨੂੰ ਕੀ ਕਹੀਏ, ਕਹਿ ਦਿੰਦੇ ਆ ਵੈਸੇ, ਪਰ ਵਿਰੋਧੀ ਧਿਰਾਂ ਉਹਨਾਂ ਸਾਰਿਆਂ ਨੇ ਆਲੋਚਨਾ ਕੀਤੀ ਕਿ ਪੰਜਾਬ ਦੇ ਹੱਥ ਵੱਢ ਕੇ ਦੇ ਦਿੱਤੇ। ਡਾਕਟਰ ਰਾਜਕੁਮਾਰ ਵੇਰਕਾ ਦਾ ਫਿਰ ਬਿਆਨ ਆਇਆ, ਉਹ ਕਹਿੰਦੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ, ਮੁੱਖ ਮੰਤਰੀ ਭਗਵੰਤ ਮਾਨ ਨੇ ਆ ਨੌਲੇਜ ਸ਼ੇਅਰਿੰਗ ਐਗਰੀਮੈਂਟ ਜਿਹੜਾ ਕੀਤਾ, ਪੰਜਾਬ ਦਿੱਲੀ ਨੂੰ ਠੇਕੇ ਦੇ ਦਿੱਤਾ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਾਹਿਬ ਸਿਆਣੇ ਬੰਦੇ ਨੇ, ਕਾਦੀਆਂ ਤੋਂ ਜਿੱਤੇ ਨੇ। ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਜੀ ਭਗਵੰਤ ਮਾਨ ਦੇ ਵਿੱਚ ਪਹਿਲਾਂ ਜਿਹੜੀ ਕ੍ਰਾਂਤੀਕਾਰੀ ਲੋਜ ਹੀ ਨਜ਼ਰ ਆਉਂਦੀ ਸੀ, ਆ ਜਿੱਦਣ ਦੇ ਮੁੱਖ ਮੰਤਰੀ ਬਣੇ ਆ ਚੁੱਪ ਕਰਕੇ ਬੈਠੇ ਆ, ਗੱਲ ਹੀ ਨਹੀਂ ਨਜ਼ਰ ਆਉਂਦੀ, ਚਿੰਤਤ ਲੱਗਦੇ ਆ, ਗੋਡੇ ਹੀ ਟੇਕ ਦਿੱਤੇ, ਪੰਜਾਬ ਜਿਹੜਾ ਉਹ ਦਿੱਲੀ ਨੂੰ ਦੇਤਾ। ਨਾਲ ਹੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਕਿ ਆ ਜਿਹੜਾ ਐਗਰੀਮੈਂਟ ਕੀਤਾ ਨਾ, ਇਹਦੇ ਵਿੱਚ ਸਾਰੇ ਹੀ ਪੰਜਾਬ ਦੇ ਅਧਿਕਾਰ ਦਿੱਲੀ ਦੇ ਮੁੱਖ ਮੰਤਰੀ ਨੂੰ ਦੇਤੇ, ਤੇ ਦਿੱਲੀ ਦੇ ਮੁੱਖ ਮੰਤਰੀ ਥੋੜੇ ਮਿਊਨਿਸਪੈਲਿਟੀ ਦੇ ਮੁੱਖ ਮੰਤਰੀ ਨੇ, ਉਹ ਹੁਣ ਪੰਜਾਬ ਦੇ ਸਾਰੇ ਹੀ ਫੈਸਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਕਰਿਆ ਕਰਨਗੇ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅੱਜ ਗਰਮੀ ਦਿਖਾਈ, ਕਹਿੰਦੇ ਮੈਂ ਨਹੀਂ ਸੀ ਚਾਹੁੰਦਾ ਪ੍ਰੈਸ ਕਾਨਫਰੰਸ ਕਰਨੀ, ਪਰ ਜਿਹੜਾ ਕੰਮ ਕੀਤਾ ਭਗਵੰਤ ਮਾਨ ਨੇ ਸ਼ਰਮਸਾਰ ਕਰਨ ਵਾਲਾ, ਇਹ ਨਹੀਂ ਸੀ ਹੋਣਾ ਚਾਹੀਦਾ। ਉਹਨਾਂ ਨੇ ਤੇ ਇੱਥੋਂ ਤੱਕ ਕਹਿਤਾ, ਉਹ ਕਹਿੰਦੇ ਜੀ ਦੇਖੋ ਜੀ ਨੌਲੇਜ ਸ਼ੇਅਰ ਕਰਨੀ ਹੈ, ਉਹ ਕਹਿੰਦੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਕਹਿੰਦੇ ਖੇਤੀ ਹੁੰਦੀ, ਕਹਿੰਦੇ ਕੇਜਰੀਵਾਲ ਨੇ ਕਨਾਟ ਪਲੇਸ ਝੋਨਾ ਲਾਉਣਾ ਕਿ ਜਿਹੜਾ ਭਗਵੰਤ ਮਾਨ ਸਾਹਿਬ ਸਿਖਾਲਣਗੇ। ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਾਗਜ਼ ਦਿਖਾਲੇ, ਕਹਿੰਦੇ ਜੀ ਆ ਦੇਖੋ ਇਸ ਨੌਲੇਜ ਸ਼ੇਅਰਿੰਗ ਐਗਰੀਮੈਂਟ ਦੇ ਵਿੱਚ ਲਿਖਿਆ ਕੀ ਹੈ ਕਿ ਇੱਕ ਵਾਰੀ ਸਮਝੌਤਾ ਹੋ ਗਿਆ ਤਾਂ ਦੋਨੇ ਹੀ ਧਿਰਾਂ ਇਕੱਠੇ ਬੈਠ ਕੇ ਰੱਦ ਕਰ ਸਕਦੀਆਂ, ਪੰਜਾਬ ਇਕੱਠੇ ਬੈਠ ਕੇ ਰੱਦ ਨਹੀਂ ਕਰ ਸਕਦਾ। ਹੁਣ ਜਦੋਂ ਏਡੀ ਵੱਡੀ ਪੱਧਰ ਤੇ ਆਲੋਚਨਾ ਹੋਈ, ਉਹਨਾਂ ਸਾਰਿਆਂ ਨੇ ਕਹਿਤਾ ਜੀ ਪੰਜਾਬ ਤਾਂ ਵੇਚ ਹੀ ਦਿੱਤਾ, ਪੰਜਾਬ ਦੇ ਪੱਲੇ ਹੀ ਕੱਖ ਨਹੀਂ ਰਿਹਾ, ਹੱਥ ਵੱਢ ਕੇ ਦੇ ਦਿੱਤੇ। ਫਿਰ ਮੋਹਰੇ ਭਗਵੰਤ ਮਾਨ ਸਾਹਿਬ ਨੇ ਇੱਕ ਵਾਰੀ ਫੇਰ ਕਿਹਾ, ਉਹ ਕਹਿੰਦੇ ਜੀ ਦੇਖੋ ਅਕਾਲੀ ਦਲ ਦੀ ਸਰਕਾਰ ਸੀ, ਇਹ ਅਫਸਰ ਲੈ ਕੇ ਚੀਨ ਗਏ ਸੀ, ਇਹਦਾ ਮਤਲਬ ਕਿ ਸਰਕਾਰ ਫਿਰ ਚੀਨ ਤੋਂ ਚੱਲਦੀ ਸੀ। ਇਹ ਇਜ਼ਰਾਈਲ ਗਏ ਸੀ, ਇਹਦਾ ਮਤਲਬ ਕਿ ਸਰਕਾਰ ਇਜ਼ਰਾਈਲ ਤੋਂ ਚੱਲਦੀ ਹੈ। ਕੇਜਰੀਵਾਲ ਸਾਹਿਬ ਨੇ ਕਿਹਾ, ਉਹ ਕਹਿੰਦੇ ਜੀ ਦੇਖੋ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਸਾਹਿਬ ਦਿੱਲੀ ਆਏ ਸੀ, ਇਹਦਾ ਮਤਲਬ ਹੈ ਕਿ ਭਾਈ ਤਾਮਿਲਨਾਡੂ ਦੀ ਸਰਕਾਰ ਜਿਹੜੀ ਹੈ ਉਹ ਵੀ ਦਿੱਲੀ ਤੋਂ ਚੱਲਦੀ ਹੈ। ਜਾਣੀ ਇੱਕ ਤੋਂ ਬਾਅਦ ਇੱਕ ਚੀਜ਼ਾਂ ਇੱਕ ਦੂਜੇ ਦਾ ਜਵਾਬੀ ਫਾਇਰ ਕੀਤਾ। ਪਰ ਇੱਕ ਬੇਨਤੀ ਜਿਹੜੀ ਇੱਥੇ ਕਰਨ ਵਾਲੀ ਹੈ, ਆਮ ਆਦਮੀ ਪਾਰਟੀ ਦੇ ਸਮਰਥਕ ਕਹਿੰਦੇ ਸਮਝੌਤਾ ਬਹੁਤ ਵਧੀਆ, ਕਾਂਗਰਸ ਅਕਾਲੀ ਦਲ ਤੇ ਉਧਰਲੇ ਪਾਸੇ ਭਾਜਪਾ ਦੇ ਸਮਰਥਕ ਕਹਿੰਦੇ ਕਿ ਬਹੁਤ ਮਾੜਾ। ਉਹ ਚੰਗਾ ਵੀ ਹੋ ਸਕਦਾ, ਮਾੜਾ ਵੀ ਹੋ ਸਕਦਾ, ਅਸੀਂ ਨਹੀਂ ਕਹਿੰਦੇ, ਪਰ ਮੈਂ ਸਿਰਫ ਇਹ ਬੇਨਤੀ ਕਰਦਾ ਕਿ ਤੁਸੀਂ ਹੱਕ ਜਾਂ ਵਿਰੋਧ ਦੇ ਵਿੱਚ ਹੋਣ ਦਾ ਤੁਹਾਡਾ ਹੱਕ ਹੈ, ਅਧਿਕਾਰ ਹੈ, ਪਰ ਕੀ ਤੁਸੀਂ ਪੜ੍ਹਿਆ? ਜਿਹੜੇ ਆਮ ਸਮਰਥਕ ਨੇ, ਆਪਾਂ ਲੀਡਰਾਂ ਦੇ ਸਪੀਕਰ ਥੋੜੀ ਬਣਨਾ ਹੈ, ਚਾਹੇ ਆਮ ਆਦਮੀ ਪਾਰਟੀ ਦਾ ਕੋਈ ਸਮਰਥਕ ਹੈ, ਜੇ ਤੁਸੀਂ ਪੜ੍ਹਿਆ ਨਹੀਂ ਤੁਸੀਂ ਵਧੀਆ ਕਿੱਦਾਂ ਕਹੀ ਜਾਂਦੇ ਹੋ? ਜਿਹੜੀਆਂ ਵਿਰੋਧੀ ਪਾਰਟੀਆਂ ਦੇ ਸਮਰਥਕ ਨੇ, ਜੇ ਤੁਸੀਂ ਪੜ੍ਹਿਆ ਹੀ ਨਹੀਂ ਤਾਂ ਤੁਸੀਂ ਮਾੜਾ ਕਿੱਦਾਂ ਕਹੀ ਜਾਂਦੇ ਹੋ? ਘੱਟੋ ਘੱਟ ਥੋੜੇ ਜਿਹੇ ਸਫੇ ਨੇ, ਪਹਿਲਾਂ ਆਪ ਪੜ੍ਹ ਲਓ। ਜੇ ਤੁਸੀਂ ਆਪ ਪੜ੍ਹ ਲਓਗੇ, ਤੁਹਾਨੂੰ ਮਾੜਾ ਲੱਗਦਾ ਮਾੜਾ ਲਿਖੋ, ਚੰਗਾ ਲੱਗਦਾ ਚੰਗਾ ਲਿਖੋ। ਪਰ ਜੇ ਆਪਾਂ ਪਹਿਲਾਂ ਵੀ ਇਹ ਕੁਝ ਕਹਿੰਦੇ ਆ ਕਿ ਲੀਡਰ ਦੇ ਕਹਿ ਦੇ ਉੱਤੇ ਅੱਖਾਂ ਬੰਦ ਕਰਕੇ, ਕੰਨ ਬੰਦ ਕਰਕੇ ਯਕੀਨ ਕਰਦੇ ਆ, ਜੇ ਅਜੇ ਵੀ ਆਹ ਕੁਝ ਕਰਨਾ, ਫਿਰ ਪੰਜਾਬ ਦਾ ਭਵਿੱਖ ਠੀਕ ਨਹੀਂ। ਹਾਂ, ਨਹੀਂ ਇਹ ਗੱਲ ਤਾਂ ਹੈਗੀ ਆ ਵੀ ਉਹਨੂੰ ਜ਼ਰੂਰ ਵਾਚਿਆ ਜਾਵੇ, ਵੇਖਿਆ ਜਾਵੇ। ਇੱਕ ਉਹਦੇ 'ਚ ਨੁਕਤਾ ਮੈਨੂੰ ਨਹੀਂ ਪਤਾ ਵੀ ਉਹਦਾ ਕੋਈ ਫਰਕ ਪੈਂਦਾ ਨਹੀਂ ਪੈਂਦਾ, ਪਰ ਉਹ ਇਹ ਸੀਗਾ ਕਿ ਵੀ ਕਾਨੂੰਨੀ ਤੌਰ 'ਤੇ ਬੰਦਿਸ਼ ਕੋਈ ਨਹੀਂ ਹੈਗੀ ਮੰਨਣ ਦੀ, ਵੀ ਜੇ ਪੰਜਾਬ ਵਾਲੇ ਮੰਨਦੇ ਆ ਜਾਂ ਦਿੱਲੀ ਵਾਲੇ ਮੰਨਦੇ ਆ ਜੀ ਵੀ ਤੁਸੀਂ ਕਾਨੂੰਨੀ ਤੌਰ 'ਤੇ ਮੰਨਣਾ ਹੀ ਮੰਨਣਾ, ਵੀ ਆਹ ਹੁਣ ਲਿਖਿਆ ਗਿਆ ਵੀਰ ਤੂੰ ਇਹ ਤੋਂ ਬਾਹਰ ਨਹੀਂ ਜਾ ਸਕਦਾ, ਭੱਜ ਨਹੀਂ ਸਕਦਾ। ਕਾਨੂੰਨੀ ਬੰਦਿਸ਼ ਕੋਈ ਨਹੀਂ। ਹੁਣ ਜੇ ਮੰਨ ਲਓ ਕਾਨੂੰਨੀ ਬੰਦਿਸ਼ ਕੋਈ ਨਹੀਂ ਤਾਂ ਇੱਕ ਤਰ੍ਹਾਂ ਦਾ ਸਮਝੌਤਾ ਹੀ ਆ ਵੀ ਵੀਰ ਮੇਰਾ, ਜੇ ਇਹ ਉਹੀ ਗੱਲ ਹੋ ਗਈ ਵੀ ਹੈ ਤੇ ਗਵਾਂਢੀ, ਉਹ ਕਹਿੰਦਾ ਵੀ ਯਾਰ ਅੱਜ ਕੀ ਬਣਾਇਆ, ਕਹਿੰਦਾ ਦਾਲ, ਕਹਿੰਦਾ ਤੁਸੀਂ ਕਹਿੰਦਾ ਸਾਡੇ ਵੱਲ ਸਾਗ, ਕਹਿੰਦਾ ਚੱਲ ਕੋਈ ਨਹੀਂ ਫਿਰ ਕੌਲੀ ਤੂੰ ਫੜਾ ਦੇ, ਕੌਲੀ ਲੈ ਲਈ। ਬੰਦਿਸ਼ ਤੇ ਕੋਈ ਨਹੀਂ ਨਾ, ਅਗਲਾ ਕਹਿੰਦਾ ਵੀ ਯਾਰ ਅੱਜ ਕੀ ਬਣਾਇਆ, ਕਹਿੰਦਾ ਜੋ ਮਰਜ਼ੀ ਬਣਾਇਆ ਯਾਰ ਅਸੀਂ ਨਹੀਂ ਦਿੰਦੇ। ਇਹ ਕੰਮ ਆ ਗਿਆ ਉੱਥੇ। ਪਰ ਚੱਕਰ ਇਹ ਆ ਵੀ ਜਿਹੜੀ ਉਹਦੇ ਵਿੱਚ ਬਹੁਤਾ ਕਰਕੇ ਰੌਲਾ ਪੈਂਦੀ ਹੈ ਮੱਤ ਤੋਂ, ਜਿਸ ਚੀਜ਼ ਨੂੰ ਮੇਰਾ ਖਿਆਲ ਅਕਾਲੀ ਦਲ ਨੇ ਚੁੱਕਿਆ ਕਿ ਵੀ ਅਫਸਰ ਸਾਹਿਬਾਨ ਜਿਹੜੇ ਨੇ ਉਹ ਉੱਥੇ ਜਾ ਸਕਦੇ ਆ, ਅਫਸਰ ਸਾਹਿਬਾਨ ਉੱਥੋਂ ਵਾਲੇ ਇੱਥੇ ਵੀ ਆ ਸਕਦੇ ਆ। ਉਹ ਕਹਿੰਦੇ ਜੀ ਉਹ ਜਿਹੜੇ ਜਾ ਸਕਦੇ ਆ ਉਹ ਜਾ ਨਹੀਂ ਸਕਦੇ, ਅਗਲੇ ਨੇ ਮੰਗਾਉਣੇ ਆ, ਕਿਉਂਕਿ ਪਿਛਲੇ ਦਿਨ ਹੀ ਉਹਨਾਂ ਨੇ ਮੰਗਾਏ ਸੀ ਤੇ ਇਹ ਗਏ ਸੀ ਭੱਜੇ ਭੱਜੇ। ਫਿਰ ਉਹ ਇੱਕ ਗੱਲ ਇਹ ਵੀ ਜ਼ਿਕਰ ਕਰਦੇ ਆ ਵੀ ਉਦੋਂ ਸ਼ਾਇਦ ਰਾਜਪਾਲ ਸਾਹਿਬ ਇੱਧਰਲੇ ਪਾਸੇ ਆਏ ਸੀ ਪਾਕਿਸਤਾਨ ਦੀ, ਕਿਉਂਕਿ ਬਾਰਡਰ ਦੇ ਨਾਲ। ਉਹ ਕਹਿੰਦੇ ਵੀ ਉੱਥੇ ਹੋਣਾ ਚਾਹੀਦਾ ਸੀ ਅਫਸਰਾਂ ਦਾ, ਪਰ ਅਫਸਰਾਂ ਕਹਿੰਦੇ ਜੀ ਨਹੀਂ ਇੱਧਰ ਨਹੀਂ ਜਾ ਸਕਦੇ ਕਿਉਂਕਿ ਸਾਨੂੰ ਉੱਧਰੋਂ ਸੱਦਾ ਆਇਆ ਸੀ ਉੱਧਰ ਜਾਣਾ। ਉਹ ਕਹਿੰਦੇ ਵੀ ਉਹ ਤੇ ਸੀਗਾ ਵੀ ਕਾਗਜ਼ੀ ਪੱਤਰੀ ਕੋਈ ਨਹੀਂ ਸੀਗਾ, ਹੁਣ ਤੇ ਬਿਲਕੁਲ ਹੀ ਕਾਗਜ਼ੀ ਪੱਤਰੀ ਹੋ ਗਿਆ ਵੀ ਉਹ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵੇ, ਉਹ ਵਾਲਾ ਕੰਮ ਬਣ ਜਾਣਾ ਇਹਨਾਂ ਦਾ। ਵੀ ਅਗਲੇ ਨੇ ਕਾਗਜ਼ਾਂ ਦੇ ਉੱਪਰ ਲਿਖ ਕੇ ਦੇ ਦਿੱਤਾ ਵੀ ਵੀਰ ਮੇਰਾ ਜਦੋਂ ਅਸੀਂ ਸੱਦੀਏ, ਭਾਵੇਂ ਉਹ ਨੌਲੇਜ ਸ਼ੇਅਰ ਦੇ ਮਾਮਲੇ 'ਤੇ ਹੋਵੇ ਜਿਵੇਂ ਮਰਜ਼ੀ ਹੋਵੇ, ਤੁਹਾਡੇ ਬੰਦੇ ਸਾਡੇ ਕੋਲ ਆਉਣਗੇ। ਪਰ ਇਹਦਾ ਇੱਕ ਹੋਰ ਐਂਗਲ ਵੀ ਮੇਰੇ ਦਿਮਾਗ 'ਚ ਆਉਂਦਾ ਹੈ। ਮੰਨ ਲਓ ਹੁਣ ਅਫਸਰ ਪੰਜਾਬ ਦਾ ਉਹ ਦਿੱਲੀ ਜਾ ਆ,
ਅਗਲੇ ਹੁਣ ਇਹ ਤਾਂ ਹੈ ਨਹੀਂ ਵੀ ਦਿੱਲੀ ਝੋਨਾ ਲਵਾ ਲੈਣਗੇ, ਕੋਈ ਦੱਸਣਗੇ ਤਾਂ ਪੰਜਾਬ ਦੇ ਵੀ ਯਾਰ ਉੱਥੇ ਜਾ ਕੇ ਐਂ ਕਰ ਲਈ ਵੀਰ ਮੇਰਾ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਜਿਹੜੀ ਹੈ ਪੱਲੇ ਬੰਨਣ ਵਾਲੀ, ਕਿ ਸਿੱਧੇ ਤੌਰ ਦੇ ਉੱਤੇ ਜਿਹੜਾ ਸਭ ਤੋਂ ਵੱਡੀ ਦੁਖਦਾਇਕ ਪਹਿਲੂ ਆ, ਸੁਖਬੀਰ ਸਿੰਘ ਬਾਦਲ ਸਾਹਿਬ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਨੇ, ਲੱਖਾਂ ਲੋਕਾਂ ਦੇ ਨੁਮਾਇੰਦੇ ਨੇ, ਅਕਾਲੀ ਦਲ ਦੇ ਪ੍ਰਧਾਨ ਨੇ। ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਤੇ ਕਾਗਜ਼ ਦਿਖਾ ਲਏ। ਉਹ ਕਹਿੰਦੇ ਜੀ ਗੋਡੇ ਟੇਕ ਦਿੱਤੇ, ਐਦਾਂ ਥੋੜੀ ਆ, ਅਕਾਲੀ ਦਲ ਬਰਦਾਸ਼ਤ ਨਹੀਂ ਕਰੂਗਾ, ਦਿੱਲੀ ਨੇ ਕਦੋਂ ਸਕੀ ਹੋਣਾ। ਉਹ ਕਹਿੰਦੇ ਜੀ ਆਹ ਦੇਖੋ, ਇਸ ਸਫੇ ਦੇ ਐਸ ਤੇ ਇੱਥੇ ਮਦ ਲਿਖੀ ਆ ਕਿ ਸਮਝੌਤਾ ਨਹੀਂ ਤੋੜ ਸਕਦਾ ਪੰਜਾਬ। ਜੇ ਦਿੱਲੀ ਦੀ ਸਰਕਾਰ ਚਾਹੂਗੀ, ਪੰਜਾਬ ਦੀ ਸਰਕਾਰ ਵੀ ਸਹਿਮਤ ਹੋਊਗੀ, ਸਮਝੌਤੇ ਤੋਂ ਬਾਹਰ ਫੇਰ ਆਇਆ ਜਾ ਸਕਦਾ। ਹੋਰ ਵੀ ਉਹਨਾਂ ਨੇ 3-4 ਚੀਜ਼ਾਂ ਦਿਖਾਈਆਂ, ਅਗਲਿਆਂ ਦੇ ਕੋਲ ਕਾਗਜ਼ਾਂ ਤਾਂ ਦਿਖਾਈਆਂ, ਪਰ ਥੋੜੇ ਮਿੰਟਾਂ ਬਾਅਦ ਹੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਉਹਨਾਂ ਨੇ ਦਾਅਵਾ ਕੀਤਾ, ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਕੁਝ ਫਰਜ਼ੀ ਪੇਪਰ ਦਿਖਾਈ ਜਾਂਦੇ ਆ। ਹੁਣ ਤੁਸੀਂ ਦੇਖੋ ਕਿ ਸੇਮ ਡੇ ਸਮਝੌਤਾ ਹੁੰਦਾ ਹੈ, ਨੌਲੇਜ ਸ਼ੇਅਰ ਐਗਰੀਮੈਂਟ ਹੁੰਦਾ ਹੈ। ਸਾਬਕਾ ਉਪ ਮੁੱਖ ਮੰਤਰੀ ਤੇ ਮੌਜੂਦਾ ਐਮਪੀ ਸਾਹਿਬ ਕਹਿੰਦੇ ਜੀ ਆ ਮੇਰੇ ਕੋਲੇ ਕਾਗਜ਼ ਨੇ ਤੇ ਉਹਦੇ ਵਿੱਚ ਆ ਲਿਖਿਆ, ਤੇ ਮੌਜੂਦਾ ਮੁੱਖ ਮੰਤਰੀ ਕਹਿੰਦੇ ਆ ਕਿ ਭਾਈ ਫਰਜ਼ੀ ਕਾਗਜ਼ ਦਿਖਾਈ ਜਾਂਦੇ ਆ। ਇੱਕ ਗੱਲ ਨੋਟ ਕਰਨ ਵਾਲੀ ਹੈ ਜੀ, ਉਹ ਫਾਈਲਾਂ ਉਹਨਾਂ ਦੋਵਾਂ ਬੰਦਿਆਂ ਦੇ ਕੋਲ, ਦੋਵੇਂ ਮੁੱਖ ਮੰਤਰੀ ਨੇ, ਐਡੀ ਛੇਤੀ ਉਹ ਪੰਜਾਬ ਵੀ ਆ ਜਾਂਦੀਆਂ ਨੇ। ਨਹੀਂ, ਮੈਂ ਤਾਂ ਸੰਧਾਲੀਆ ਸਾਹਿਬ ਇਹ ਕਹਿਣਾ ਕਿ ਇਹਦਾ ਮਤਲਬ ਹੈ ਕਿ ਜਾਂ ਮੁੱਖ ਮੰਤਰੀ ਸਾਹਿਬ ਗਲਤ ਨੇ ਤੇ ਜਾਂ ਸਾਬਕਾ ਉਪ ਮੁੱਖ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਸਾਹਿਬ ਗਲਤ ਨੇ। ਯਾਨੀ ਇਹ ਅੱਜ ਦੇ ਯੁੱਗ 'ਚ ਜਦੋਂ ਟੈਕਨੋਲੋਜੀ ਹੈ, ਜਦੋਂ ਸੋਸ਼ਲ ਮੀਡੀਆ ਹੈ, ਜਦੋਂ ਇੱਕ ਸਕਿੰਟ ਦੀ ਖਬਰ ਦੁਨੀਆ ਦੇ ਕੋਨੇ-ਕੋਨੇ ਤੱਕ ਜਾਂਦੀ ਹੈ, ਤੇ ਦੋ ਵੱਡੇ ਨੇਤਾ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਇੱਕੋ ਹੀ ਮੁੱਦੇ ਦੇ ਉੱਤੇ ਬਿਆਨ ਦੇਣ, ਤੇ ਪੰਜਾਬ ਦੇ ਲੋਕ ਫਿਰ ਸਮਝਣ ਕੀ। ਇਹ ਗੱਲ ਕਲੀਅਰ ਹੋਣੀ ਬਹੁਤ ਜ਼ਰੂਰੀ ਹੈ ਕਿ ਸੱਚੀ ਮੁੱਚੀ ਇਹ ਮਦ ਲਿਖੀ ਹੈ ਜਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਉਹ ਫਰਜ਼ੀ ਪੇਪਰ, ਕਿੱਡਾ ਵੱਡਾ ਇਲਜ਼ਾਮ ਹੈ। ਮੈਨੂੰ ਇੱਕ ਹੋਰ ਸੰਧਾਲੀਆ ਸਾਹਿਬ ਇਹਦੇ ਵਿੱਚ ਗੱਲ ਲੱਗਦੀ ਹੈ। ਮੈਂ ਕਹਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਆਪਾਂ ਵਿਰੋਧੀ ਧਿਰਾਂ ਦੀ ਗੱਲ ਮੰਨੀ ਕਿ ਸਮਝੌਤਾ ਗਲਤ ਕਰ ਲਿਆ, ਮੰਨ ਲਓ ਸਮਝੌਤਾ ਗਲਤ ਕਰ ਲਿਆ, ਪਰ ਇੱਕ ਗੱਲ ਜਿਹੜੀ ਹੈ ਸੋਚਣ ਵਿਚਾਰਨ ਵਾਲੀ ਹੈ ਕਿ ਕੀ ਪੰਜਾਬ ਦੇ ਲੋਕ, ਕਿਉਂਕਿ ਉਹ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਸਮਝੌਤਾ, ਨੌਲੇਜ ਸ਼ੇਅਰ ਐਗਰੀਮੈਂਟ ਜਿਹੜਾ, ਕੀ ਪੰਜਾਬ ਦੇ ਲੋਕ ਆਪਣੇ ਪਿੰਡ ਦੇ ਨੇੜੇ ਸਰਕਾਰੀ ਸਕੂਲ, ਸਰਕਾਰੀ ਕਾਲਜ ਤੇ ਸਰਕਾਰੀ ਯੂਨੀਵਰਸਿਟੀ ਦੇ ਪ੍ਰਬੰਧ ਤੋਂ ਸੰਤੁਸ਼ਟ ਨੇ? ਕੀ ਪੰਜਾਬ ਦੇ ਲੋਕ ਆਪਣੇ ਪਿੰਡ ਦੇ ਨੇੜੇ ਡਿਸਪੈਂਸਰੀ, ਮੁੱਢਲਾ ਸਿਹਤ ਕੇਂਦਰ, ਜ਼ਿਲ੍ਹਾ ਹਸਪਤਾਲ, ਉਹਦੇ ਵਿਚਲੇ ਪ੍ਰਬੰਧ, ਉਹਦੇ ਵਿਚਲੀਆਂ ਸਹੂਲਤਾਂ ਤੋਂ ਸੰਤੁਸ਼ਟ ਨੇ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਕੁਝ ਤਬਦੀਲੀ ਦੀ ਲੋੜ ਹੈ? ਕੀ ਪੰਜਾਬ ਦੇ ਲੋਕ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੈ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਹੀ ਪੜ੍ਹਾਉਣਾ ਚਾਹੁੰਦੇ ਆ ਕਿ ਉੱਥੇ ਵਧੀਆ ਪ੍ਰਬੰਧ ਹੈ? ਕੀ ਪੰਜਾਬ ਦੇ ਲੋਕ ਇਹ ਮੰਨਦੇ ਆ ਕਿ ਜੇ ਘਰ ਦੇ ਵਿੱਚ ਕੋਈ ਬੰਦਾ ਬਿਮਾਰ ਠਮਾਰ ਹੋ ਜਾਵੇ ਜਾਂ ਰੂਟੀਨ ਚੈੱਕਅਪ ਲਈ ਜਾਣਾ ਹੈ, ਕੀ ਉਹ ਸਰਕਾਰੀ ਡਿਸਪੈਂਸਰੀ ਜਾਂ ਸਰਕਾਰੀ ਹਸਪਤਾਲ ਦੇ ਵਿੱਚ ਜਾਂਦੇ ਆ, ਜਾਂ ਉਹਨਾਂ ਦੀ ਤਰਜੀਹ ਹੁੰਦੀ ਹੈ ਕਿ ਅਸੀਂ ਨਿੱਜੀ ਹਸਪਤਾਲ 'ਚ ਜਾਣਾ ਹੈ? ਜੇ ਪੰਜਾਬ ਦੇ ਲੋਕਾਂ ਦੀ ਤਰਜੀਹ ਸਰਕਾਰੀ ਸਕੂਲ, ਕਾਲਜ ਤੇ ਸਰਕਾਰੀ ਯੂਨੀਵਰਸਿਟੀ ਨਹੀਂ, ਜੇ ਪੰਜਾਬ ਦੇ ਲੋਕਾਂ ਦੀ ਤਰਜੀਹ ਸਰਕਾਰੀ ਡਿਸਪੈਂਸਰੀ ਤੇ ਸਰਕਾਰੀ ਹਸਪਤਾਲ ਨਹੀਂ, ਇਹਦਾ ਮਤਲਬ ਹੈ ਕਿ ਤਬਦੀਲੀ ਦੀ ਲੋੜ ਤਾਂ ਫਿਰ ਹੈਗੀ ਹੈ। ਪਰ ਅਸੀਂ ਨਹੀਂ ਕਹਿੰਦੇ ਦਿੱਲੀ ਵਾਲੇ ਮਾਡਲ ਵਾਲੀ ਤਬਦੀਲੀ ਲੈ ਕੇ ਆਓ। ਵਿਰੋਧੀ ਧਿਰਾਂ ਨੂੰ ਹੱਕ ਹੈ, ਅਧਿਕਾਰ ਹੈ, ਤੇ ਉਹਨਾਂ ਦਾ ਫਰਜ਼ ਵੀ ਹੈ ਕਿ ਜੇ ਕੋਈ ਸਰਕਾਰ ਕੰਮ ਕਰਦੀ ਹੈ ਤਾਂ ਉਹਦੀ ਆਲੋਚਨਾ ਕਰੋ। ਪਰ ਚੰਗਾ ਹੁੰਦਾ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ, 10 ਸਾਲ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ ਹੈ, ਉਹ ਨਾਲ ਦੀ ਨਾਲ ਪੰਜਾਬ ਦੇ ਲੋਕਾਂ ਨੂੰ ਇੱਕ ਬਦਲਵਾਂ ਪ੍ਰਬੰਧ ਦੇਣ ਕਿ ਭਾਈ ਇਦਾਂ ਨਹੀਂ, ਦਿੱਲੀ ਵਾਲਾ ਮਾਡਲ ਨਹੀਂ ਲਾਗੂ ਕਰਨਾ, ਗਲਤ ਹੈ। ਉੱਥੇ ਇਸ ਤਰੀਕੇ ਪੰਜਾਬ ਦੇ ਸਕੂਲਾਂ ਦੀ ਹਾਲਤ ਸੁਧਾਰੋ, ਇਸ ਤਰੀਕੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰੋ। ਪੰਜਾਬ ਦੇ ਲੋਕਾਂ ਨੇ ਚਾਂਸ ਦਿੱਤਾ ਸੀ, ਤੁਸੀਂ ਬਦਲਵਾਂ ਪ੍ਰਬੰਧ ਜ਼ਰੂਰ ਦਿਓ। ਕੱਲੀ ਆਲੋਚਨਾ ਕਰਨ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੰਤੁਸ਼ਟੀ ਨਹੀਂ, ਕਿਉਂਕਿ ਤਬਦੀਲੀ ਦੀ ਲੋੜ ਤਾਂ ਹੈਗੀ ਹੈ। ਕਰਨੀ ਕਿਹੜੀ ਹੈ? ਜੇ ਉਹਨਾਂ ਦੀ ਤਬਦੀਲੀ ਤੁਹਾਨੂੰ ਨਹੀਂ ਪਸੰਦ, ਨੌਲੇਜ ਸ਼ੇਅਰ ਐਗਰੀਮੈਂਟ ਤੁਹਾਨੂੰ ਨਹੀਂ ਪਸੰਦ, ਤਾਂ ਤੁਸੀਂ ਦੱਸੋ ਜ਼ਰੂਰ ਕਿ ਭਾਈ ਆਹ ਢੰਗ ਤਰੀਕਾ ਹੈ, ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਦੇ ਪੈਸੇ ਨਿੱਜੀ ਸਕੂਲਾਂ, ਨਿੱਜੀ ਕਾਲਜਾਂ, ਨਿੱਜੀ ਯੂਨੀਵਰਸਿਟੀਆਂ ਤੇ ਨਿੱਜੀ ਹਸਪਤਾਲਾਂ 'ਚ ਹੋਰ ਬਰਬਾਦ ਥੋੜੀ ਹੋਣ ਦੇਣੇ। ਹਾਂਜੀ, ਗੱਲ ਹੈਗੀ ਆ। ਦੇਖੋ, ਇੱਕ ਚੀਜ਼ ਬੜੀ ਹੈਰਾਨੀ ਵਾਲੀ ਹੋਈ ਕਿ ਵੀ ਆਮ ਤੌਰ ਤੇ ਜਿੱਦਣ ਦਾ ਇਹ ਕੰਮ ਸ਼ੁਰੂ ਹੋਇਆ ਸੀ, ਵਿਰੋਧੀਆਂ ਵਾਲਾ ਵੀ ਇੱਧਰੋਂ ਬਿਆਨ ਉੱਧਰੋਂ ਬਿਆਨ, ਧਰਨਾ, ਇਹ ਕੋਈ ਜਿਹੜਾ ਵੀਡੀਓ ਵਾਲਾ ਕੰਮ ਜਿੱਦਾਂ ਕੇਜਰੀਵਾਲ ਸਾਹਿਬ ਜਵਾਬ ਦਿੰਦੇ ਹੁੰਦੇ ਸੀ, ਉਹੀ ਕੰਮ ਭਗਵੰਤ ਮਾਨ ਸਾਹਿਬ ਨੇ ਵੀ ਕੀਤਾ। ਉਹ ਕੋਈ ਨਾ ਕੋਈ ਅਨਾਊਂਸਮੈਂਟ ਕਰਨ ਦੇ ਲਈ ਵੀਡੀਓ ਜਾਰੀ ਕਰਦੇ ਸੀ, ਪਰ ਹੁਣ ਜਿਹੜੀ ਉਹਨਾਂ ਨੇ 7 ਮਿੰਟ ਦੀ ਇੱਕ ਵੀਡੀਓ ਜਾਰੀ ਕੀਤੀ, ਉਹ ਵਿਰੋਧੀਆਂ ਦੇ ਇਹਨਾਂ ਦੋਸ਼ਾਂ ਦਾ ਜਵਾਬ ਦੇਣ ਲਈ ਜਾਰੀ ਕੀਤੀ। ਐਂਡ ਉਸ ਵੀਡੀਓ ਦੇ ਵਿੱਚ ਜਿੱਥੋਂ ਸ਼ੁਰੂ ਹੋਏ, ਉਹਦੇ ਤੋਂ ਲੈ ਕੇ ਫਿਰ ਜਿਹੜੀ ਗੱਲ ਆ, ਜੇ ਉਹ ਕੱਲ੍ਹ ਵੀ ਮੇਰਾ ਖਿਆਲ ਬਿਜਲੀ ਮੰਤਰੀ ਸਾਹਿਬ ਨੇ ਵੀ ਜਿਹੜਾ ਜਵਾਬ ਦਿੱਤਾ ਸੀ ਵਿੱਚ, ਉਹ ਸਿੱਧੂ ਸਾਹਿਬ ਦੇ, ਉਹ ਕਹਿੰਦੇ ਵੀ 4 ਬੰਦੇ ਲੈ ਕੇ ਉੱਥੇ ਵਿਰੋਧ ਕਰਦੇ ਨੇ, ਤੇ ਮੈਂ ਤਾਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਤੁਹਾਡੇ ਕੋਲੇ ਮੰਤਰਾਲਾ ਸੀ ਮਹਾਰਾਜ, ਉਦੋਂ ਤਾਂ ਤੁਸੀਂ ਕੀਤਾ ਨਹੀਂ। ਫਿਰ ਜਿਹੜੀ ਗੱਲ ਤੁਸੀਂ ਦੱਸੀ ਵੀ ਸੁਖਬੀਰ ਬਾਦਲ ਸਾਹਿਬ ਵਾਲੀ ਵੀ ਮਹਾਰਾਜ ਤੁਸੀਂ ਤਾਂ ਉਦੋਂ ਚਾਈਨਾ ਤੱਕ ਗਏ ਸੀ, ਤਾਂ ਮਤਲਬ ਫਿਰ ਉੱਥੋਂ ਚਲਾਤੀ ਸਰਕਾਰ। ਫਿਰ ਕਾਂਗਰਸ ਪਾਰਟੀ ਨੂੰ ਜਵਾਬ ਦੇਣ ਲੱਗ ਪਏ, ਉਹ ਕਹਿੰਦੇ ਮਹਾਰਾਜ ਬਾਜਵਾ ਸਾਹਿਬ ਤੁਸੀਂ ਹੁਣ ਦੀਆਂ ਗੱਲਾਂ ਕਰਦੇ ਹੋ,
ਆ 4 4.5 ਸਾਲ ਤੇ ਕਹਿੰਦੇ ਵਿਦੇਸ਼ੀ ਮਹਿਮਾਨ ਹੀ ਆ ਕੇ ਤੁਹਾਡੇ ਅਫਸਰ ਲਾਈ ਗਏ, ਉਦੋਂ ਤਾਂ ਤੁਸੀਂ ਕੋਈ ਗੱਲ ਕੀਤੀ ਨਹੀਂ। ਉਹਨਾਂ ਨੇ ਸੰਧਾਲੀਆ ਸਾਹਿਬ ਜਿੱਦਾਂ ਐਡਵੋਕੇਟ ਜਨਰਲ SSP ਸਾਹਿਬ DGP ਉਹ ਕਹਿੰਦੇ ਜੀ ਵਿਦੇਸ਼ੀ ਮਹਿਲਾ ਮਹਿਮਾਨ ਕਿਹਾ ਉਹਨਾਂ ਨੇ ਕਿ ਤੇ ਤੁਸੀਂ ਵੀ ਕਹਿੰਦੇ ਬਾਜਵਾ ਸਾਹਿਬ ਚਿੱਠੀਆਂ ਲਿਖਦੇ ਹੁੰਦੇ ਸੀ। ਉਦੋਂ ਕਹਿੰਦੇ ਤੁਹਾਡੀ ਚਿੱਠੀ ਦਾ ਕੋਈ ਜਵਾਬ ਨਹੀਂ ਸੀ ਦਿੰਦਾ ਤੇ ਮੁੜ ਕੇ ਤੁਸੀਂ ਲੰਚ ਕਰਦੇ ਸੀ ਉਹਨਾਂ ਨਾਲ। ਇਹ ਜਿਹੜੀ ਮਤਲਬ ਇੱਕ ਹੁਣ ਡਿਫਰੈਂਟ, ਇਹ ਵੀ ਇੱਕ ਡਿਫਰੈਂਟ ਚੀਜ਼ ਹੋਈ ਜੀ ਕਿ ਵੀ ਆਮ ਤੌਰ ਤੇ ਕੀ ਹੁੰਦਾ ਸੀ ਵੀ ਉਹ ਜਵਾਬ ਜਿਹੜੇ ਉਹਨਾਂ ਦੇ ਸਪੋਕਸ ਪਰਸਨ ਨੇ ਉਹੀ ਦਿੰਦੇ ਹੁੰਦੇ ਸੀ, ਪਰ ਆਮ ਆਦਮੀ ਪਾਰਟੀ ਤਰਫੋਂ ਖੁਦ ਮੁੱਖ ਮੰਤਰੀ ਨੇ ਆ ਕੇ ਜਿੱਦਾਂ ਹੁਣ ਉਹ ਇੱਕ ਵੀਡੀਓ ਜਾਰੀ ਕੀਤੀ ਜੀ ਐਂਡ ਪਿਛਲੇ ਦਿਨਾਂ 'ਚ ਜੋ ਕੁਝ ਹੋਇਆ ਉਹ ਸਾਰੇ ਕੁਝ ਦਾ ਉਹਨਾਂ ਨੇ ਜਵਾਬ ਦਿੱਤਾ। ਨਾਲ ਦੀ ਨਾਲ ਆਪਣੀ ਗੱਲ ਇਹ ਵੀ ਕਹੀ ਕਿ ਵੀ ਦੇਖੋ ਕਾਰਨ ਹੈ ਵੀ ਫਿਰ ਉਹਨਾਂ ਨੇ ਸਾਲ ਵੀ ਗਿਣੇ ਪਏ, ਇੰਨੇ ਸਾਲ ਕਾਂਗਰਸ ਦੇ, ਇੰਨੇ ਅਕਾਲੀ ਦਲ ਦੇ, 44 ਕੁ ਸਾਲ ਬਣਾਏ ਉਹਨਾਂ। ਉਹ ਕਹਿੰਦੇ ਯਾਰ ਸਾਨੂੰ ਤਾਂ 44 ਦਿਨ ਨਹੀਂ ਹੋਏ ਅਜੇ ਤੇ ਤੁਸੀਂ ਕਹਿੰਦੇ ਵੀ 44 ਸਾਲਾਂ ਦਾ ਜੋ ਤੁਸੀਂ ਕੰਮ ਕੀਤਾ ਸੀ ਉਹਨੂੰ ਮੈਂ ਸੈੱਟ ਕਰ ਦਵਾਂ, ਇਦਾਂ ਨਹੀਂ। ਬਾਕੀ ਇਹ ਗੱਲ ਹੈਗੀ ਆ, ਉਹ ਕਹਿੰਦੇ ਵੀ ਜਿਹੜੇ ਅਸੀਂ ਵਾਅਦੇ ਕੀਤੇ, ਗਰੰਟੀਆਂ ਦਿੱਤੀਆਂ, ਕੱਲੀ ਚੀਜ਼ ਤੁਹਾਨੂੰ ਅਸੀਂ ਪੂਰੀ ਕਰਕੇ ਦੱਸਣੀ ਆ ਤੇ ਉਹਦੇ ਤੇ ਸਾਡਾ ਕੰਮ ਚੱਲ ਰਿਹਾ। ਹਾਂ ਤੁਸੀਂ ਆਪਣੇ ਤੌਰ ਤੇ ਲੱਗੇ ਜਾਣਾ, ਲੱਗੇ ਰਹੋ, ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਵਿਰੋਧ ਵੀ ਕਰਨਾ ਤੇ ਯਾਰ ਥੋੜਾ ਜਿਹਾ ਚੰਗਾ ਕਰੋ। ਮਤਲਬ ਇਹ ਨਾ ਲੱਗੇ ਵੀ ਸਿਰਫ ਵਿਰੋਧ ਕਰਨ ਦਾ ਕਰਕੇ, ਉਹਨਾਂ ਸ਼ਬਦ ਵਰਤਿਆ ਵੀ ਯਾਰ ਬੰਦਾ ਸੋਚਣ ਲੱਗ ਪੈਂਦਾ ਵੀ ਅੱਛਾ ਕੀ ਕਰੀ ਯਾਰ, ਟੈਲੀਵਿਜ਼ਨ ਤੇ ਫੋਟੋ ਕਿੱਦਾਂ ਆਵੇ। ਇਹ ਜਿਹੜਾ ਟੈਲੀਵਿਜ਼ਨ ਤੇ ਫੋਟੋ ਦਾ ਕਰਕੇ ਜੇ ਉਹਨਾਂ ਨੂੰ ਜਾਪਦਾ ਵੀ ਟੈਲੀਵਿਜ਼ਨ ਦਾ ਫੋਟੋ ਤੇ ਆਉਣ ਦਾ ਕਰਕੇ ਵਿਰੋਧੀ ਵਿਰੋਧ ਕਰਦੇ ਨੇ ਤੇ ਵੀ ਉਹ ਉਹਨਾਂ ਕਹਿੰਦੇ ਵੀ ਨਹੀਂ ਕਰਨਾ ਚਾਹੀਦਾ। ਇੱਕ ਸੀ ਨਾ ਸੰਧਾਲੀਆ ਸਾਹਿਬ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਬਾਰੇ ਵੀ ਕਿਹਾ। ਉਹ ਕਹਿੰਦੇ ਜੀ ਸਿੱਧੂ ਸਾਹਿਬ ਹੁਣ ਬਿਜਲੀ ਦੇ ਮੁੱਦੇ ਦੇ ਉੱਤੇ ਬਹੁਤ ਸਰਕਾਰ ਦੀ ਆਲੋਚਨਾ ਕਰਦੇ ਆ ਜੀ, ਬਿਜਲੀ ਐਂ ਤਾਂ ਬਿਜਲੀ ਔਂ। ਉਹ ਕਹਿੰਦੇ ਮੈਂ ਸਿੱਧੂ ਸਾਹਿਬ ਨੂੰ ਇੱਕ ਬੇਨਤੀ ਕਰਨੀ ਹੈ ਕਿ ਤੁਸੀਂ ਆ ਰਾਜਪੁਰੇ ਦੇ ਕੋਲ 20 ਬੰਦੇ ਲੈ ਕੇ ਕਹਿੰਦੇ ਧਰਨਾ ਲਾਇਆ ਸੀ ਤੇ ਰਾਜਾ ਵੜਿੰਗ ਕਹਿੰਦੇ ਜੀ ਸਾਡੀ ਪਾਰਟੀ ਦਾ ਪ੍ਰੋਗਰਾਮ ਨਹੀਂ। ਉਹ ਕਹਿੰਦੇ ਸਾਡੀ ਆਲੋਚਨਾ ਕਰਨੀ ਹੈ ਜੀ ਸਦਕੇ ਕਰੋ, ਪਰ ਪਹਿਲਾਂ ਪਾਰਟੀ ਤੋਂ ਮਾੜੀ ਜੀ ਮਾਨਤਾ ਲੈ ਲਓ। ਦੂਸਰੀ ਗੱਲ ਉਹ ਕਹਿੰਦੇ ਜੀ ਜੇ ਤੁਹਾਨੂੰ ਬਿਜਲੀ ਦੇ ਪ੍ਰਬੰਧਾਂ ਤੇ ਇੰਨਾ ਹੀ ਇਤਰਾਜ਼ ਹੈ, ਤੁਹਾਨੂੰ ਬਿਜਲੀ ਮੰਤਰੀ ਬਣਾਇਆ ਸੀ ਕੈਪਟਨ ਸਾਹਿਬ ਨੇ, ਉਦੋਂ ਤੁਸੀਂ ਵਿਭਾਗ ਹੀ ਨਹੀਂ ਸਾਂਭਿਆ। ਤੁਸੀਂ ਵਿਭਾਗ ਸਾਂਭਦੇ, ਤੁਸੀਂ ਸਾਰਾ ਪ੍ਰਬੰਧ ਦਰੁਸਤ ਕਰ ਦਿੰਦੇ, ਸਾਨੂੰ ਕਰਨ ਦੀ ਲੋੜ ਹੀ ਨਾ ਪੈਂਦੀ। ਫਿਰ ਉਹਨਾਂ ਨੇ ਇੱਕ ਗੱਲ ਹੋਰ ਕਹੀ, ਉਹ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਸਾਹਿਬ ਅੱਜ ਕੱਲ੍ਹ ਮੇਰੇ ਤੇ ਬਹੁਤ ਵਰਦੇ ਆ, ਜਿੱਥੇ ਕਿਤੇ ਵੀ ਜਾਂਦੇ ਆ ਮੇਰੇ ਖਿਲਾਫ ਬੋਲਦੇ ਆ। ਕਹਿੰਦੇ ਜੀ ਮੈਂ ਤਾਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਤੁਹਾਡੀ ਸਰਕਾਰ ਰਹੀ ਹੈ 10 ਸਾਲ, ਤੁਸੀਂ ਪ੍ਰਬੰਧ ਠੀਕ ਕੀਤੇ ਹੁੰਦੇ ਤਾਂ ਸਾਨੂੰ ਕਰਨ ਦੀ ਲੋੜ ਹੀ ਨਾ ਪੈਂਦੀ। ਇੱਕ ਮੈਨੂੰ ਬਜਟ ਜਿਹੜਾ ਨਾ ਸੰਧਾਲੀਆ ਸਾਹਿਬ ਬਾਰ-ਬਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਸੀ ਕਿ 1000 ਤੋਂ ਉੱਪਰ ਸਕੂਲ ਨੇ, 200 ਤੋਂ ਵੱਧ ਸਕੂਲਾਂ 'ਚ ਪ੍ਰਿੰਸੀਪਲ ਨਹੀਂ ਹੈਗੇ। ਦਿੱਲੀ 'ਚ ਠੇਕੇ ਵਾਲੇ ਅਧਿਆਪਕ ਵੀ ਹੋਣਗੇ। ਦਿੱਲੀ ਦੇ ਵਿੱਚ ਹੋ ਸਕਦਾ ਕਿ ਅਸਾਮੀਆਂ ਵੀ ਖਾਲੀ ਹੋਣ, ਜਿੱਦਾਂ ਮਨਜਿੰਦਰ ਸਿੰਘ ਸਿਰਸਾ ਸਾਹਿਬ ਭਾਜਪਾ ਦੇ ਆਗੂ ਨੇ, ਉਹਨਾਂ ਨੇ ਕਿਹਾ ਉਹ ਕਮੀਆਂ ਜ਼ਰੂਰ ਹੋਣਗੀਆਂ, ਆਪਾਂ ਇਸ ਗੱਲ ਤੋਂ ਮੁਨਕਰ ਨਹੀਂ। ਪਰ ਦੂਸਰੇ ਪਾਸੇ ਜਿਹੜਾ ਦਾਅਵਾ ਭਗਵੰਤ ਮਾਨ ਹੋਰਾਂ ਨੇ ਕੀਤਾ ਕਿ ਪੰਜਾਬ 'ਚ 2% ਦੀ ਟੋਟਲ ਬਜਟ, ਜੇ 1 ਲੱਖ ਬਜਟ ਹੈ ਤਾਂ 2000 ਰੁਪਈਆ ਐਜੂਕੇਸ਼ਨ ਤੇ ਖਰਚਦੇ ਆ। ਉਹਨਾਂ ਨੇ ਕਿਹਾ ਦਿੱਲੀ 'ਚ 25% ਬਜਟ ਐਜੂਕੇਸ਼ਨ ਤੇ ਖਰਚਿਆ ਜਾਂਦਾ, ਸਿੱਖਿਆ ਦੇ ਉੱਤੇ ਖਰਚਿਆ ਜਾਂਦਾ। ਹੁਣ ਬਜਟ ਤਾਂ ਵਧਾਉਣਾ ਪਊਗਾ ਉਧਰਲੇ ਪਾਸੇ, ਪਰ 25% ਜੇ ਅਸੀਂ ਐਜੂਕੇਸ਼ਨ ਦੇ ਖਰਚਦੇ, ਅਸੀਂ ਕਰਜ਼ਾ ਕਿੱਥੋਂ ਲਾਉਣਾ ਹੀ, ਉਹ ਵੀ ਵੱਡੀ ਸਮੱਸਿਆ। ਸੰਧਾਲੀਆ ਸਾਹਿਬ ਇੱਕ ਗੱਲ ਪੱਕੀ ਹੈ, ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਮਿਹਨਤੀ ਨੇ, ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਹੋਣ ਤਾਂ ਬਹੁਤਾ ਅਮਲਾ ਫੈਲਾ ਡਾਕਟਰ ਸਾਹਿਬ ਮਿਹਨਤੀ ਨੇ, ਸਿਸਟਮ ਦੀ ਘਾਟ ਹੈ। ਹੁਣ ਦਵਾਈਆਂ ਜੇ ਨਹੀਂ ਹੋਣਗੀਆਂ ਤਾਂ ਡਾਕਟਰ ਨੇ ਪੱਲਿਓਂ ਤਾਂ ਦੇਣੀਆਂ ਨਹੀਂ। ਬਹੁਤ ਸਾਰੇ ਅਧਿਆਪਕ ਨੇ ਆਪਣੇ ਪੱਲਿਓਂ ਪੈਸੇ ਖਰਚ ਕੇ ਨਿਆਣਿਆਂ ਨੂੰ ਕਿਤਾਬ ਕਾਪੀ ਵੀ ਦੇ ਦਿੰਦੇ ਆ, ਪੱਲਿਓਂ ਪੈਸੇ ਖਰਚ ਕੇ ਨਿਆਣਿਆਂ ਨੂੰ ਖੇਡਾਂ ਤੇ ਵੀ ਲੈ ਜਾਂਦੇ, ਕਿਉਂਕਿ ਸਰਕਾਰ ਤਾਂ ਖੇਡਾਂ ਲਈ ਫੰਡ ਦਿੰਦੀ ਨਹੀਂ। ਸਫਾਈ ਕਰਾਉਣੀ ਹੋਵੇ ਕਿੰਨੇ ਪੈਸੇ ਦਿੰਦੀ, 500 ਜਾਂ 2000 ਰੁਪਈਆ ਸਾਲ ਦਾ। ਸਫਾਈ ਵੀ ਕਈ ਅਧਿਆਪਕ ਪੱਲਿਓਂ ਪੈਸੇ ਖਰਚ ਕੇ ਕਰਾਉਂਦੇ ਆ। ਲੋਕਾਂ ਦਾ ਮਿਹਨਤ ਤਰਲਾ ਕਰਦੇ ਆ ਜੀ, ਆ ਸਕੂਲ ਦੇ ਵਿੱਚ ਮਾੜਾ ਜਿਹਾ ਫਰਸ਼ ਪਾਉਣ ਵਾਲਾ ਹੈ, ਆ ਮਾੜੀ ਜਿਹੀ ਰਸੋਈ ਪੱਕੀ ਕਰਾਉਣ ਵਾਲੀ ਹੈ, ਆ ਗੇਟ ਲਵਾਉਣ ਵਾਲਾ ਹੈ, ਆ ਥੋੜੀ ਜਿਹੀ ਫਿਟਿੰਗ ਕਰਾਉਣ ਵਾਲੀ ਹੈ, ਆ ਮਾੜਾ ਜਿਹਾ ਜੇ ਕੋਈ NRI ਆ ਤਾਂ ਦੱਸਿਓ, ਅਸੀਂ 5-7 ਰੁਪਈਆ ਉਹ ਦੇ ਦੇਣ, 2-4 ਹਜ਼ਾਰ ਅਸੀਂ ਪੱਲਿਓਂ ਪਾ ਲਵਾਂਗੇ, ਕੰਮ ਕਰ ਲਾਂਗੇ। ਇਦਾਂ ਨਹੀਂ ਪੜ੍ਹਾਈਆਂ ਚੱਲਦੀਆਂ। ਤੁਸੀਂ ਇਹ ਦੇਖੋ ਬਹੁਤ ਸਾਰੇ ਬੱਚੇ ਵਧੀਆ ਨੇ ਸਰਕਾਰੀ ਸਕੂਲਾਂ ਦੇ ਪੜ੍ਹੇ, ਪਰ ਫਿਰ ਵੀ ਅੱਜ ਸਮਾਂ ਕਿੱਦਾਂ ਦਾ ਹੋ ਗਿਆ, ਕੰਪੀਟੀਸ਼ਨ ਕਿੰਨਾ, ਮੁਕਾਬਲੇ ਦੇ ਇਮਤਿਹਾਨਾਂ 'ਚ ਜਾਣਾ, ਅੱਗੇ ਜਾ ਕੇ ਦਾਖਲੇ ਲੈਣੇ, ਉਹ ਸਾਰੀਆਂ ਚੀਜ਼ਾਂ ਦੇ ਲਈ ਸਰਕਾਰੀ ਸਕੂਲਾਂ ਦੇ ਵਿੱਚ ਉਦਾਂ ਦਾ ਮਾਹੌਲ ਅਜੇ ਦਿੱਤਾ ਨਹੀਂ ਜਾ ਸਕਿਆ। ਕਾਲਜਾਂ ਦੇ ਵਿੱਚ ਹਾਲਾਤ ਬੜੇ ਖਰਾਬ ਨੇ, ਲੈਬੋਰਟਰੀ, ਲਾਇਬ੍ਰੇਰੀ ਉਧਰਲੇ ਪਾਸੇ ਧਿਆਨ ਦੇਣ ਦੀ ਲੋੜ ਹੈ। ਸਕੂਲਾਂ ਕਾਲਜਾਂ ਦੇ ਵਿੱਚ ਜਾਣਾ, ਸਰਕਾਰੀ ਬੱਸ ਸੇਵਾ ਹੈ ਨਹੀਂ। ਆਲੋਚਨਾ ਕਰਨੀ ਹੈ ਠੋਕ ਕੇ ਕਰੋ, ਪਰ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਕਿੱਦਾਂ ਆਵੇ ਉਹ ਬਹੁਤ ਜ਼ਰੂਰੀ ਹੈ। ਤੇ ਮੈਂ ਸਾਰੀਆਂ ਪਾਰਟੀਆਂ ਦੇ ਵਰਕਰਾਂ ਨੂੰ ਜ਼ਰੂਰ ਬੇਨਤੀ ਕਰਦਾ, ਤੁਸੀਂ ਆਪਣੀਆਂ ਪਾਰਟੀਆਂ ਨਾਲ ਐਨ ਲੋਹੇ ਦੇ ਡੰਡਿਆਂ ਖੜੋ ਕਿ ਭਾਈ ਅਸੀਂ ਨਹੀਂ ਝੁਕਦੇ, ਪਾਰਟੀ ਨਾਲ ਖੜੇ ਆਂ, ਪਰ ਲੀਡਰਾਂ ਦੇ ਪਿੱਛੇ ਲੱਗ ਕੇ ਬਿਆਨ ਨਹੀਂ ਦੇਣੇ, ਭਾਵੇਂ ਸੱਤਾਧਾਰੀ ਆ ਭਾਵੇਂ ਵਿਰੋਧੀ। ਐਗਰੀਮੈਂਟ ਹੋਵੇ, ਭਾਵੇਂ ਖੇਤੀ ਕਾਨੂੰਨ ਹੋਣ, ਭਾਵੇਂ ਕੁਝ ਵੀ ਹੋਵੇ, ਅਧਿਐਨ ਆਪ ਕਰਨਾ ਹੈ, ਬੁੱਧੀ ਤੇ ਵਿਵੇਕ ਦੀ ਵਰਤੋਂ ਕਰਕੇ ਆਪਣਾ ਫੈਸਲਾ ਫਿਰ ਬਣਾਓ, ਫਿਰ ਤੁਹਾਨੂੰ ਕੋਈ ਬੰਦਾ ਠੱਗ ਨਹੀਂ ਸਕੂਗਾ। ਦੇਖੋ ਬੇਨਤੀ ਆਪਾਂ ਨਹੀਂ ਆਉਂਦੇ ਵੀ ਆਪਣੀ ਕੋਈ ਗੱਲ ਸੁਣਦਾ ਜੀ, ਪਰ ਕੱਲ ਆਪਾਂ ਜ਼ਿਕਰ ਕੀਤਾ ਸੀ ਵੀ ਯਾਰ ਪਹਿਲਾਂ ਇੱਕ ਮਾਡਲ ਬਣਾ ਲਓ, ਇਹ ਨਾ ਹੋਵੇ ਵੀ ਸਾਰੇ ਪੰਜਾਬ 'ਚ ਤੁਰ ਪਓ ਤੇ ਫਿਰ ਉਹ ਕਿਸੇ ਪਾਸੇ ਵੀ ਗੱਲ ਨਹੀਂ ਬਣਨੀ। ਪਰ ਹੁਣ ਜਿੱਦਾਂ ਖਬਰ ਇਹ ਕਹਿੰਦੀ ਆ ਵੀ 117 ਹਲਕੇ ਆ ਤੇ ਇਸ ਕਰਕੇ ਹਰੇਕ ਹਲਕੇ 'ਚ ਇੱਕ ਸਕੂਲ ਤੇ ਇੱਕ ਡਿਸਪੈਂਸਰੀ, ਯਾਨੀ ਕਿ 117 ਸਕੂਲ ਤੇ 117 ਡਿਸਪੈਂਸਰੀਆਂ ਉਹ ਵਾਲੀਆਂ
ਜਿੱਦਾਂ ਦੀਆਂ ਦਿੱਲੀ ਦੇ ਵਿੱਚ ਬਣੀਆਂ, ਤਾਂ ਜੋ ਲੋਕਾਂ ਨੂੰ ਦਿਖਾਇਆ ਜਾ ਸਕੇ ਵੀ ਆਹ ਦੇਖੋ ਜੀ ਸ਼ੁਰੂਆਤ ਹੋ ਗਈ ਜੀ, ਇਹ ਸਾਡੀ ਪਹਿਲੇ ਸਾਲ ਦੀ ਆ, 6 ਮਹੀਨੇ ਦੀ ਹੈ, ਜਿੰਨਾ ਚਿਰ ਵੀ ਅਗਲੇ ਲਾਉਣਗੇ ਤੇ ਆਉਂਦੇ 5 ਸਾਲਾਂ ਦੇ ਵਿੱਚ ਅਸੀਂ ਆਹ ਬਣਾ ਦੇਵਾਂਗੇ। ਹੋ ਸਕਦਾ ਐਂਡ ਤੇ ਅਗਲੇ ਰਿਪੋਰਟ ਕਾਰਡ ਦੇਣ ਵੀ ਇੰਨੇ ਬਣਾਤੇ ਜੇ ਇੰਨੇ ਬਾਕੀ ਰਹਿ ਗਏ। ਹੁਣ ਗੱਲ ਇਹ ਆ ਵੀ ਇਹ ਤਰੀਕਾ ਠੀਕ ਹੈ ਜੇ ਉਹ ਕਰ ਦੇਣ। ਦੂਜੇ ਪਾਸੇ ਮੈਨੂੰ ਲੱਗਦਾ ਵੀ ਜੇ ਵਿਰੋਧ ਕਰਨ ਵਾਲੀਆਂ ਆਪਾਂ ਵਿਰੋਧੀ ਪਾਰਟੀ ਦੀ ਗੱਲ ਕਰੀਏ, ਉਹਨਾਂ ਕੋਲ ਤੇ ਸਗੋਂ ਦੇਖੋ ਅੰਦਰ ਤੱਕ ਦੀ ਸਾਰੀ ਇਨਫੋਰਮੇਸ਼ਨ ਹੈ ਵੀ ਕਿਹੜੀ ਥਾਂ ਤੇ ਕਿੰਨੀ ਘਾਟ ਹੈ, ਕੀ ਬਜਟ ਹੈ, ਆਪਣੀ ਸਕੀਮ ਕੀ ਹੈ, ਮੁਸ਼ਕਲ ਕਿੱਥੇ ਕਿੱਥੇ ਸਰਕਾਰ ਨੂੰ ਆਉਂਦੀ ਹੈ। ਤੇ ਇਹ ਵਾਲੇ ਬੰਦੇ ਇਸ ਵਕਤ ਕਰ ਕੀ ਰਹੇ ਨੇ, ਇਨਫੋਰਮੇਸ਼ਨ ਉਹਨਾਂ ਤੱਕ ਵੀ ਆ ਜਾਣੀ। ਅਫਸਰ ਸਾਹਿਬਾਨ ਤਾਂ ਉਹਨਾਂ ਦੀ ਆਪਣੇ ਨੇ, ਪੁਰਾਣੇ ਜਾਣੂ ਨੇ, ਇਹ ਕਿਹੜਾ ਦੱਸਦੇ ਨਹੀਂ। ਉਹ ਰੋਜ਼ ਬਿਆਨ ਦੇਣ ਨਾਲੋਂ ਵੀ ਅਗਲਿਆਂ ਨੇ ਆਹ ਕੀਤਾ, ਇਹ ਖਬਰਾਂ 'ਚ ਆ ਗਿਆ, ਲੋਕੀ ਇਹਦੀ ਚਰਚਾ ਕਰਦੇ, ਓਕੇ ਤੇ ਪਲਟਵਾਰ ਕਰੋ, ਉਹਦੇ ਨਾਲੋਂ ਚੰਗਾ ਹਫ਼ਤਾ ਕੁ ਵੇਟ ਕਰ ਲਈ ਜਾਵੇ, ਜਿਹੜੇ ਕੋ ਆਪਣੀ ਇਨਫੋਰਮੇਸ਼ਨ ਉਹ ਦੇਖੀ ਜਾਵੇ, ਉਸ ਤੋਂ ਬਾਅਦ ਜੋ ਅੰਦਰ ਚੱਲ ਰਿਹਾ ਉਹ ਦੇਖਿਆ ਜਾਵੇ, ਫਿਰ ਉਹ ਜੋ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਕੰਪੇਅਰ ਕੀਤਾ ਜਾਵੇ, ਫਿਰ ਉਹਦੇ ਜਿਹੜੀ ਜੈਨੂਅਨ ਕਮੀ ਹੈ ਉਹ ਸਾਹਮਣੇ ਰੱਖੀ ਜਾਵੇ, ਤਾਂ ਜੋ ਅਗਲਿਆਂ ਨੂੰ ਜਾਂ ਤਾਂ ਜਵਾਬ ਨਾ ਆਵੇ ਜਾਂ ਉਹਨਾਂ ਨੂੰ ਦਰੁਸਤ ਕਰਨੀ ਪਵੇ। ਫਿਰ ਤੋਂ ਹੈ ਨਾ ਨਜ਼ਾਰਾ ਕਿ ਲੋਕਾਂ ਨੂੰ ਵੀ ਲੱਗੇ ਲੈ 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 ਇਹ ਲੈ ਚੱਲੇ ਪਾਣੀ ਹਾਂਡੇ। ਜੇ ਕਿਤੇ ਵਿਰੋਧੀ ਪਾਰਟੀਆਂ ਨਾ ਬੋਲਦੀਆਂ ਫਿਰ ਨਹੀਂ ਸੀ ਗੱਲ ਬਣਨੀ, ਕਿਉਂਕਿ ਜੇ ਇਸੇ ਤਰ੍ਹਾਂ ਹੀ ਮਤਲਬ ਸਿਰਫ ਤੇ ਸਿਰਫ ਵਿਰੋਧ ਕਰਨ ਦੇ ਲਈ ਵਿਰੋਧ ਚੱਲਦਾ ਰਿਹਾ ਵੀ ਇੱਕ ਮੁੱਦਾ ਆ ਗਿਆ, ਫੁੱਟਬਾਲਾਂ ਨੂੰ ਆਪਾਂ ਇੱਧਰ ਉੱਧਰ ਘੁਮਾਇਆ, 1.5 ਹਫ਼ਤੇ ਬਾਅਦ ਉਹੀ ਬਸ ਬੈਠੋ ਫਿਰ ਪਕਵਾਨ, ਫਿਰ ਹੌਲੀ ਹੌਲੀ ਲੋਕਾਂ ਦਾ ਵੀ ਧਿਆਨ ਹਟ ਜਾਣਾ ਵੀ ਯਾਰ ਛੱਡ ਖੜਾ ਇਹਨਾਂ ਦਾ ਬੋਲਣਾ ਹੀ ਆ। ਮਤਲਬ ਉਹ ਨੌਬਤ ਨਾ ਆ ਜਾਵੇ। ਇਸ ਕਰਕੇ ਭਾਵੇਂ ਆਪਾਂ ਨੂੰ ਹਫ਼ਤਾ ਵੇਟ ਕਰਕੇ ਕੋਈ ਗੱਲ ਕਰਨੀ ਪਵੇ, ਵਿਰੋਧੀਆਂ ਦੀ ਜ਼ਰੂਰ ਜ਼ਿੰਮੇਵਾਰੀ ਬਣਦੀ ਹੈ ਵੀ ਉਸ ਮੁੱਦੇ ਦੀ ਇੰਨੀ ਕੁ ਸਹੀ ਸਟੀਕ ਜਾਣਕਾਰੀ ਹੋਵੇ ਵੀ ਅਗਲਿਆਂ ਨੂੰ ਵੀ ਜਵਾਬ ਦੇਣਾ ਹੋਵੇ ਵੀਰ ਮੇਰੇ ਉਹ ਗੱਲ ਤਾਂ ਠੀਕ ਹੈ। ਸੰਧਾਲੀਆ ਸਾਹਿਬ, ਮੈਰੀਟੋਰੀਅਸ ਸਕੂਲ 10 ਖੁੱਲ੍ਹੇ ਹੋ ਪੰਜਾਬ 'ਚ, ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਖੁੱਲ੍ਹੇ ਸੀ, ਕਾਂਗਰਸ ਦੀ ਸਰਕਾਰ ਦੇ ਵੇਲੇ ਚੱਲਦੇ ਰਿਹਾ। ਉਹ ਵੱਖਰੀ ਗੱਲ ਹੈ ਕਿ ਪੜ੍ਹਾਉਣ ਵਾਲੇ ਕੱਚੇ ਨੇ ਉੱਥੇ ਅਜੇ, ਹਾਲਾਂਕਿ PhD ਨੇ, ਨੈਟ ਕਲੀਅਰ ਨੇ। ਉਹ ਸਰਕਾਰ ਤੋਂ ਮੰਗ ਕਰਦੇ ਆ ਕਿ ਤਨਖਾਹਾਂ ਭਾਵੇਂ ਘਟਾ ਦਿਓ ਪਰ ਸਾਨੂੰ ਡਿਪਾਰਟਮੈਂਟ 'ਚ ਲਿਆਓ। ਉਹ ਜਿਹੜੇ ਮੈਰੀਟੋਰੀਅਸ ਸਕੂਲ ਸੀ ਉਹਦੇ ਵਿੱਚੋਂ ਬੱਚੇ ਬਹੁਤ ਉੱਪਰ ਤੱਕ ਗਏ। ਉਹ ਕਨਸੈਪਟ ਪੰਜਾਬ 'ਚ ਹੈਗਾ। ਜਦੋਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਦਿੱਲੀ ਵਾਲਾ ਮਾਡਲ ਲਿਆਵੇ ਤਾਂ ਇਸ ਕਨਸੈਪਟ ਨੂੰ ਵੀ ਦੇਖ ਲਵੇ ਕਿ ਉਹ ਪੰਜਾਬ ਦੀ ਧਰਤੀ ਤੇ ਪਹਿਲਾਂ ਚੱਲਿਆ। ਪੰਜਾਬ ਦੇ ਕਈ ਸਰਕਾਰੀ ਸਕੂਲ ਉਹ ਜਿਹੜਾ ਵਿਪਰੀਤ ਵਿਰੋਧੀ ਸਥਿਤੀਆਂ ਦੇ ਬਾਵਜੂਦ ਵੀ ਵਧੀਆ ਕੰਮ ਕਰਦੇ ਰਿਹਾ। ਕਈ ਅਧਿਆਪਕ ਸਵੇਰੇ ਆਉਂਦੇ ਆ, ਤਕਾਲਾਂ ਨੂੰ ਵੀ ਦੇਰ ਤੱਕ ਪੜ੍ਹਾ ਕੇ ਤੇ ਫਿਰ ਜਾਂਦੇ ਆ, ਬੱਚਿਆਂ ਨੂੰ ਚੰਗੀ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕਰਦੇ ਆ। ਕਈ ਜਗ੍ਹਾ ਦੇ ਉੱਤੇ NRIs ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਦੇ ਖਰਚੇ ਦੇ ਉੱਤੇ ਪ੍ਰਾਈਵੇਟ ਟੀਚਰ ਸਰਕਾਰੀ ਸਕੂਲਾਂ 'ਚ ਰੱਖ ਕੇ ਦਿੱਤੇ ਹੋ ਆ, ਵਧੀਆ ਬਿਲਡਿੰਗ ਬਣਾਈ, ਸਾਰਾ ਕੁਝ ਬਣਾਇਆ, ਕੰਪਿਊਟਰ ਸਾਰਾ ਕੁਝ। ਉਹ ਸਾਰਿਆਂ ਨੂੰ ਵੀ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉੱਤੇ ਅਡਾਪਟ ਕਰ ਲੈਣਾ ਚਾਹੀਦਾ ਕਿ ਭਾਈ ਆਹ ਕੰਮ ਪਹਿਲਾਂ ਹੋਇਆ ਹੈ। ਜੇ ਕਿਸੇ ਪਾਸੇ ਖੇਡਾਂ ਦਾ ਸਟਰਕਚਰ ਹੁਣ ਚੱਕਰ ਪਿੰਡ ਦੇ ਵਿੱਚ ਵਧੀਆ ਬਣਿਆ ਹੋਇਆ, ਉੱਥੋਂ ਦੇਖ ਲੈਣ ਕਿ ਭਾਈ ਉਹ ਤੁਹਾਡੀ ਸਹਾਇਤਾ ਤੋਂ ਬਿਨਾਂ ਚਲਾਈ ਜਾਂਦੇ ਆ, ਉੱਦਾਂ ਦਾ ਮਾਡਲ ਅਡਾਪਟ ਕਰਕੇ ਬਾਕੀ ਪਿੰਡਾਂ ਦੇ ਵਿੱਚ ਲਾਗੂ ਕਰ ਦਿਓ। ਜੇ ਆਪਾਂ ਹੁਣ ਦਰਖਤਾਂ ਤੋਂ, ਰੁੱਖਾਂ ਤੋਂ ਗੱਲ ਸ਼ੁਰੂ ਕੀਤੀ ਸੀ, ਪੌਦਿਆਂ ਤੋਂ, ਹੁਣ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਬਲਵੀਰ ਸਿੰਘ ਸੀਚੇ ਵਾਲੇ ਹੋਰੀ, ਉਹਨਾਂ ਤੋਂ ਮਾਡਲ ਲਿਆ ਜਾ ਸਕਦਾ। ਸੋਸ਼ਲ ਸਿਕਿਉਰਿਟੀ ਸਿਸਟਮ ਵਾਲੇ ਪਾਸੇ ਨੂੰ ਜਾਣਾ ਹੈ ਕਿ ਭਾਈ ਆਪਾਂ ਸਮਾਜ ਦੇ ਜਿਹੜੇ ਵੰਚਿਤ ਲੋਕ ਨੇ, ਵਾਂਝੇ ਲੋਕ ਨੇ, ਉਹ ਪਿੰਗਲਵਾੜੇ ਤੋਂ ਡਾਕਟਰ ਇੰਦਰਜੀਤ ਕੌਰ ਹੋਰਾਂ ਤੋਂ ਭਗਤ ਪੂਰਨ ਸਿੰਘ ਹੋਰਾਂ ਵਾਲੇ ਸਿਸਟਮ ਤੋਂ, ਕਿਉਂਕਿ ਜਿਹੜੀਆਂ ਚੀਜ਼ਾਂ ਆਲਰੇਡੀ ਪੰਜਾਬ 'ਚ ਹੈਗੀਆਂ ਉਹਨਾਂ ਦੇ ਵਿੱਚੋਂ ਵੀ ਸਿੱਖ ਕੇ ਅਗਲੇ ਪਾਸੇ ਨੂੰ ਜੇ ਚੱਲ ਜਾਵੇ ਤਾਂ ਵਧੀਆ ਹੈ। ਅੱਜ ਗੁਰਮੀਤ ਸਿੰਘ ਮੀਤਹੇਰ ਜਿਹੜੇ ਕਿ ਐਜੂਕੇਸ਼ਨ ਮਿਨਿਸਟਰ ਨੇ ਪੰਜਾਬ ਦੇ, ਪ੍ਰਾਇਮਰੀ ਸਿੱਖਿਆ ਵੀ ਤਾਂ ਉਚੇਰੀ ਸਿੱਖਿਆ ਵੀ ਉਹਨਾਂ ਦੇ ਕੋਲ ਹੈ। ਉਹਨਾਂ ਨੇ ਅਧਿਆਪਕਾਂ ਤੋਂ ਸੁਝਾਅ ਮੰਗਿਆ ਕਿ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਸਿਸਟਮ ਦਾ ਪਤਾ, ਤੁਹਾਨੂੰ ਢਾਂਚੇ ਦਾ ਪਤਾ ਹੈ, ਤੁਸੀਂ ਜ਼ਮੀਨੀ ਪੱਧਰ ਦੇ ਉੱਤੇ ਬੱਚਿਆਂ ਨਾਲ, ਮਾਪਿਆਂ ਨਾਲ ਤੇ ਜਿੰਨਾ ਕੁ ਸਾਡੇ ਕੋਲ ਢਾਂਚਾ ਹੈਗਾ ਉਹਦੇ ਨਾਲ ਜੁੜੇ ਹੋ ਆ, ਤੁਸੀਂ ਸਾਰਥਕ ਸੁਝਾਅ ਸਾਨੂੰ ਲਿਖ ਕੇ ਭੇਜੋ। ਆਪਾਂ ਪਾਲਿਸੀ ਬਣਾਉਣੀ ਹੈ, ਆਪਾਂ ਪੰਜਾਬ ਦੇ ਵਿੱਚ ਸਿੱਖਿਆ ਨੂੰ ਉੱਪਰ ਕਰਨਾ ਹੈ। ਚੰਗੀ ਗੱਲ ਹੈ, ਕਿਉਂਕਿ ਜੋ ਅਧਿਆਪਕ ਦੱਸ ਸਕਦਾ ਉਹ ਨਾ ਅਫਸਰ ਦੱਸ ਸਕਦਾ, ਨਾ ਮਿਨਿਸਟਰ ਦੱਸ ਸਕਦਾ, ਨਾ ਚੀਫ ਮਿਨਿਸਟਰ ਦੱਸ ਸਕਦਾ। ਅਧਿਆਪਕਾਂ ਤੋਂ ਪੁੱਛਿਆ, ਬਹੁਤ ਚੰਗਾ ਲੱਗਾ। ਨਹੀਂ ਵਧੀਆ ਗੱਲ। ਮੈਂ ਨਾ ਬਾਕੀ ਮਹਿਕਮਿਆਂ ਨੂੰ ਕਰਨਾ ਚਾਹੀਦਾ। ਦੇਖੋ ਕਿਉਂਕਿ ਜਿਹੜਾ ਬੰਦਾ ਉਸ ਡਿਪਾਰਟਮੈਂਟ 'ਚ ਕੰਮ ਕਰਦਾ ਨਾ, ਉਹਨੂੰ ਪਤਾ ਹੁੰਦਾ ਵੀ ਯਾਰ ਕਮੀਆਂ ਕੀ ਹੈ ਜੀ, ਉਹਨੂੰ ਇਹ ਵੀ ਪਤਾ ਹੁੰਦਾ ਵੀ ਚੋਰ ਮੋਰੀਆਂ ਕੀ ਹੈ, ਤੇ ਉਹਨੂੰ ਇਹ ਵੀ ਪਤਾ ਹੁੰਦਾ ਵੀ ਯਾਰ ਜੇ ਇੰਨੀ ਬਾਂਹ ਸਰਕਾਰ ਫੜ ਲਵੇ ਤਾਂ ਇੰਨਾ ਕੁ ਆਪਾਂ ਕਰ ਲਵਾਂਗੇ। ਕਿਸੇ ਵੇਲੇ ਹੁੰਦਾ ਵੀ ਪਾਲਿਸੀ ਬਣਾਉਣ ਵਾਲਾ ਤੇ ਕਿਤੇ ਹੋਰ ਥਾਂ ਤੋਂ ਆ ਜਾਂਦਾ, ਉਹ ਆਪਣੇ ਹਿਸਾਬ ਨਾਲ ਪਾਲਿਸੀ ਸਮਝਾ ਜਾਂਦਾ, ਥੱਲੇ ਵਾਲੇ ਪਹਿਲਾਂ ਹੀ ਦੁਖੀ ਹੁੰਦੇ ਆ। ਮਤਲਬ ਇਹ ਗੱਲ ਤੇ ਉਹੀ ਹੋ ਗਈ। ਉਹ ਕਹਿੰਦਾ ਵੀ ਯਾਰ ਇੱਦਾਂ ਵੀ ਚਾਹ ਬਣਾਈਏ, ਕਹਿੰਦਾ ਜੀ ਚਾਹ ਬਣਾਉਣੇ ਵੀ ਕਮੀ ਕਾਹਦੀ ਹੁਣ, ਕਹਿੰਦੇ ਜੀ ਚਾਹ ਦੇਖੋ ਨਾ ਪਿਛਲੀ ਵਾਰਾਂ ਵੀ ਮਜ਼ਾ ਜਿਹਾ ਨਹੀਂ ਆਇਆ, ਤਾਂ ਉਹ ਫਿੱਕੀ ਜੀ ਚਾਹ ਤੇ ਨਾ ਉਹਦੇ 'ਚ ਕੋਈ ਬਹੁਤਾ ਦੁੱਧ ਤੇ ਗੱਲ ਬਣੀ ਨਹੀਂ ਜੀ, ਇਲਾਚੀ ਤਾਂ ਜਮਾ ਹੀ ਨਹੀਂ ਗੀ। ਉਹ ਕਹਿੰਦੇ ਵੀ ਮੋਟੀ ਮੋਟੀ ਗੱਲ ਸੁਣੀ। ਉਹ ਕਹਿੰਦੇ ਅੱਛਾ ਫਿਰ ਇਹਨਾਂ ਨੂੰ ਥੋੜ੍ਹਾ ਇਲਾਚੀਆਂ ਦਾ ਕੋਟਾ, ਥੋੜ੍ਹਾ ਦੁੱਧ ਦਾ ਕੋਟਾ ਦੇ ਦਿਓ। ਇਹ ਕਿਸੇ ਨੇ ਪੁੱਛਿਆ ਨੇ ਵੀ ਵੀਰ ਮੇਰੋ ਗੈਸ ਹੀ ਹੈ ਨਹੀਂ, ਬਣਾਉਣੀ ਕਾਤੇ ਆ? ਨਹੀਂ, ਕਈ ਵਾਰੀ ਹੁੰਦੀ ਆ ਉਹ ਸਿਲੰਡਰ ਹਿਲਾ ਕੇ ਕਹਿੰਦੇ ਹੁੰਦੇ ਐਨ ਮੁੱਕਾ ਹੁੰਦਾ। ਅਗਲੇ ਨੂੰ ਪੁੱਛਿਆ ਨੇ ਵੀ ਵੀਰ ਮੇਰੇ ਉਹ ਪਤਾ ਨਹੀਂ ਲੱਕੜਾਂ ਦੇ ਬਣਾ ਕੇ ਲਿਆਉਂਦਾ, ਪਾਥੀਆਂ ਤੇ ਬਣਾ ਕੇ ਲਿਆਉਂਦਾ, ਵੀ ਧੁੱਪੇ ਧਰੀ ਹੁੰਦੀ ਉਹਨੇ। ਉਹਨੂੰ ਪਹਿਲਾਂ ਪੁੱਛ ਲਾ ਵੀ ਵੀਰ ਮੇਰੇ ਅਸਲ ਮੁਸ਼ਕਿਲ ਕਿੱਥੇ ਆਉਂਦੀ ਆ। ਉਹ ਹੋ ਸਕਦਾ ਅਗਲਾ ਦੱਸ ਦੇ ਵੀ ਵੀਰ ਮੇਰੇ ਆਪਾਂ ਨਾ ਦੇਖੋ ਜੀ ਸਿਲੰਡਰ ਦਾ ਕਰ ਦਿਓ, ਬਾਕੀ ਦੁੱਧ ਭਾਵੇਂ ਆਪਾਂ ਥੋੜ੍ਹੇ ਬਹੁਤ ਇਹਨਾਂ ਵੀ ਸਾਰ ਲਵਾਂ, ਕੋਈ ਗੱਲ ਨਹੀਂ, ਆਪਾਂ 2 ਵਾਲੇ ਵੱਧ ਵਾਲਿਆ ਕਰਾਂਗੇ ਵੀ ਚਾਹ ਠੀਕ ਬਣ ਜੂ। ਕਹਿਣ ਤੋਂ ਭਾਵੇਂ ਵੀ ਜਿਹੜੇ ਬੰਦੇ ਵੀ ਜਿਸ ਡਿਪਾਰਟਮੈਂਟ 'ਚ ਵੀ ਕੰਮ ਕਰਦੇ ਉਹਨਾਂ ਤੋਂ ਜੇ ਸੁਝਾਅ ਲੈ ਕੇ ਕੰਮ ਚਲਾ ਲਿਆ ਜਾਵੇ। ਇੱਕ ਤੇ ਅਗਲਿਆਂ ਨੂੰ ਜਾਪੂ ਵੀ ਯਾਰ ਵੀ ਸਾਡੀ ਮੰਨੀ ਗਈ,
ਨਹੀਂ ਤੇ ਜੇ ਮੰਨ ਲੈਣਗੇ ਤਾਂ ਠੀਕ ਆ, ਨਹੀਂ ਤੇ ਫਿਰ ਤਿੰਨੀ ਕਿਸਾਲੀਆਂ ਦਾ ਵੀ ਸਾਡੀਆਂ ਮੰਗਾਂ ਫਿਰ ਪੂਰੀਆਂ ਕਰੋ, ਮੁੜ ਕੇ ਗਰਾਰੀ ਫਸ ਜਾਂਦੀ ਆ। ਇੱਕ ਤੇ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾਣਗੀਆਂ, ਦੂਜਾ ਗਰਾਰੀ ਨਾ ਫਸੂਗੀ, ਤੀਸਰਾ ਸੁਝਾਅ ਸੌਖੇ ਆ ਜਾਣਗੇ ਤੇ ਅਗਲਿਆਂ ਨੂੰ ਵੀ ਲੱਗੂ ਵੀ ਯਾਰ ਸਾਡੀ ਵੀ ਉੱਪਰ ਤੱਕ ਮੰਨੀ ਗਈ ਤੇ ਅਸੀਂ ਆਪਣਾ ਕੰਮ ਸੌਖਾ ਕਰਦੇ। ਇਹ ਜ਼ਰੂਰੀ ਹੈ ਸੰਧਾਲੀਆ ਸਾਹਿਬ, ਤੇ ਕਈ ਬੰਦੇ ਅਜੇ ਵੀ ਹਟਦੇ ਨਹੀਂ। ਸੰਗਰੂਰ ਜ਼ਿਲ੍ਹੇ ਦੇ ਵਿੱਚ ਕਹਿੰਦੇ ਆ ਕਿ ਇੱਕ ਪਟਵਾਰੀ ਸਾਹਿਬ ਨੇ ਰੁਪਈਆ 10,000 ਮੰਗਿਆ, ਬਾਪੂ ਕਿਸੇ ਦਾ ਗੁਜ਼ਰ ਗਿਆ, ਵਸੀਅਤ ਕਰਕੇ ਗਿਆ ਸੀ, ਤੇ ਮੁੜ ਕੇ ਫਿਰ ਜਿਹੜੀ ਲਿਖਤ ਪੜਤ ਕਰਨੀ ਹੁੰਦੀ ਆ ਪਹਿਲਾਂ ਟਾਲੀ ਜਾਵੇ, ਫਿਰ ਕਹਿੰਦੇ ਜੀ 15,000 ਲੱਗੂ, ਉਹ ਨੰਬਰਦਾਰ ਸਾਹਿਬ ਨੂੰ ਕਹਿੰਦੇ ਵਿੱਚ ਪਾ ਲਓ, ਫਿਰ ਕਹਿੰਦੇ ਜਿੰਨੇ ਨੰਬਰਦਾਰ ਸਾਹਿਬ ਕਹਿਣਗੇ ਚੱਲ ਜੂ, ਨੰਬਰਦਾਰ ਕਹਿੰਦੇ 12,000 ਨਾਲ ਚੱਲ ਜੂ, ਚਲੋ 10,000 ਤੇ ਗੱਲ ਬਣ ਗਈ। ਅਗਲੇ ਨੇ ATM ਚੋਂ ਕਢਾਏ, ਨੰਬਰਦਾਰ ਸਾਹਿਬ ਕੋਲ ਖੜੇ, ਨਾਲ ਪਟਵਾਰੀ ਸਾਹਿਬ ਦੇ ਸਹਾਇਕ ਖੜੇ, ਰੁਪਈਆ 10,000 ਗਿਣ ਕੇ ਦੇਤਾ, ਨਾਲ ਵੀਡੀਓ ਬਣਾ ਲਈ, ਤੇ ਫਿਰ ਉਹ ਜਿਹੜਾ ਐਂਟੀ ਕਰਪਸ਼ਨ ਐਕਸ਼ਨ ਲਾਈਨ ਆ ਉਹ ਤੇ ਪਾਤੀ। ਹੁਣ ਫਿਰ ਕਹਿੰਦੇ ਪਟਵਾਰੀ ਸਾਹਿਬ ਹੁਣੀ ਮਾੜੇ ਜਿਹੇ ਅਗਲੇ ਨੇ ਰਗੜ ਦਿੱਤੇ ਫੜ ਕੇ ਸਰਕਾਰ ਨੇ। ਪਰ ਇਹ ਕਾਰਨ ਪਤਾ ਕੀ ਹੈ, ਦੇਖੋ ਮੈਨੂੰ ਲੱਗਦਾ ਵੀ ਇਸ ਕਰਕੇ ਹੋ ਰਿਹਾ। ਆਪਾਂ ਅੱਗੇ ਵੀ ਜ਼ਿਕਰ ਕਰਦੇ ਸੀ, ਮੇਰਾ ਕੱਲ ਪਰਸੋਂ ਸੁਖਪਾਲ ਖਹਿਰਾ ਸਾਹਿਬ ਨੂੰ ਇਹ ਡਿਮਾਂਡ ਰੱਖੀ ਸੀ ਵੀ ਮਹਾਰਾਜ ਉਹ ਦੱਸਿਆ ਜ਼ਰੂਰ ਜਾਵੇ ਵੀ ਕਿੰਨਾ ਕੁ ਡਾਟਾ ਆਇਆ, ਕਿੰਨੀ ਕੁ ਕਾਰਵਾਈ ਹੋਈ, ਤਾਂ ਜੋ ਲੋਕਾਂ ਨੂੰ ਪ੍ਰੈਕਟੀਕੈਲਿਟੀ ਸਮਝ ਆਵੇ ਵੀ ਅਸਲ ਦੇ ਵਿੱਚ ਉੱਤੇ ਕੰਮ ਕਿੰਨਾ ਕੁ ਹੋ ਰਿਹਾ। ਮੈਨੂੰ ਲੱਗਦਾ ਉਹ ਵੀ ਕਿਤੇ ਨਾ ਕਿਤੇ ਕਾਰਨ ਹੋ ਸਕਦਾ ਵੀ ਜਦੋਂ ਸੁਨੇਹਾ ਥੱਲੇ ਤੱਕ ਪਹੁੰਚਦੇ ਨੇ, ਓਏ ਹਾਂ ਉੱਥੇ ਲੱਖਾਂ ਸ਼ਿਕਾਇਤਾਂ ਗਈਆਂ, ਕਿਤੇ ਅਗਲੇ ਤੈਨੂੰ ਹੀ ਵੇਖਣ ਡਿਆ ਉੱਥੇ, ਕਿਤੇ ਕੋਈ ਗੱਲ ਨਹੀਂ ਚੱਕ ਕੇ ਰੱਖ ਤੂੰ ਕੰਮ। ਉਹ ਜਿਹੜਾ ਚੱਕ ਕੇ ਕੰਮ ਰੱਖਣ ਦੇ ਵਿੱਚ ਕਿਸੇ ਵੇਲੇ ਬੰਦਾ ਆਪ ਚੁੱਕਿਆ ਜਾਂਦਾ ਨਾ, ਉਹ ਔਖਾ। ਤੇ ਬਾਕੀ ਇੱਕ ਹੋਰ ਵੱਡੀ ਸਮੱਸਿਆ ਸੰਧਾਲੀਆ ਸਾਹਿਬ, ਦੇਰ ਸਵੇਰ ਸਰਕਾਰ ਹੁਣ ਉਹਦੇ ਤੇ ਵੀ ਕੰਮ ਕਰੇ ਤਾਂ ਚੰਗਾ, ਉਹ ਨਸ਼ੇ ਦੀ ਹੈ। ਹੁਣ ਅਫਸਰਾਂ ਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ, ਮਲੋਟ ਦੀ ਫਿਰ ਗੱਲ ਹੈ। ਹੁਣ ਮਲੋਟ ਦੇ ਵਿੱਚ ਹੀ ਕਿਸਾਨਾਂ ਨੂੰ ਪਤਾ ਹੁੰਦਾ, ਕਿਉਂਕਿ ਅੱਗੇ ਹੁੰਦਾ ਸੀ ਯਾਰ ਆ ਜਿੰਦਾ ਕਿਹਨੇ ਤੋੜਤਾ, ਉਹ ਕਹਿੰਦੇ ਮੋਟਰ ਦਾ ਕੋਠੇ ਵਾਲਾ, ਉਹ ਤੋੜਨਾ ਕਿਹਨੇ ਯਾਰ, ਇੱਥੇ ਉਹ ਖਾਣ ਪੀਣ ਵਾਲੇ ਮੁੰਡੇ ਆਉਂਦੇ ਆ, ਉਹਨਾਂ ਨੇ ਫਿਰ ਕੀ ਕਰਨਾ ਹੁੰਦਾ, ਦਰਵਾਜ਼ਾ ਤੋੜ ਦਿੰਦੇ ਆ, ਅੰਦਰ ਵੜ ਕੇ ਫਿਰ ਆ ਚਿੱਟਾ ਚੁੱਟਾ ਜਾਂ ਪੀ ਪੂ ਕੇ ਚਲੇ ਜਾਂਦੇ ਆ, ਦੇਖੋ ਖਲਾਰਾ ਪਿਆ, ਕਾਗਜ਼ ਪਏ, ਜੇ ਬਹੁਤ ਸਾਰਾ, ਤੀਲਾਂ ਪਈਆਂ, ਕਈ ਵਾਰੀ ਲਾਈਟਰ ਰਹਿ ਜਾਂਦਾ ਉੱਥੇ, ਕਈ ਵਾਰੀ ਡਿੱਗਿਆ ਹੀ ਹੁੰਦਾ ਕੋਈ ਨਾ ਕੋਈ ਬੰਦਾ ਉੱਥੇ, ਹੋਸ਼ 5-7 ਘੰਟੇ ਆਉਂਦਾ, ਕਹਿੰਦੇ ਯਾਰ ਚੱਲ ਜਾ ਇੱਥੋਂ ਕਿਰਪਾ ਕਰਕੇ। ਹੁਣ ਕਿਸਾਨ ਜਿਹੜੇ ਆ ਖੇਤਾਂ ਵਾਲੇ ਪਾਸੇ ਨੂੰ ਚੱਲੇ ਸੀ, ਤਾਂ ਉਹਨੇ 2 ਮੁੰਡੇ ਕਾਬੂ ਕਰ ਲਏ, 20-22 ਸਾਲ ਦੇ ਮੁੰਡੇ। ਉਹਨਾਂ ਦੇ ਫਿਰ ਮੂੰਹ ਕਹਿੰਦੇ ਮੂੰਹ ਬੰਨ ਲਓ, ਕੋਈ ਗੱਲ ਨਹੀਂ, ਵੀਡੀਓ ਬਣਾਈ ਬਕਾਇਦਾ ਕਿ ਭਾਈ ਹੱਥ ਦੇ ਵਿੱਚ ਉਹਨਾਂ ਨੇ ਦਿਖਾ ਲਿਆ ਜੀ ਚਿੱਟਾ ਪੀਣ ਆਏ ਸੀ, ਟੁੱਟਦੀਆਂ ਜੀ, ਲੱਗ ਗਏ ਆ ਜੀ, ਕਈ ਸਾਲ ਹੋ ਗਿਆ ਜੀ। ਫਿਰ ਪੁੱਛਿਆ ਕਿੱਥੋਂ ਲੈ ਕੇ ਆਏ, ਫਾਟਕਾਂ ਕੋਲੋਂ ਲੈ ਕੇ ਆਏ ਜੀ, ਮਲੋਟ ਸ਼ਹਿਰ ਚੋਂ ਹੀ ਲੈ ਕੇ ਆਏ ਜੀ। ਚਲੋ ਕਿਸਾਨਾਂ ਨੇ ਫੜ ਲਏ। ਆਪਾਂ ਕੱਲ ਮੋਗੇ ਦੀ ਗੱਲ ਕੀਤੀ ਸੀ, ਉੱਥੇ ਮੁੰਡਾ ਕਹਿੰਦਾ ਸੀ ਮੈਂ ਚਿੱਟਾ ਖਾਣਾ ਜੀ, ਕੀ ਕਰਾਂ ਜੀ, ਨਹੀਂ ਸਰਦਾ ਜੀ, ਟੁੱਟਦੀਆਂ ਜੀ। ਇੱਥੇ ਵੀ ਹੁਣ 20 ਤੋਂ 22 ਸਾਲ ਦੇ ਮੁੰਡੇ ਨੇ। ਇਹਦਾ ਮਤਲਬ ਹੈ ਕਿ ਜੇ ਅੱਜ ਵੀ ਉਹਨਾਂ ਨੇ ਚਿੱਟੇ ਦਾ ਸੇਵਨ ਕੀਤਾ, ਇਹਦਾ ਮਤਲਬ ਮਿਲਦਾ ਹੈ, ਇਹਦਾ ਮਤਲਬ ਵੱਡੇ ਸਪਲਾਇਰ ਵੀ ਹੈਗੇ ਆ, ਛੋਟੇ ਵੀ ਹੈਗੇ ਆ, ਤੇ ਨਿਆਣੇ ਸਾਡੇ ਜਾਨਾਂ ਗਵਾ ਰਹੇ ਆ। ਹੁਣ ਜਦੋਂ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਪੁੱਛਿਆ, ਉਹ ਕਹਿੰਦੇ ਜੀ ਅਸੀਂ ਜਾਂਚ ਪੜਤਾਲ ਹੁਣ ਕਰ ਰਹੇ ਹਾਂ ਕੌਣ ਆ। ਪਰ ਜੇ ਆਮ ਬੰਦਾ ਜਿਹਨੇ ਖਰੀਦਣਾ ਜੀ, ਉਹਨੂੰ ਪਤਾ ਹੈ, ਤੁਹਾਡੇ ਕੋਲੇ ਸਾਰੀਆਂ ਏਜੰਸੀਆਂ ਨੇ, ਸਾਰਾ ਕੁਝ ਹੈ, ਤੁਸੀਂ ਬਿਜਲੀ ਮੁਫਤ ਦੇ ਦਿਓਗੇ, ਤੁਸੀਂ ਸਕੂਲ ਖੋਲ੍ਹ ਦਿਓਗੇ, ਸਾਰਾ ਕੁਝ ਜ਼ਰੂਰੀ ਹੈ। ਪਰ ਜੇ ਮਾਵਾਂ ਦੇ ਪੁੱਤ ਇੱਦਾਂ ਹੀ ਜਾਂਦੇ ਰਹੇ, ਫਿਰ ਥੋੜ੍ਹਾ ਜਿਹਾ ਔਖਾ ਹੋਣਾ। ਇੱਧਰਲੇ ਪਾਸੇ ਛੇਤੀ ਤੋਂ ਛੇਤੀ ਧਿਆਨ ਦੇਣਾ ਜ਼ਰੂਰੀ ਹੈ, ਨਹੀਂ ਤਾਂ ਕੰਮ ਖਰਾਬ ਹੋ ਜਾਊਗਾ। ਨਹੀਂ, ਇਹ ਤਾਂ ਗੱਲ ਹੈਗੀ ਹੈ, ਕਿਉਂਕਿ ਉਹ ਚੀਜ਼ਾਂ ਜਿੱਤੇ ਕੋਈ ਬਹੁਤਾ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ। ਨਾ ਤਾਂ ਇਹ ਹੈ ਵੀ ਉਹ ਯਾਰ ਜੇ ਨਸ਼ਾ ਰੋਕਤਾ ਤੇ ਫਿਰ ਕਰਜ਼ੇ ਦੀ ਕਿਸ਼ਤ ਕਿੱਦਾਂ ਦਿਆਂਗੇ, ਹੈ ਨਾ, ਮਤਲਬ ਉਹਦੇ ਨਾਲ ਉਹਦਾ ਕੋਈ ਲਿੰਕ ਨਹੀਂ, ਸਰਕਾਰ ਦੇ ਖਜ਼ਾਨੇ 'ਚੋਂ ਪੈਸੇ ਘੱਟ ਜਾਣੇ ਹੈ ਨਾ। ਮਤਲਬ ਇਹ ਉਹ ਚੀਜ਼ਾਂ ਜਿਹੜੀਆਂ ਸਿਰਫ ਤੇ ਸਿਰਫ ਸਖਤੀ ਦੇ ਨਾਲ ਸੈੱਟ ਹੋ ਸਕਦੀਆਂ। ਚਲੋ ਆਸ ਕਰਦੇ ਹਾਂ ਵੀ ਅਗਲੇ ਜੇ ਕਰ ਦਿੰਦੇ ਚੰਗੀ ਗੱਲ। ਤੇ ਕੱਲ੍ਹ ਆਪਾਂ ਤੋਮਰ ਸਾਹਿਬ ਦੇ ਬਿਆਨ ਦਾ ਜ਼ਿਕਰ ਕੀਤਾ ਸੀ ਵੀ ਉਹਨਾਂ ਨੇ ਕਿਹਾ ਉਹੀ ਵੀ ਆਪ ਨਹੀਂ ਕਿਸਾਨ ਖਾਂਦਾ ਤੇ ਵੇਚ ਦਿੰਦਾ ਫਸਲ, ਕਿਉਂਕਿ ਖਾਦਾਂ ਦਵਾਈਆਂ ਹੁੰਦੀਆਂ। ਉਹਦੇ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ, ਕਹਿੰਦੇ ਮਹਾਰਾਜ ਇਹ ਗਲਤ ਗੱਲ ਕਰਦੇ ਤੁਸੀਂ, ਇੱਦਾਂ ਹੈ ਨਹੀਂ ਤੋਮਰ ਸਾਹਿਬ। ਅਤੇ ਮੈਨੂੰ ਲੱਗਦਾ ਆਪਾਂ ਕੱਲ੍ਹ ਵੀ ਬੇਨਤੀ ਕੀਤੀ ਸੀ, ਅੱਜ ਫਿਰ ਕਰ ਦਿੰਦੇ ਹਾਂ ਵੀ ਜੇ ਆਪਾਂ ਨੂੰ ਯਾਦ ਆ ਵੀ ਖਾਦਾਂ ਦਵਾਈਆਂ ਨਹੀਂ ਪਾਉਣੀਆਂ ਚਾਹੀਦੀਆਂ, ਉਹ ਵਾਲੀ ਸਬਸਿਡੀ ਉੱਧਰੋਂ ਬੰਦ ਕਰਕੇ ਸਿੱਧੀ ਕਿਸਾਨ ਨੂੰ ਦੇਣ ਲੱਗ ਪਏ ਵੀ ਵੀਰ ਮੇਰਾ ਤੂੰ ਨਾ ਪਾ, ਆਪੇ ਮਸਲਾ ਹੱਲ। ਨਹੀਂ, ਉਹ ਕਿਸਾਨਾਂ ਨੇ ਉੱਥੇ ਇਹ ਵੀ ਕਿਹਾ, ਉਹ ਕਹਿੰਦੇ ਜੀ ਅਸੀਂ ਨਹੀਂ ਸੀ ਚਾਹੁੰਦੇ, ਸਰਕਾਰਾਂ ਨੇ ਵਾਰ-ਵਾਰ ਕਿਹਾ, ਸਰਕਾਰਾਂ ਨੇ ਕਿਹਾ ਸੀ ਤਾਂ ਅਸੀਂ ਖਾਦਾਂ ਪਾਉਣ ਲੱਗੇ ਹਾਂ, ਸਰਕਾਰਾਂ ਨੇ ਕਿਹਾ ਸੀ ਅਸੀਂ ਦਵਾਈਆਂ ਪਾਉਣ ਲੱਗੇ ਹਾਂ, ਇਸ ਕਰਕੇ ਪ੍ਰਬੰਧ ਕਰ ਦਿਓ, ਅਸੀਂ ਜ਼ੀਰੋ ਬਜਟ ਖੇਤੀ ਕਰ ਦਿਆਂਗੇ, ਸਾਨੂੰ ਕੀ ਹੈ। ਮਤਲਬ ਸਰਕਾਰ ਕਹਿ ਦੇ ਵੀ ਹੁਣ ਨਹੀਂ ਪਾਉਣੀ ਜੀ, ਆਪੇ ਮਸਲਾ ਹੱਲ ਹੋ। ਚਲੀਏ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜ ਰਹਿੰਦੇ ਹੋ, ਉਸ ਲਈ ਬੜਾ ਧੰਨਵਾਦ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।